ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਪੰਜਾਬ ਫੋਕਸ ਦੇ ਵਿੱਚ ਸਵਾਗਤ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ। ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਨਿੱਘੀ ਜੀ ਆਇਆਂ ਨੂੰ। ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਅਸੀਂ ਸਿਆਸੀ ਮੁੱਦੇ ਇਸ ਪ੍ਰੋਗਰਾਮ ਵਿੱਚ ਡਿਸਕਸ ਕਰਦੇ ਹਾਂ, ਤੁਹਾਡੀ ਨਜ਼ਰ ਕਰਦੇ ਹਾਂ। ਤਾਂ ਖੰਨਾ ਜੀ ਉਹ ਮੁੱਦਾ ਲਓ ਜਿਹੜੇ ਸਾਡੇ ਦਰਸ਼ਕ ਪਸੰਦ ਵੀ ਕਰਦੇ ਆ ਔਰ ਜਾਣਨਾ ਵੀ ਚਾਹੁੰਦੇ ਆ ਕਿ ਉਹ ਮੁੱਦਾ ਬਿਲਕੁਲ ਗਰਮ ਆ ਔਰ ਪੰਜਾਬ ਦੇ ਵਿੱਚ ਵੀ ਵਾਪਰਿਆ ਜਾਂ ਬਾਹਰਲੇ ਦੇਸ਼ਾਂ ਵਿੱਚ ਵਾਪਰਿਆ, ਉਹਨਾਂ ਤੋਂ ਜਾਣੂ ਕਰਵਾਈਏ ਇਹਨਾਂ ਨੂੰ। ਸਭ ਤੋਂ ਪਹਿਲਾਂ ਤਾਂ ਅਮਰੀਕਾ ਚੱਲਦੇ ਹਾਂ। ਗੁੱਡ, ਤੁਹਾਡਾ ਜੀ ਕਰਦਾ ਰਹਿੰਦਾ ਅਮਰੀਕਾ ਜਾਣ ਲਈ, ਸਿੱਧੀ ਬਹੁਤ flight। ਪਸੰਦ ਕਰਦੇ ਅਮਰੀਕਾ ਦੀ ਦੇਸ਼ ਦੀ ਧਰਤੀ ਨੂੰ। ਉੱਥੇ ਮਹਿੰਗਾਈ ਬਹੁਤ ਵੱਧ ਗਈ ਹੈ। ਉਹ ਵਾਹ, ਸਾਡੇ ਭਾਰਤ ਦੀ ਹੀ ਸਮੱਸਿਆ ਨਹੀਂ, ਪੂਰੀ ਦੁਨੀਆ ਦੀ ਸਮੱਸਿਆ ਨਹੀਂ, ਅਮਰੀਕਾ ਦੀ ਵੀ ਬਹੁਤ ਵੱਡੀ ਸਮੱਸਿਆ, ਹਾਲਾਂਕਿ ਸੁਪਰ ਪਾਵਰ ਹੈ। ਤਾਂ ਉਸ ਤੋਂ ਬਾਅਦ ਪੁਰਤਗਾਲ, ਸਪੇਨ, ਹੋਰ ਬਾਕੀ ਯੂਰਪੀਅਨ ਕੰਟਰੀਜ਼ ਦੇ ਵਿੱਚ ਡੈਨਮਾਰਕ, ਗ੍ਰੀਸ, ਉੱਥੇ ਅਮਰੀਕਨਜ਼ ਨੇ ਵਸਣਾ ਸ਼ੁਰੂ ਕਰ ਦਿੱਤਾ ਹੈ ਮਹਿੰਗਾਈ ਦੀ ਮਾਰ ਤੋਂ ਬਚਣ ਦੇ ਲਈ। ਹਾਂ, ਇਹ ਵਾਕਈ ਪਤਾ ਲੱਗਾ ਕਿ ਮਹਿੰਗਾਈ ਜਿਹੜੀ ਹੈਗੀ ਅਮਰੀਕਾ 'ਚ ਬਹੁਤ ਜ਼ਿਆਦਾ ਤਿੱਖੀ ਮਹਿੰਗਾਈ ਆ, ਮਹਿੰਗਾਈ ਦੀ ਮਾਰ ਆ। ਉਹਦੇ ਵਿੱਚ ਲੋਕ ਪਰੇਸ਼ਾਨ ਵੀ ਆ ਔਰ ਉੱਥੋਂ ਸ਼ਿਫਟ ਕਰਕੇ ਬਾਹਰਲੇ ਦੇਸ਼ਾਂ ਜਾ ਰਹੇ ਆ, ਖਾਸ ਤੌਰ 'ਤੇ ਯੂਰਪੀਅਨ ਕੰਟਰੀ ਦੇ ਜਿਹੜੇ ਦੇਸ਼ ਆ, ਤੁਸੀਂ ਦੱਸਿਆ ਪੁਰਤਗਾਲ ਆ, ਸਪੇਨ 'ਚ ਜਾ ਰਿਹਾ, ਸਵਿਟਜ਼ਰਲੈਂਡ 'ਚ ਵੀ ਜਾ ਰਹੇ ਆ ਔਰ ਉਹਦੇ ਵਿੱਚ ਮੈਕਸੀਕੋ ਜਿਹੜੀ ਨਾਲ ਦੀ ਕੰਟਰੀ, ਉਹ 'ਚ ਵੀ ਚਲੇ ਗਏ, ਉਹ 'ਚ ਵੀ ਜਾ ਕੇ ਬੈਠ ਗਿਆ। ਔਰ ਇਹਨਾਂ ਨੂੰ ਫਾਇਦਾ ਪਤਾ ਕੀ ਹੁੰਦਾ, ਇਹਨਾਂ ਦਾ ਡਾਲਰ ਮਹਿੰਗਾ ਹੈਗਾ ਸਾਰੇ ਦੇਸ਼ਾਂ 'ਚ। ਜਿੱਥੇ ਵੀ ਜਾਂਦੇ ਆ ਉਹਨਾਂ ਦੇਸ਼ਾਂ 'ਚ ਭਾਵੇਂ ਮਹਿੰਗਾਈ ਹੈਗੀ ਆ, ਪਰ ਉਹਨਾਂ ਦੇਸ਼ਾਂ ਵਿੱਚ ਇਹਨਾਂ ਨੂੰ ਸਸਤਾ ਪੈ ਰਿਹਾ। ਰੀਅਲ estate, ਰਹਿਣ ਲਈ ਮਕਾਨ, ਖਾਣ ਲਈ ਸਾਰਾ ਭੋਜਨ ਅਤੇ ਬਾਹਰ ਸਾਰਾ ਕੁਛ, ਆਟਾ ਦਾਣਾ ਵੀ ਉੱਥੇ ਸਸਤਾ ਮਿਲਦਾ। ਔਰ ਜਿੱਦਾਂ ਤੁਸੀਂ ਸਵਿਟਜ਼ਰਲੈਂਡ ਦੀ ਹੁਣੇ ਗੱਲ ਕੀਤੀ, ਸਵਿਟਜ਼ਰਲੈਂਡ 'ਚ ਵੀ ਬਹੁਤ ਅੱਛੀ ਕੰਟਰੀ ਹੈ। ਉਹਦੇ ਵਿੱਚ ਜਿਹੜਾ ਕੁਝ ਹਿਲੀ ਏਰੀਆ 'ਚ ਕਿਸ ਤਰ੍ਹਾਂ ਦੀਆਂ ਦੁਕਾਨਾਂ ਬਣ ਗਈਆਂ ਜਿਹਦੇ 'ਚ ਓਨੈਸਟਲੀ ਸ਼ਾਪਿੰਗ ਸੈਂਟਰ ਬਣ ਗਿਆ, ਜਿਹਦੇ 'ਚ ਕੋਈ ਬੰਦਾ ਨਹੀਂ ਮਿਲੂਗਾ ਤੁਹਾਨੂੰ। ਤੁਸੀਂ ਉੱਥੇ ਜਾਓਗੇ ਸ਼ਾਪਿੰਗ ਸੈਂਟਰ 'ਚ, ਜੋ ਤੁਹਾਨੂੰ ਚਾਹੀਦਾ ਪਾਓ ਆਪਣੇ ਥੈਲੇ ਵਿੱਚ, ਜੋ ਹੈਗਾ ਕੰਪਿਊਟਰ 'ਤੇ ਪਾ ਦਿਓ ਅਤੇ ਉਹਦੇ ਵਿੱਚ ਪੇਮੈਂਟ ਕਰ ਦਿਓ, ਸਾਰਾ ਉਸੇ ਤਰ੍ਹਾਂ ਹੀ ਹੈਗਾ। ਹੋਰ ਕੋਈ ਕੰਟਰੀ ਹੋਵੇ ਤਾਂ ਲੁੱਟ ਕੇ ਲੈ ਜਾਣ, ਉੱਥੇ ਸਾਰੇ ਦਾ ਸਾਰਾ ਉਸੇ ਤਰ੍ਹਾਂ ਹੁੰਦਾ ਹੈ। ਔਰ ਅਮਰੀਕਾ 'ਚੋਂ ਬਹੁਤ ਲੋਕ ਇਸ ਤਰ੍ਹਾਂ ਸ਼ਿਫਟ ਕਰਨ ਦੀ ਯੋਜਨਾ ਬਣਾ ਰਹੇ ਆ ਕਿ ਅਸੀਂ ਉੱਥੇ ਜਾਵਾਂਗੇ, ਸਾਡਾ ਬੱਚੇ ਜਿਹੜੇ ਆਉਂਦੇ ਉੱਥੋਂ ਦੀ ਲੈਂਗੁਏਜ ਸਿੱਖ ਰਹੇ, ਨਾਲੇ ਅੰਗਰੇਜ਼ੀ ਸਿੱਖ ਰਹੇ। ਉਹਦੇ ਨਾਲ ਪੜ੍ਹਾਈ 'ਚ ਵੀ ਬੱਚੇ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਆ ਅਤੇ ਨਾਲ ਲੱਗਦਾ ਜਿਹੜੇ ਉਹਨਾਂ ਦੇਸ਼ਾਂ ਦੇ ਵਸਨੀਕ ਨੇ ਉਹ ਬਾਹਰਲੇ ਦੇਸ਼ਾਂ ਦੀ ਸੈਰ ਵੀ ਕਰ ਆਉਂਦੇ ਆ ਅਤੇ ਪੈਸਾ ਉਹਨਾਂ ਕੋਲ ਬੇਅੰਤ ਹੈਗਾ, ਕਿਉਂਕਿ ਜਿਹੜਾ ਡਾਲਰ ਹੈ ਮਹਿੰਗਾ ਹੈਗਾ ਅਤੇ ਉਹਦੇ ਨਾਲ ਇਹਨਾਂ ਦੀ ਦੂਸਰੀ ਪ੍ਰੋਬਲਮ ਹੈਗੀ, ਇਹਨਾਂ ਦੇ ਬੈਂਕਾਂ ਵੀ ਗਿਰਾਵਟ ਚਲੇ ਗਈਆਂ। ਜਿਸ ਤਰ੍ਹਾਂ ਆਪਾਂ ਅੱਗੇ ਇੱਕ ਬੈਂਕ ਦਾ ਗੱਲ ਕੀਤਾ ਹੈਗਾ, ਉਦੋਂ ਬਾਅਦ ਤੀਜੀ ਬੈਂਕ, ਫਿਰ ਇੱਕ ਹੋਰ ਬੈਂਕ ਆ, ਉਹ ਵੀ ਡਾਊਨ ਹੋ ਗਈ ਔਰ ਉਹਦੇ ਨਾਲ ਇਹ ਦੌੜ ਭੱਜ ਇੰਨੀ ਵੱਧ ਗਈ ਆ, ਇੰਨੇ ਲੋਕ ਉੱਥੋਂ ਨਿਕਲਦੇ ਜਾ ਰਹੇ ਆ। ਕੰਮ ਕਰਕੇ ਰਾਜੀ ਕੋਈ ਨਹੀਂ, ਨੰਬਰ 1। ਇਸ ਕਰਕੇ ਕਿ ਪੈਸਾ ਆ ਰਿਹਾ, ਉਹਨਾਂ ਕੋਲ ਸਹੂਲਤਾਂ ਆ ਰਹੀਆਂ ਗੌਰਮੈਂਟ ਦੀਆਂ ਵੀ। ਔਰ ਬਾਈਡਨ ਸਾਹਿਬ ਜਿਹੜਾ ਖੁੱਲ੍ਹੇ ਦਿਲ ਨਾਲ ਸਾਰਾ ਕੁਝ ਦੇ ਰਹੇ ਆ, ਉਹਨਾਂ ਨੇ ਕਹਿ ਦਿੱਤਾ ਕਿ ਜਿੱਥੇ ਵੀ ਜਿਹੜੇ ਪੜ੍ਹਾਈ ਕਰ ਰਹੇ ਬੱਚੇ, ਉਹਨਾਂ ਲਈ ਵੀ ਸਾਡੇ ਵੱਲੋਂ ਜਿਹੜੀ ਫੈਸਿਲਿਟੀ ਮਿਲੂਗੀ, ਉਹਨਾਂ ਨੂੰ ਮੈਡੀਕਲ ਫ੍ਰੀ ਹੈਗਾ, ਸਾਰਾ ਕੁਛ ਹੈਗਾ। ਅਤੇ ਬਾਕੀ ਦੇਸ਼ਾਂ 'ਚ ਇਹਨਾਂ ਚਲੇ ਗਏ। ਸਪੇਨ 'ਚ ਇਹਨਾਂ ਨੇ ਬਹੁਤ ਕਲੋਨੀਆਂ ਬਣਾ ਲਈਆਂ ਆਪਣੀਆਂ। ਸਪੇਨ ਦੇ ਵਿੱਚ ਜਿੱਥੇ ਤੁਸੀਂ ਬਾਹਰ ਕਦੀ ਨਿਕਲ ਕੇ ਵੇਖੋ, ਬੜੇ ਲੋਕ ਨੇ, ਉਹਨਾਂ ਨੇ ਦੱਸਿਆ ਕਿ ਇੱਥੇ ਅਮਰੀਕਨ ਆ ਕੇ ਵੱਸ ਗਿਆ ਸਾਰੇ। ਅਤੇ ਉਹਨਾਂ ਅਮਰੀਕਨ ਦੇ ਵਿੱਚ ਜਿਹੜਾ ਹੈਗਾ ਮਾਰਕੀਟਿੰਗ ਬੜੀ ਹੋਈ, ਸ਼ਾਪਿੰਗ ਸੈਂਟਰ ਇੰਨੇ ਖੁੱਲ੍ਹ ਗਏ ਆ, ਕਿਉਂਕਿ ਖਰੀਦੋ ਫਰੋਖਤ ਜ਼ਿਆਦਾ ਹੁੰਦੀ ਹੈ। ਜਦੋਂ ਕੋਈ ਬਾਹਰੋਂ ਪ੍ਰਵਾਸੀ ਲੋਕ ਆਉਂਦੇ ਆ ਨਾ, ਉਹ ਪਹਿਲਾਂ ਤਾਂ ਖਰੀਦਦਾਰੀ ਕਰਦੇ ਆ, ਘਰ ਦੇ ਲਈ ਜੋ ਚਾਹੀਦਾ ਉਹ ਉਹਨਾਂ ਨੂੰ ਖਾਣ ਪੀਣ ਲਈ ਉਹ ਲੈ ਕੇ ਉੱਥੋਂ ਵਰਤਦੇ ਆ। ਇਸ ਕਰਕੇ ਉੱਥੇ ਸ਼ਾਪਿੰਗ ਸੈਂਟਰ ਇੰਨੇ ਹੋ ਗਏ, ਖਰੀਦੋ ਫਰੋਖਤ ਜ਼ਿਆਦਾ ਵੱਧ ਗਈ, ਬਾਹਰਲੇ ਦੇਸ਼ਾਂ 'ਚ ਆ ਗਿਆ। ਖਾਸ ਤੌਰ 'ਤੇ ਖੰਨਾ ਜੀ, ਜੇ ਤੁਸੀਂ ਵੇਖੋਗੇ ਚਾਈਨਾ ਦੇ ਸ਼ਾਪਿੰਗ ਸੈਂਟਰ ਬਹੁਤ ਹੋਣਗੇ। ਉੱਥੇ ਵਹੀਕਲ ਵੀ ਉਹਨਾਂ ਦੀਆਂ ਆਪਣੀਆਂ, ਖਾਣ ਪੀਣ ਦਾ ਸਮਾਨ ਇਹ ਘੱਟੋ ਘੱਟ ਰੇਹੜੀਆਂ 'ਤੇ ਵੀ ਲੈ ਜਾਂਦੇ ਆ, ਰੈਸਟੋਰੈਂਟ ਵੀ ਇਹਨਾਂ ਦੇ ਹੈਗੇ ਆ। ਗੱਲ ਇੰਨੀ ਕੀ ਹੈ ਕਿ ਪੈਟਰੀਓਟਿਜ਼ਮ ਕਿੱਥੇ ਹੈਗਾ। ਅਸੀਂ ਕਈ ਵਾਰ ਦੇਖਦੇ ਹਾਂ ਕਿ ਭਾਰਤ ਦਾ ਮਾਲ ਕਈ ਕੰਟਰੀਆਂ ਦੇ ਵਿੱਚ ਜਾਂਦਾ ਹੈ, ਅਸੀਂ ਇੱਥੋਂ ਐਕਸਪੋਰਟ ਕਰਦੇ ਹਾਂ, ਉਹ ਇੰਪੋਰਟ ਕਰਦੇ ਨੇ, ਪਰ ਉੱਥੇ ਜਾ ਕੇ ਉਹ ਮਾਲ ਵਿਕਦਾ ਨਹੀਂ ਇੰਨਾ, ਕਿਉਂਕਿ ਉੱਥੋਂ ਦੇ ਲੋਕ ਪੈਟਰੀਓਟ ਨੇ, ਦੇਸ਼ ਭਗਤ ਨੇ, ਉਹ ਆਪਣੇ ਹੀ ਦੇਸ਼ ਦੇ, ਆਪਣੇ ਹੀ ਮੁਲਕ ਦੀਆਂ ਬਣੀਆਂ ਹੋਈਆਂ ਕੰਪਨੀਆਂ ਦਾ ਮਾਲ ਖਰੀਦਣਾ ਪਸੰਦ ਕਰਦੇ ਨੇ। ਔਰ ਸਾਡੇ ਭਾਰਤ ਵਿੱਚ ਦੇਖੋ, ਜੇ ਇੱਥੇ ਕੋਈ ਮਤਲਬ ਕਿਤੋਂ ਵੀ ਕੋਈ 2% ਵੀ ਸਾਨੂੰ ਘੱਟ ਰੇਟ 'ਤੇ ਮਿਲੇ, ਉਹ ਕਿਸੇ ਵੀ ਕੰਟਰੀ ਦਾ ਹੋਵੇ, ਅਸੀਂ ਉਹ ਲੈ ਲਾਂਗੇ, ਭਾਰਤ ਦਾ ਮਾਲ ਛੱਡ ਦਾਂਗੇ। ਬਿਜ਼ਨਸਮੈਨ ਇੱਥੋਂ ਤੱਕ ਹੈ, ਇੱਥੋਂ ਤੱਕ ਕਿ ਜਿਹੜੀਆਂ ਬਾਹਰ ਵਿਦੇਸ਼ੀ ਕੰਪਨੀਆਂ ਨੇ, ਭਾਰਤ ਤੋਂ ਕੋਈ ਰॉ ਮਟੀਰੀਅਲ ਵੀ ਮੰਗਵਾਉਣਾ ਹੈ ਜਦੋਂ, ਤਾਂ ਉੱਥੋਂ ਦੀਆਂ ਕੰਪਨੀਆਂ ਦੀ ਕੋਸ਼ਿਸ਼ ਇਹ ਹੁੰਦੀ ਕਿ ਉਹ ਉਹਨਾਂ ਦਾ ਸਪਲਾਇਰ ਉਸੇ ਕੰਟਰੀ ਦਾ ਹੋਵੇ, ਉਹ ਇੰਡੀਆ ਨੂੰ ਸਪਲਾਇਰ ਵੀ ਨਹੀਂ ਬਣਨ ਦਿੰਦੇ ਕਈ ਥਾਵਾਂ ਦੇ ਉੱਤੇ। ਪਰ ਸਾਡੇ ਕੰਟਰੀ 'ਚ ਬਿਜ਼ਨਸਮੈਨ ਦਾ ਇਹ ਕਰੈਕਟਰ ਹੈ ਕਿ ਜਿੱਥੋਂ 2 ਪੈਸੇ ਬਚਦੇ ਹੋਣ, ਉਹ ਭਾਵੇਂ ਚਾਈਨਾ ਦਾ ਮਾਲ ਹੋਵੇ, ਭਾਵੇਂ ਕਿਸੇ ਹੋਰ ਕੰਟਰੀ ਦਾ ਮਾਲ ਹੋਵੇ, ਉਹ ਲੈ ਲੈਣਗੇ। ਆਮ ਬੰਦਾ ਵੀ ਇਹੀ ਕਰੇਗਾ ਕਿਉਂਕਿ 2 ਪੈਸੇ ਬਚਦੇ ਪਏ ਨੇ। ਇਸ ਕਰਕੇ ਇਹ ਵੀ ਇੱਕ ਇੰਡੀਅਨ ਇਕੋਨਮੀ ਨੂੰ ਸੱਟ ਪੈਂਦੀ ਹੈ, ਮਹਿੰਗਾਈ ਵੱਧਦੀ ਹੈ। ਇੱਥੇ ਵੀ ਮਹਿੰਗਾਈ ਵਧਣ ਦਾ ਇਹੀ ਕਾਰਨ ਹੈ। ਔਰ ਅਮਰੀਕਾ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਕਈ ਵਿਦੇਸ਼ੀ ਕੰਪਨੀਆਂ ਉੱਥੇ
ਵਪਾਰ ਕਰਦੀਆਂ ਪਈਆਂ ਨੇ, ਠੀਕ ਹੈ ਨਾ। ਤੁਸੀਂ ਕਈ ਵਾਰ ਇੰਡੀਆ ਦੀ ਕੰਪਨੀਆਂ ਦਾ ਬਣਿਆ ਹੋਇਆ ਮਾਲ ਉੱਥੇ ਖਰੀਦੋਗੇ, ਖਾਸ ਕਰਕੇ ਕੱਪੜੇ ਹੋ ਗਏ, ਇਹ ਚੀਜ਼ਾਂ, ਇਲੈਕਟ੍ਰੋਨਿਕ ਮਾਲ ਚਾਈਨਾ ਦਾ ਹੋ ਗਿਆ, ਮਤਲਬ ਇਹ ਚੀਜ਼ਾਂ ਵੀ ਉੱਥੇ ਦੇਖਣ ਨੂੰ ਮਿਲਦੀਆਂ ਨੇ। ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਆਪਣੀ ਕੰਟਰੀ ਦੀ ਬਣੀ ਹੋਈ ਚੀਜ਼ ਨੂੰ ਆਪਣੇ ਹੀ ਦੇਸ਼ ਦੇ ਵਿੱਚ ਆਪ ਖਰੀਦੋ, ਤਾਂ ਉਹ ਸਾਰਾ ਪੈਸਾ ਤੁਹਾਡੀ ਇੰਡੀਅਨ ਇਕਨੋਮੀ ਨੂੰ ਸਪੋਰਟ ਕਰੇਗਾ। ਕਿਉਂਕਿ ਜੇ ਵਿਦੇਸ਼ੀ ਕੰਪਨੀ ਦਾ ਮਾਲ ਖਰੀਦੋਗੇ ਤਾਂ ਉਹ ਪੈਸਾ ਤਾਂ ਵਿਦੇਸ਼ ਜਾ ਰਿਹਾ ਤੇ ਅਸੀਂ ਦੇਖੋ ਮਤਲਬ ਹਰ ਮਾਮਲੇ ਦੇ ਵਿੱਚ ਅਸੀਂ ਮਤਲਬ ਦੋ ਪੈਸੇ ਬਚਾਉਣ ਦੇ ਚੱਕਰ ਦੇ ਵਿੱਚ ਕਈ ਵਾਰ ਇਹਦਾ ਲੌਂਗ ਟਰਮ ਜਿਹੜਾ ਨਤੀਜਾ ਇਹ ਹੁੰਦਾ ਕਿ ਸਾਡੀ ਆਪਣੀ ਇਕਨੋਮੀ ਜਿਹੜੀ ਹੈ ਕਮਜ਼ੋਰ ਪੈ ਜਾਂਦੀ ਹੈ, ਮਾਰ ਖਾ ਜਾਂਦੀ ਹੈ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਪੈਟਰੋਟਿਜ਼ਮ ਦੀ, ਦੇਸ਼ ਭਗਤੀ ਦੀ ਗੱਲ ਕੀਤੀ ਹੈ, ਮਹਾਤਮਾ ਗਾਂਧੀ ਜੀ ਤੋਂ ਬੜੀ ਚੱਲੀ ਗੱਲ ਹੈ। ਜਦੋਂ ਕਿ ਅੰਗਰੇਜ਼ ਇੱਥੇ ਬੈਠੇ ਸੀਗੇ, ਬ੍ਰਿਟਿਸ਼ ਹਕੂਮਤ ਸੀਗੀ, ਉਹਨਾਂ ਨੇ ਕਿਹਾ ਸੀਗਾ ਕਿ ਜੇ ਭਾਰਤ ਛੱਡੋ ਅੰਦੋਲਨ ਦਾ ਇੱਕ ਨਾਰਾ ਸੀਗਾ, ਉਹਦੇ ਵਿੱਚ ਦੂਜਾ ਸੀਗਾ ਸੈਮਨ ਗੋ ਬੈਕ 1928 'ਚ, ਜਦੋਂ ਅੰਗਰੇਜ਼ ਆਏ ਸੈਮਨ ਕਮਿਸ਼ਨ ਲੈ ਕੇ, ਇਹਨਾਂ ਨੇ ਕਿਹਾ ਸੀਗਾ ਤੁਸੀਂ ਚੀਜ਼ਾਂ ਆਪਣੀਆਂ ਬਣਾਓ, ਇਹਨਾਂ ਦੀਆਂ ਚੀਜ਼ਾਂ ਬਣੀਆਂ ਨਾ ਲਾਓ, ਕਿਉਂਕਿ ਈਸਟ ਇੰਡੀਆ ਕੰਪਨੀ ਨੇ ਪਹਿਲਾਂ ਸਾਡੇ 'ਤੇ ਕਬਜ਼ਾ ਕਰ ਲਿਆ ਆਪਣੀਆਂ ਚੀਜ਼ਾਂ ਵੇਚ ਕੇ। ਚਾਹ ਦੀ ਜਿਹੜੀ ਗੰਦੀ ਆਦਤ ਸੀ ਇੱਥੇ ਪੰਜਾਬ 'ਚ ਜਾਂ ਹਿੰਦੁਸਤਾਨ 'ਚ ਇਹਨਾਂ ਨੇ ਫੈਲਾਈ ਆ, ਕਿਉਂਕਿ ਪਹਿਲਾਂ ਤਾਂ ਲੋਕ ਲੱਸੀ ਪੀਂਦੇ ਸੀ, ਦੁੱਧ ਪੀਂਦੇ ਸੀ, ਨਰੋਏ ਸੀਗੇ, ਪਰ ਉਹਨਾਂ ਨੇ ਆ ਕੇ ਨਸ਼ੇ ਵੀ ਇੱਥੇ ਸ਼ੁਰੂ ਕਰਤੇ। ਚਾਹ ਵੀ ਇੱਕ ਨਸ਼ਾ ਸੀਗਾ, ਉਹ ਵੀ ਸ਼ੁਰੂ ਹੋ ਗਿਆ ਈਸਟ ਇੰਡੀਆ ਕੰਪਨੀ ਦੀਆਂ ਗੱਲਾਂ। ਫਿਰ ਇਹਨਾਂ ਨੇ ਆਪ ਚਰਖਾ ਕੱਤਿਆ ਮਹਾਤਮਾ ਗਾਂਧੀ ਨੇ। ਇਹਦਾ ਮਤਲਬ ਇਹਦੇ ਪਿੱਛੇ ਸੀਗਾ ਕਿ ਮੈਂ ਚਰਖਾ ਕੱਤ ਕੇ ਅਤੇ ਖੱਦਰ ਬਣਾਊਂਗਾ, ਖੱਦਰ ਦੀ ਧੋਤੀ ਜਾਂ ਉਹਦੇ ਬਣਾਉਣ ਲਈ ਕੱਪੜੇ ਉਹ ਮੈਂ ਕਰੂੰਗਾ, ਅਤੇ ਬੀ ਇੰਡੀਅਨ ਬਾਈ ਇੰਡੀਅਨ, ਭਾਰਤੀ ਬਣੋ ਅਤੇ ਭਾਰਤ ਦਾ ਹੀ ਖਰੀਦੋ, ਇਹ ਉਹਨਾਂ ਦਾ ਨਾਅਰਾ ਸੀਗਾ। ਔਰ ਉਦੋਂ ਬਾਅਦ ਲੋਕਾਂ ਕੋਲ ਇੰਡਸਟਰੀ ਆ ਗਈ, ਇੰਡਸਟਰੀ ਆਉਣ ਨਾਲ ਸਾਰਾ ਚੀਜ਼ਾਂ ਉੱਤੇ ਬਣ ਲੱਗ ਪਈਆਂ, ਖੱਡੀਆਂ ਹੱਥ ਨਾਲ ਖੱਡੀਆਂ ਖਤਮ ਹੋ ਗਈਆਂ। ਫਿਰ ਚੀਜ਼ਾਂ ਜਿਹੜੀਆਂ ਮਹਿੰਗੀਆਂ ਤਾਂ ਹੋ ਗਈਆਂ, ਪਰ ਉਨੀਆਂ ਮਜ਼ਬੂਤ ਨਹੀਂ ਹੋਈਆਂ ਜਿਹੜੀਆਂ ਆਪ ਬੁਣਦੇ ਸੀ ਲੋਕ, ਸਾਰੇ ਆਪਣੇ ਹੱਥਾਂ ਨਾਲ ਬੁਣ ਕੇ ਅਤੇ ਕੱਪੜੇ ਪਾਉਂਦੇ ਸੀ। ਉਦੋਂ ਪੈਸਾ ਤਾਂ ਇੰਨਾ ਨਹੀਂ ਸੀ ਖੰਨਾ ਜੀ, ਪਰ ਫਿਰ ਵੀ ਲੋਕਾਂ 'ਚ ਮਜ਼ਬੂਤੀ ਸੀ, ਘੱਟੋ ਘੱਟ ਸਰੀਰ ਦਾ ਖਿਆਲ ਰੱਖਦੇ ਸੀ। ਹੁਣ ਲੋਕ ਕੱਪੜੇ ਦਾ ਖਿਆਲ ਰੱਖਦੇ ਆ। ਉਹ ਕਹਿੰਦੇ ਵੀ ਅੱਗੇ ਲੋਕਾਂ ਨੂੰ ਇਹ ਆਦਤ ਹੁੰਦੀ ਸੀ ਪਿੰਡਾਂ 'ਚ ਵੀ ਪੈਸੇ ਚਾਰ ਆ ਗਏ, ਅਤੇ ਜਦੋਂ ਵਿਸਾਖ ਦਾ ਮਹੀਨਾ ਆ ਗਿਆ, ਵਿਸਾਖ ਦੇ ਮਹੀਨੇ 'ਚ ਕਣਕਾਂ ਕੱਟੀਆਂ, ਪੈਸਾ ਆ ਗਿਆ, ਗਾਈਆਂ ਕਣਕਾਂ ਫਲੇ ਵਾਹੇ ਅਤੇ ਕਣਕਾਂ ਮੰਡੀ 'ਚ ਭੇਜੀਆਂ, ਫਿਰ ਕੱਪੜੇ ਪਾਏ ਟੈਰਾਲੀਨ, ਅਤੇ ਉਹਦੇ 'ਚ 100 ਦਾ ਨੋਟ ਪਾ ਲਿਆ ਵੀ ਲੋਕਾਂ ਨੂੰ ਦੱਸੇ, ਥੱਲੇ ਭਾਵੇਂ ਬਣਾਉਣੀ ਨਹੀਂ ਪਾਈ, 100 ਦਾ ਨੋਟ ਪਾਇਆ, ਅਤੇ ਹਾੜ ਦੇ ਮਹੀਨੇ 'ਚ ਵਿਆਹ ਵੇਖਣ ਜਾ ਰਹੇ, ਫਿਰ ਲੋਕਾਂ ਨੂੰ ਪਤਾ ਲੱਗੇ ਇੱਕ ਰੁਮਾਲ ਨਾਲ ਪਾਇਆ, ਨਾਲ ਪੈਸੇ ਪਾਏ ਆ, ਫਿਰ ਲੋਕਾਂ ਨੂੰ ਪਤਾ ਇਹ ਪੈਸੇਦਾਰ ਆ, ਮਾਲਦਾਰ ਸਾਮੀ ਹੈ। ਇਸ ਤਰ੍ਹਾਂ ਦੀਆਂ ਗੱਲਾਂ ਵੀ ਪੰਜਾਬ 'ਚ ਬਿਲਕੁਲ ਹੁੰਦੀਆਂ। ਅਤੇ ਇਹ ਹੁਣ ਉਹ ਗੱਲ ਆ ਕਿ ਪੰਜਾਬ ਦੇ ਲੋਕ ਭਾਵੇਂ ਥੋੜ੍ਹੇ ਜਿਹੇ ਸੁਧਰ ਗਏ ਅਤੇ ਅਮਰੀਕਾ 'ਚ ਫਿਰ ਇਹੋ ਚੜ੍ਹੋ ਖੱਤੀ, ਮਤਲਬ ਇਹੀ ਚੀਜ਼ਾਂ ਨੇ, ਆਪਣਾ ਦੇਸ਼ ਛੱਡ ਕੇ ਆ ਗਏ। ਦਿਖਾਵਾ। ਤੁਹਾਡੀ ਗੱਲ ਬਿਲਕੁਲ ਸਹੀ ਸੀ ਕਿ ਆਪਣਾ ਦੇਸ਼, ਆਪਣੀ ਧਰਤੀ ਨੂੰ ਛੱਡ ਕੇ ਜਦੋਂ ਜਾਣਾ ਵਾ, ਤੁਹਾਡੇ ਵਿੱਚੋਂ ਆਪਣੇ ਦੇਸ਼ ਦਾ ਆਪਣਾਪਨ, ਆਪਣੀ ਮਿੱਟੀ ਦਾ ਪਿਆਰ ਮੁਹੱਬਤ ਖਤਮ। ਬਿਲਕੁਲ। ਕਈ ਵਾਰ ਆਪਾਂ ਜੇ ਇਤਿਹਾਸ ਦੇਖੀਏ ਨਾ ਤਾਂ ਜਾਪਾਨ ਦੇ ਲੋਕ ਬਹੁਤ ਜ਼ਿਆਦਾ ਪੈਟਰੀਓਟ ਮੰਨੇ ਜਾਂਦੇ ਨੇ, ਦੇਸ਼ ਭਗਤ। ਸੈਕੰਡ ਵਰਲਡ ਵਾਰ ਦੇ ਵਿੱਚ ਉਹਨਾਂ ਦਾ ਖਾਸ ਯੋਗਦਾਨ ਹੈ, ਜਿਹੜਾ ਇੰਗਲੈਂਡ ਦਾ ਬੇੜਾ ਉਹਨਾਂ ਨੇ ਡੁਬੋਇਆ ਸੀ, ਉਹ ਵੀ ਖਾਸ ਇੱਕ ਘਟਨਾ ਹੋਈ ਹੈ, ਤਾਂ ਉਹ ਪੈਟਰੀਓਟਿਜ਼ਮ ਬਹੁਤ ਮੰਨਦੇ ਆ। ਪਰ ਅੱਜ ਦੀ ਡੇਟ ਦੇ ਵਿੱਚ ਜਾਪਾਨੀ ਮੁੰਡੇ, ਯੰਗ ਜਨਰੇਸ਼ਨ ਆਰਮੀ ਦੇ ਵਿੱਚ ਨਹੀਂ ਆਉਣਾ ਚਾਹੁੰਦੇ। ਜਾਪਾਨ ਦੀ ਆਰਮੀ ਦੇ ਵਿੱਚ ਇਹ ਦਿੱਕਤ ਪੈਦਾ ਹੋ ਗਈ ਹੈ ਕਿ ਨਫਰੀ ਪੂਰੀ ਨਹੀਂ ਹੁੰਦੀ, ਗਿਣਤੀ ਪੂਰੀ ਨਹੀਂ ਹੁੰਦੀ, ਕਿਉਂਕਿ ਨੌਜਵਾਨ ਜੁਆਇਨ ਹੀ ਨਹੀਂ ਕਰਨਾ ਚਾਹੁੰਦੇ ਆਰਮੀ। ਉਹ ਆਪਣੀ ਜ਼ਿੰਦਗੀ ਆਪ ਜਿਉਣਾ ਚਾਹੁੰਦੇ ਨੇ, ਸ਼ਾਂਤੀ ਨਾਲ, ਪੀਸਫੁਲੀ ਆਪਣੀ ਜ਼ਿੰਦਗੀ ਨਾਲ ਮਤਲਬ ਹੈ ਉਹਨਾਂ ਨੂੰ। ਉਹ ਐਟੀਟਿਊਡ ਬਦਲ ਚੁੱਕਾ। ਚਲੋ ਆਪਾਂ ਅੱਗੇ ਵਧਦੇ ਹਾਂ, ਕਿਉਂਕਿ ਸਮੇਂ ਦੇ ਨਾਲ ਦੇ ਸਭ ਕੁਝ ਬਦਲਾਅ ਆਉਂਦਾ। ਅਗਲੀ ਜਨਰੇਸ਼ਨ ਹੈ ਨਾ, ਆਪਾਂ ਹੁਣ ਗੱਲ ਕਰਦੇ ਹਾਂ ਪੁਰਾਣੇ ਯੁੱਗ ਦੀ, ਜਦੋਂ ਮਹਾਤਮਾ ਗਾਂਧੀ ਜੀ ਇੱਥੇ ਸੀਗੇ, ਰਾਸ਼ਟਰਪਿਤਾ ਸੀਗੇ, ਉਹ ਜਿੰਦੇ ਸੀ, ਉਹਨਾਂ ਨੇ ਦੇਸ਼ ਨੂੰ ਚਲਾਇਆ, ਵਾਗਡੋਰ ਉਹਨਾਂ ਦੇ ਹੱਥ ਵਿੱਚ ਸੀਗੀ। ਹੁਣ ਜ਼ਮਾਨਾ ਬਦਲ ਗਿਆ, ਕਈ ਪੁਸ਼ਤਾਂ ਅੱਗੇ ਆ ਗਏ ਆ, ਹਰ ਬੱਚੇ ਦੀ ਨਵੀਂ ਸੋਚ ਹੁੰਦੀ ਆ, ਨਵਾਂ ਸੋਚ, ਨਵਾਂ ਸਾਰਾ ਦਿਨ ਜਿਹੜੇ ਉਹਨਾਂ ਦੇ ਤਰੀਕੇ ਨਾਲ ਚੜ੍ਹਦੇ ਆ, ਉਹਨਾਂ ਨਾਲ ਹੀ ਛਿਪਦੇ ਆ। ਉਹਨਾਂ ਨੇ ਸਾਰਾ ਕੁਝ ਰਾਜ ਭਾਗ ਚਲਾਉਣ ਦਾ ਉਹਨਾਂ ਦੇ ਹੱਥ ਵਿੱਚ ਆ ਗਿਆ। ਬਲਕਾਰ ਜੀ, ਹੁਣ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਅਮਰੀਕਾ ਤੋਂ ਸਿੱਧਾ ਪੰਜਾਬ ਆਉਂਦੇ ਹਾਂ। ਜ਼ਰੂਰ। ਸੋ ਪੰਜਾਬ ਦੇ ਮਾਹੌਲ ਦੀ ਗੱਲ ਕਰਦੇ ਹਾਂ ਨਾ, ਫਿਰ ਦੁਬਾਰਾ ਆਪਣੀ ਧਰਤੀ ਤੇ ਆ ਗਏ, ਔਰ ਪੰਜਾਬ ਦੇ ਵਿੱਚ ਮਾਹੌਲ ਥੋੜਾ ਟੈਨਸ਼ਨ ਵਾਲਾ ਚੱਲਦਾ ਪਿਆ ਹੈ। ਅੰਮ੍ਰਿਤਪਾਲ ਸਿੰਘ, ਉਹਨਾਂ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਹੈ ਸਰਕਾਰ ਵੱਲੋਂ, ਤੇ ਸੁਰੱਖਿਆ ਬਲਾਂ ਦਾ ਫਲੈਗ ਮਾਰਚ ਪੰਜਾਬ ਦੇ ਵਿੱਚ ਚੱਲਦਾ ਪਿਆ। ਤਾਂ ਇਸ ਵਕਤ ਹਜੇ ਸਿਚੁਏਸ਼ਨ ਕਲੀਅਰ ਨਹੀਂ ਹੋ ਰਹੀ ਕਿ ਕੀ ਹਾਲਾਤ ਬਣੇ ਹੋਏ ਨੇ। ਇਸ ਕਰਕੇ ਲੋਕ ਕੁਝ ਕਨਫਿਊਜ਼ਨ ਦੇ ਵਿੱਚ ਵੀ ਨੇ, ਕੁਝ ਪ੍ਰੈਸ਼ਰ ਵੀ ਫੀਲ ਕਰਦੇ ਪਏ ਨੇ ਪੰਜਾਬ ਦੇ ਹਾਲਾਤ ਨੂੰ ਲੈ ਕੇ। ਹਾਲਾਂਕਿ ਸਰਕਾਰ ਵੱਲੋਂ ਪੂਰੀ ਅਪੀਲ ਕੀਤੀ ਜਾ ਰਹੀ ਹੈ ਕਿ ਬਿਲਕੁਲ ਘਬਰਾਉਣ ਦੀ ਲੋੜ ਨਹੀਂ, ਹਰ ਚੀਜ਼ ਅੰਡਰ ਕੰਟਰੋਲ ਹੈ, ਤੁਸੀਂ ਆਪਣੇ ਘਰਾਂ 'ਚ ਸੁਰੱਖਿਅਤ ਹੋ ਅਤੇ ਓਨਾ ਹੀ ਬਾਹਰ ਨਿਕਲੋ ਜਿੰਨਾ ਕੰਮ 'ਤੇ ਜਾਣ ਵਾਸਤੇ ਜ਼ਰੂਰੀ ਹੈ। ਇੱਧਰ ਉੱਧਰ ਫਿਰਨਾ, ਇੱਧਰ ਉੱਧਰ ਘੁੰਮਣਾ ਹਜੇ ਕੁਝ ਦਿਨਾਂ ਵਾਸਤੇ ਤੁਸੀਂ ਗੁਰੇਜ਼ ਕਰੋ, ਅਤੇ ਇੰਟਰਨੈੱਟ ਸੇਵਾਵਾਂ ਹਜੇ ਵੀ ਬੰਦ ਨੇ। ਹਾਂ, ਪੰਜਾਬ ਵਿੱਚ ਇਹ 2 ਦਿਨ ਪਹਿਲੇ ਜਦੋਂ ਇਹ ਵਾਕਿਆ ਹੋਇਆ, ਜੋ ਘਟਨਾਵਾਂ ਹੋਈਆਂ, ਇਹਦੇ ਵਿੱਚ ਸੜਕਾਂ ਵੀ ਬੰਦ ਹੋਈਆਂ, ਨਾਕੇ ਵੀ ਲੱਗ ਗਏ, ਔਰ ਅਚਾਨਕ ਇਹ ਖਬਰ ਆ ਗਈ ਕਿ ਅੰਮ੍ਰਿਤਪਾਲ ਨੂੰ ਇਹਨਾਂ ਨੇ ਅਰੈਸਟ ਕਰ ਲਿਆ। ਪਰ ਫਿਰ ਬਾਅਦ 'ਚ ਇਹਨਾਂ ਨੇ ਕਹਿਤਾ ਕਿ ਅਰੈਸਟ ਨਹੀਂ ਹੋਇਆ, ਉਹਦੇ ਨਾਲ ਦੇ ਅਰੈਸਟ ਹੋਇਆ 7 ਮੁੰਡੇ। ਇਹ ਨਕੋਦਰ ਦੇ ਨਾਲ ਪਿੰਡ ਸੀਗਾ ਜਿੱਥੋਂ ਉਹਨਾਂ ਨੂੰ ਫੜਿਆ। ਉਹਨਾਂ ਦੀ ਗੱਡੀ ਮਸਤੀ ਦੀ ਜਿਹੜੀ ਆ ਉਹ ਵੀ ਫੜੀ ਹੋ ਚੁੱਕਿਆ, ਕਿ ਵੈਪਨ ਵੀ ਹੈਗੇ ਸੀਗੇ, ਔਰ ਕਈ ਕੁਛ ਇਹਨਾਂ ਨੇ ਕਿਹਾ।
ਔਰ ਅਖਬਾਰਾਂ ਇਹ ਵੀ ਕਹਿ ਰਹੀਆਂ ਕਿ ਜਦੋਂ ਉਹਨਾਂ ਨੂੰ ਫੜਨ ਗਏ ਆ ਔਰ ਉਦੋਂ ਵਿੱਚੋਂ ਇਹ ਜਦੋਂ ਆਏ ਆ ਫੜਨ ਲਈ ਤੇ ਉਹ ਅੱਗੇ ਸੀ ਖੜ੍ਹੇ, ਅਤੇ ਜਦੋਂ ਉਹਨਾਂ ਨੇ ਵੇਖਿਆ ਵੀ ਅੱਗੇ ਨਾਕਾ ਲੱਗਾ, ਪੁਲਿਸ ਤੁਰੀ ਆ ਰਹੀ ਹੈ, ਫਿਰ ਉਹਨਾਂ ਨੇ ਗੱਡੀ ਮੋੜ ਲਈ। ਬਾਕੀ ਮੁੰਡੇ ਜਿਹੜੇ ਸੀ ਉਹਨਾਂ ਨੇ ਗੱਡੀਆਂ ਅੱਗੇ ਲਾ ਕੇ ਪੁਲਿਸ ਦੀ ਜਿਹੜੀ ਕਾਰਵਾਈ ਨੂੰ ਰੋਕ ਲਿਆ। ਉਨੀ ਦੇਰ ਤੱਕ ਅੰਮ੍ਰਿਤਪਾਲ ਨਿਕਲ ਗਏ ਉਹ ਦੂਜੇ ਪਾਸੇ। ਔਰ ਇਹਦੇ ਵਿੱਚ ਅਜੇ ਕੋਈ ਇਸੇ ਤਰ੍ਹਾਂ ਦਾ ਸ਼ੰਕਾ ਬਣਿਆ ਹੋਇਆ ਗੌਰਮੈਂਟ ਦੇ ਵਿੱਚ ਵੀ ਆ, ਪੰਜਾਬ ਪੁਲਿਸ ਵੀ ਆ, ਅਜੇ ਕਲੀਅਰ ਨਹੀਂ ਹੈਗਾ ਕਿ ਉਹਨਾਂ ਨੂੰ ਅਰੈਸਟ ਕੀਤਾ ਜਾਂ ਨਹੀਂ ਕੀਤਾ। ਪਰ ਉਹਨਾਂ ਦੇ ਫਾਦਰ ਨੇ ਕਹਿਤਾ, ਉਹਨਾਂ ਦੇ ਫਾਦਰ ਤਰਸੇਮ ਸਿੰਘ ਨੇ, ਸਰਦਾਰ ਤਰਸੇਮ ਸਿੰਘ, ਇਹ ਪਿੰਡ ਇਹਨਾਂ ਦਾ ਜਲੂਪੁਰ ਖੈੜਾ ਵਾ, ਰਈਏ ਦੇ ਬਿਲਕੁਲ ਨਾਲ, ਨਹਿਰ ਦੇ ਕੰਢੇ 'ਤੇ ਪਿੰਡ ਆ। ਉਸ ਪਿੰਡ ਨੂੰ ਵਿੱਚ ਨਾਕਾ ਲਾਤਾ ਇਹਨਾਂ ਨੇ, ਉਸ ਪਿੰਡ ਨੂੰ ਸੀਲ ਕਰ ਦਿੱਤਾ। ਔਰ ਉਹਦੇ ਪਿੰਡ ਵਿੱਚ ਇਹਨਾਂ ਨੂੰ ਸ਼ੱਕ ਸੀਗਾ ਕਿ ਸ਼ਾਇਦ ਉਸ ਪਿੰਡ 'ਚ ਨਾ ਲੁਕਿਆ ਹੋਵੇ, ਪਰ ਉਹਦੇ ਫਾਦਰ ਨੇ ਕਹਿਤਾ ਵੀ ਇੱਥੇ ਨਹੀਂ ਆਇਆ। ਉਹਦੇ ਮਦਰ, ਉਹਦੇ ਫਾਦਰ, ਉਹਦਾ ਸਾਰਾ ਪਰਿਵਾਰ, ਅਤੇ ਉਹਨਾਂ ਨੂੰ ਸੀਲ ਕੀਤਾ। ਅਤੇ ਫਾਦਰ ਉਹਦੇ ਨੇ ਕਹਿਤਾ ਵੀ ਨਹੀਂ, ਉਹਨੂੰ ਅਰੈਸਟ ਕਰ ਲਿਆ ਇਹਨਾਂ ਨੇ। ਕਦੀ ਕਹਿ ਰਹੇ ਵੀ ਨੇਪਾਲ ਚਲ ਗਿਆ। ਅੱਜ ਦੀ ਨਿਊਜ਼ ਹੈਗੀ ਉਹਦੇ ਵਿੱਚ ਵੀ ਅਸਾਮ ਦਾ ਜਿਹੜਾ ਡਿਬਰੂਗੜ੍ਹ, ਉੱਥੇ 7 ਬੰਦੇ ਹੋਰ ਅਰੈਸਟ ਕੀਤੇ ਇਹਦੇ ਨਾਲ ਦੇ ਜਿਹੜੇ ਖੜ੍ਹੇ ਸੀ ਉੱਥੇ। ਇਹਨਾਂ ਨੂੰ ਸ਼ੱਕ ਸੀ ਸ਼ਾਇਦ ਉੱਥੇ ਹੋਵੇ, ਅਸਾਮ 'ਚ ਭੱਜ ਗਿਆ ਹੋਵੇ। ਫਿਰ ਕਦੀ ਕਹਿੰਦੇ ਫਰਾਂਸ 'ਚ, ਕਦੀ ਕੈਨੇਡਾ 'ਚ, ਪਰ ਅਜੇ ਨੋਨ ਅਵੇਲੇਬਿਲਟੀ ਹੈ। ਭੰਗੜਾ ਇਹਨਾਂ ਨੂੰ ਡਿਕਲੇਅਰ ਕਰਤਾ ਅਫੈਂਡਰ, ਮਤਲਬ ਵੀ ਇੱਥੋਂ ਦੌੜ ਗਿਆ। ਹੁਣ ਜਦੋਂ ਵੀ ਕਿਤੇ ਇਹਨਾਂ ਦਾ ਲੱਗਿਆ ਤਾਂ ਅਰੈਸਟ ਕਰ ਲੈਣਗੇ ਜਾਂ ਕਲੀਅਰ ਕਰ ਦੇਣਗੇ। ਅਜੇ ਤੱਕ ਪੁਲਿਸ ਫਲੈਗ ਮਾਰਚ ਕਰ ਰਹੀ ਹੈ, ਉਹਦੇ ਪਿੱਛੇ ਲੱਗੀ ਹੈ। ਹਰ TV ਚੈਨਲ 'ਤੇ ਅੰਮ੍ਰਿਤਪਾਲ ਦੀ ਖਬਰ ਆ ਰਹੀ ਹੈ, ਬਾਕਾਇਦਾ ਤੌਰ 'ਤੇ ਪ੍ਰਿੰਟ ਮੀਡੀਆ 'ਤੇ ਹਰ ਅਖਬਾਰ ਦਾ ਜਿਹੜਾ ਪਹਿਲਾ ਪੰਨਾ ਉਹ 'ਚ ਅੰਮ੍ਰਿਤਪਾਲ ਨਾਲ ਹੀ ਭਰਿਆ, ਉਦੋਂ ਅੱਗੇ ਵੀ। ਔਰ ਇਸ ਤੋਂ ਬਾਅਦ ਕੱਲ੍ਹ ਹੀ ਸਿੱਧੂ ਮੂਸੇਵਾਲ ਦੀ ਬਰਸੀ ਸੀਗੀ, ਉਹਨਾਂ ਦੇ ਆਪਣੀ ਪਿੰਡ ਦੇ ਵਿੱਚ ਮੂਸੇਵਾਲੀ, ਔਰ ਉੱਥੇ ਉਹਨਾਂ ਦਾ ਬੁੱਤ ਪਰਦਾ ਵੀ ਢਾਉਣਾ ਸੀਗਾ। ਉਹਦਾ 1 ਸਾਲ ਦੇ ਕਰੀਬ ਹੋ ਗਿਆ ਉਹਨਾਂ ਨੂੰ। ਅਤੇ ਉਹਦੇ ਵਿੱਚ ਇਹਨਾਂ ਦੇ ਫਾਦਰ ਬਲਕੌਰ ਸਿੰਘ ਨੇ ਵੀ ਕਿਹਾ ਕਿ ਜਿਹੜਾ ਇਹ ਪਹਿਲਾਂ ਤਾਂ ਪੰਜਾਬ ਗੌਰਮੈਂਟ ਨੂੰ ਇਹ ਨਹੀਂ ਸੀ ਕਰਨਾ ਚਾਹੀਦਾ ਕਿ ਡਿਕਲੇਅਰ ਜਾਂ ਉਹਦੇ ਮਗਰ ਉਹਨੂੰ ਭਗੌੜਾ ਕਰਾਰ ਨਹੀਂ ਸੀ ਦੇਣਾ ਚਾਹੀਦਾ, ਕਿਉਂਕਿ ਸਿੱਧੂ ਮੂਸੇਵਾਲੇ ਦੀ ਬਰਸੀ ਸੀ। ਇੰਟਰਨੈਟ ਬੰਦ ਕਰ ਦਿੱਤਾ, ਕਿਸੇ ਨੂੰ ਕਨਵੇ ਨਹੀਂ ਕੀਤਾ, ਨਾ ਲੋਕ ਆ ਸਕੇ ਬਰਸੀ ਦੇ ਮੌਕੇ 'ਤੇ ਚੱਜ ਨਾਲ, ਨਾ ਉੱਥੇ ਸ਼ਰਧਾਂਜਲੀ ਭੇਟ ਕਰ ਸਕੇ ਆ। ਅਤੇ ਉਹਨਾਂ ਦੇ ਫਾਦਰ ਬੜੇ ਅੰਦਰੋਂ ਗੁੱਸੇ 'ਚ ਉਹਨਾਂ ਨੇ ਇਹ ਸਾਰਾ ਜਿਹੜਾ ਭਾਸ਼ਣ ਦਿੱਤਾ। ਅਤੇ ਉਹਦੇ ਨਾਲ ਜਿਹੜੇ ਆਪੋਜੀਸ਼ਨ 'ਚ ਪ੍ਰਤਾਪ ਸਿੰਘ ਬਾਜਵਾ, ਅਮਰਿੰਦਰ ਸਿੰਘ ਵੜਿੰਗ, ਉਹਨਾਂ ਨੇ ਕਹਿਤਾ ਕਿ ਅਸੀਂ ਇਹਨਾਂ ਦੀ ਹਮਾਇਤ ਲਈ ਖੜ੍ਹੇ ਹਾਂ। ਸਾਡੇ ਹੀ ਉਹ ਨੇਤਾ ਸੀਗੇ, ਕਾਂਗਰਸ ਦੇ ਵਿੱਚ ਹੀ ਉਹਨਾਂ ਨੇ ਇਲੈਕਸ਼ਨ ਲੜੀ ਹੈ। ਅਸੀਂ ਇਹਨਾਂ ਦੇ ਕਿਸੇ ਵੀ ਦੁੱਖ 'ਚ ਅਸੀਂ ਹਰ ਵੇਲੇ ਇਹਨਾਂ ਦੇ ਭਾਈਵਾਲ ਬਣਾਂਗੇ। ਔਰ ਜਦੋਂ ਵੀ ਪੰਜਾਬ ਗੌਰਮੈਂਟ ਦੇ ਲਈ ਇਹਨਾਂ ਨੇ ਧਰਨਾ ਵੀ ਲਾਇਆ ਸੀ, ਉਦੋਂ ਵੀ ਇਹ ਵੜਿੰਗ ਜੀ ਜਿਹੜੇ ਪੰਜਾਬ ਸੂਬਾ ਦੇ ਕਾਂਗਰਸ ਦੇ ਪ੍ਰਧਾਨ ਆ, ਅਤੇ ਪ੍ਰਤਾਪ ਸਿੰਘ ਬਾਜਵਾ ਇਹ ਵੀ ਨਾਲ ਸ਼ਾਮਲ ਹੋਏ ਸੀ ਉਹਨਾਂ ਦੇ ਧਰਨੇ ਦੇ ਨਾਲ। ਅਤੇ ਹੁਣ ਜਿਹੜੀ ਇਹ ਗੱਲ ਇੱਥੇ ਆ ਕੇ ਜਿਹੜੀ ਇੱਧਰ ਉੱਧਰ ਸ਼ੰਕਾ 'ਚ ਪੈ ਗਈ ਆ ਕਿ ਨਾ ਤਾਂ ਅਜੇ ਕਲੀਅਰਟੀ ਕੀਤੀ ਹੈ ਪੰਜਾਬ ਗੌਰਮੈਂਟ ਨੇ, ਅਤੇ ਨਾ ਕੀਤੀ ਆ ਪੁਲਿਸ ਨੇ। ਪੁਲਿਸ ਦੇ ਜਿਹੜੇ DGP ਨੇ ਯਾਦਵ ਜੀ, ਉਹਨਾਂ ਨੇ ਵੀ ਨਹੀਂ ਕਿਹਾ ਕਿ ਉਹਨਾਂ ਨੂੰ ਅਰੈਸਟ ਕਰ ਲਿਆ, ਤਾਂ ਕਿ ਉਹਨਾਂ ਦੇ ਘਰ ਵਾਲੇ ਕਹਿੰਦੇ ਸੀ ਅਰੈਸਟ ਕਰ ਲਿਆ। ਪਰ ਅਜੇ ਗੱਲ ਜਿਹੜੀ ਆ ਨਾ ਉੱਧਰ ਨਾ ਇੱਧਰ ਹੈਗੀ ਹੈ। ਅਤੇ ਪੁਲਿਸ ਦਾ ਜ਼ੋਰ ਲਾ ਰਹੀ ਪਈ, ਅਸੀਂ ਉਹਨੂੰ ਭਗੌੜਾ ਕਰਾਰ ਕੀਤਾ, ਅਸੀਂ ਇਹਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਹਨਾਂ 'ਤੇ FIR ਲੌਂਚ ਕੀਤੀਆਂ। ਬੇਸਿਕਲੀ ਜਦੋਂ ਬਰਨਾਲਾ 'ਚ ਇਹਨਾਂ ਨੇ ਮੁੰਡਾ ਤੂਫਾਨ ਸਿੰਘ ਉਹਦੇ ਨਾਂ ਸੀਗਾ, ਉਹਨੂੰ ਅਰੈਸਟ ਕੀਤਾ ਅਤੇ ਉੱਤੇ FIR ਲੌਂਚ ਕੀਤੀ ਸੀ। ਇਹਨਾਂ ਨੇ ਜਾ ਕੇ ਉੱਥੇ ਵੀਰ ਕੱਤ ਕੇ ਬਹੁਤ ਮੁੰਡੇ ਨਾਲ ਲੈ ਕੇ ਪੁਲਿਸ ਥਾਣੇ 'ਤੇ ਰੇਡ ਕਰਤਾ ਔਰ ਉਹਨੂੰ ਛਡਵਾ ਲਿਆ। ਉਹ ਸਹਿਮਤੀ ਪ੍ਰਗਟਾਤੀ ਉਹਨਾਂ ਨੇ ਪੁਲਿਸ ਨੂੰ, ਪੁਲਿਸ ਵੀ ਡਰ ਗਈ। ਉਹਨਾਂ ਦੇ SSP ਦੇ ਵੀ ਸੱਟਾਂ ਸੁੱਟਾਂ ਲਾਈਆਂ ਇਹਨਾਂ ਨੇ, ਪਰ ਇਹ ਉਸ ਮੁਕੱਦਮੇ ਦੇ ਤਹਿਤ ਇਹਨਾਂ ਦੇ FIR ਲੌਂਚ ਸੀਗੀ। ਔਰ ਉਦੋਂ ਬਾਅਦ ਇਹਨਾਂ ਨੇ ਕਿਹਾ ਕਿ ਮੁੰਡਾ ਤਾਂ ਲੈ ਗਏ, ਮੁੰਡਾ ਲੈ ਆਏ, FIR ਲੌਂਚ ਸੀ, ਪਰ ਇਮੀਡੀਏਟ ਨਹੀਂ ਇਹਨੂੰ ਫੜਿਆ ਇਹਨਾਂ ਨੇ। ਫਿਰ ਕੋਰਟ ਕੇਸ ਵਿੱਚ ਵੀ ਸੀਗਾ, ਕੋਰਟ ਨੇ ਤਾਂ ਜੇ ਕੁਝ ਕਿਹਾ ਨਹੀਂ ਗਾ, ਪੁਲਿਸ ਨੇ ਸਿੱਧਾ ਰੇਡ ਕਰਕੇ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਆ। ਵੀ ਹੁਣ ਇਹ ਪਤਾ ਲੱਗਣ ਨਹੀਂ ਰਿਹਾ ਕਿ ਫੜਿਆ ਗਿਆ ਜਾਂ ਨਹੀਂ ਫੜਿਆ ਗਿਆ। ਉਹਦੇ ਬਾਵਜੂਦ ਸੈਂਟਰ ਗਵਰਨਮੈਂਟ ਵੀ ਇਨਵੋਲਵਡ ਹੈ ਯੈਸ। ਪਰ ਇਹਨਾਂ ਨੇ ਪੰਜਾਬ ਗੌਰਮੈਂਟ ਨੇ ਕਹਿਤਾ ਵੀ ISI ਇੱਕ ਜਿਹੜੀ ਹੈਗੀ ਏਜੰਸੀ ਆ, ਮੁਸਲਿਮ ਏਜੰਸੀ ਆ, ਉਹਦੇ ਵੀ ਪੈਰੋਕਾਰ ਆ, ਉੱਧਰ ਵੀ ਇਹ ਕੰਮ ਕਰਦੇ ਰਹੇ ਆ। ਉਹਦੇ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਇਹਨਾਂ ਨੇ ਬਾਕੀ ਜਿਹੜੀਆਂ ਹੋਰ ਏਜੰਸੀਆਂ ਹੈਗੀਆਂ, ਫਿਰਕੂ ਏਜੰਸੀਆਂ, ਉਹਨਾਂ ਨਾਲ ਵੀ ਹੈ। ਇਹਨਾਂ ਦਾ ਜਿਹੜਾ ਬੇਸਿਕ ਜਿਹੜਾ ਗੱਲ ਸੀ ਉਹਨਾਂ ਨਾਲ ਸੀਗਾ, ਫੰਡਿੰਗ ਇਹਨਾਂ ਨੂੰ ਬਾਹਰੋਂ ਹੁੰਦੀ ਸੀ, ਖਾਲਿਸਤਾਨ ਦੇ ਹਾਮੀਆਂ ਤੋਂ, ਇੰਗਲੈਂਡ ਤੋਂ, UK ਤੋਂ ਵੀ ਹੁੰਦੀ ਸੀ ਇਹਦੇ, ਅਤੇ ਕੈਨੇਡਾ ਤੋਂ ਵੀ। ਬੜੇ ਕੁਝ ਬਲੇਮ ਲਾਏ ਆ। ਔਰ ਇਹਨਾਂ ਦੇ ਹਥਿਆਰ ਵੀ ਬੜੇ ਦੱਸੇ ਵੀ ਆਹ ਹਥਿਆਰ ਇਹਨਾਂ ਦੇ ਅਸੀਂ ਗੱਡੀਆਂ 'ਚੋਂ ਕੱਢੇ ਆ। ਹੁਣ ਪਤਾ ਕਿ ਪ੍ਰਿੰਟ ਮੀਡੀਆ 'ਤੇ ਜਾਂ ਇਲੈਕਟ੍ਰੋਨਿਕਸ ਮੀਡੀਆ 'ਤੇ ਬੜਾ ਕੁਝ ਕਿਹਾ ਨਾ ਉਹਨਾਂ ਨੇ ਵੀ ਆਹ ਵੀ ਫੜਿਆ ਗਿਆ, ਉਹ ਵੀ ਫੜਿਆ ਗਿਆ। ਜਿੰਨੀ ਦੇਰ ਬਰਾਮਦ ਹੋ ਕੇ ਲੋਕਾਂ ਨੂੰ ਦਿਖਾਉਂਦੇ ਨਹੀਂ, ਉਹਨੇ ਜੇ ਤੱਕ ਕਹਿੰਦੇ ਕਾਰਤੂਸ ਵੀ ਬੜੇ ਫੜੇ ਗਏ, ਪਰ ਉਹਨੇ ਚਲਾਏ ਕਿਹਦੇ 'ਤੇ ਹੈਗੇ। ਇੱਕ ਅਜਨਾਲੇ ਵਾਲਾ ਉਹਨਾਂ ਨੇ ਜਿਹੜਾ ਗਲਤ ਜੋ ਹੋਇਆ ਸੀ, ਉਹਨਾਂ ਕੋਲ ਗਲਤ ਹੋਇਆ ਜਾਂ ਠੀਕ ਹੋਇਆ, ਉਹਨਾਂ ਨੇ ਆਪਣੇ ਇੱਕ ਜਿਹੜੇ ਜਥੇ ਦਾ ਬੰਦਾ ਸੀ ਉਹਨੂੰ ਛਡਵਾਇਆ ਉਹਨਾਂ ਨੇ। ਹੋਰ ਉਹਦੇ 'ਚ ਕੋਈ ਮਾਲੀ ਜਾਨੀ ਨੁਕਸਾਨ ਨਹੀਂ ਹੋਇਆ, ਕਿਸੇ ਨੂੰ ਮਾਰਿਆ ਕੁੱਟਿਆ ਨਹੀਂ, ਕੁਝ ਨਹੀਂ ਹੋਇਆ। ਪਰ ਹੁਣ ਉੱਤੇ ਬਲੇਮ ਬਹੁਤ ਲੱਗ ਰਿਹਾ ਜਦੋਂ ਕੋਈ ਇੱਥੇ ਨਹੀਂ ਹੈਗਾ। ਕਦੀ ਕਹਿੰਦੇ ਨੇਪਾਲ ਦੀ ਬਾਉਂਡਰੀ ਪਾਰ ਕਰਕੇ ਨੇਪਾਲ 'ਚ ਵੜ ਗਿਆ, ਔਰ ਉਹਦੇ ਅਗੇਂਸਟ
ਇੱਕ ਇਹਨਾਂ ਨੇ ਰਿਟ ਵੀ ਪਾਈ ਆ ਹਾਈ ਕੋਰਟ 'ਚ, ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ। ਉਹਨਾਂ ਨੇ ਇਹ ਕਹਿਤਾ ਕਿ ਜਿਹੜਾ ਉਹਨਾਂ ਨੂੰ ਅਰੈਸਟ ਕੀਤਾ ਕਿਸ ਬਣਾ 'ਤੇ ਕੀਤਾ ਹੈਗਾ, ਔਰ ਸਾਨੂੰ ਦੱਸਿਆ ਜਾਵੇ ਕਿ ਅਰੈਸਟ ਹੋ ਗਏ ਜਾਂ ਨਹੀਂ ਹੋ ਗਏ। ਉਹਦੀ ਵੀ ਸੁਣਵਾਈ ਹੋ ਜਾਣੀ 1-2 ਦਿਨਾਂ 'ਚ। ਉਹਦੇ ਵਿੱਚ ਉਹ ਇਹਨਾਂ ਦੀ ਫੇਵਰ 'ਚ, ਅੰਮ੍ਰਿਤਪਾਲ ਦੀ ਫੇਵਰ ਦੇ ਵਿੱਚ ਹੈ। ਪਰ ਪਾਲ ਆ ਕੇ ਪੰਜਾਬ ਦੀ ਸ਼ਾਂਤੀ ਭੰਗ ਹੋਈ, ਔਰ ਇੰਟਰਨੈਟ ਬੰਦ ਹੋ ਗਿਆ, ਬਿਲਕੁਲ ਲੋਕਾਂ ਦਾ ਜਿਹੜਾ ਕੰਮ ਧੰਦਾ ਸੀ ਉਹ ਰੁਕ ਗਿਆ, ਜਿਹਦੇ ਵਿੱਚ ਸਕੂਲ ਕਾਲਜ 'ਚ ਜਾਣ ਲੱਗੇ ਵੀ ਬੱਚੇ ਡਰ ਰਹੇ ਆ, ਜਿੱਥੇ ਜਿਹੜੇ ਮਹਿਕਮਿਆਂ 'ਚ ਲੋਕ ਡਿਊਟੀ 'ਤੇ ਜਾਂਦੇ ਉਹ ਵੀ ਡਰ ਰਹੇ ਆ, ਕਿਉਂਕਿ ਨਾਕੇ ਬਹੁਤ ਲੱਗ ਗਏ। ਚੈਕਿੰਗ ਬੜੀ ਜ਼ੋਰਾਂ ਸ਼ੋਰਾਂ ਨਾਲ ਹੋਈ ਆ। ਤੁਸੀਂ ਹੁਣੇ ਦੱਸਿਆ ਫਲੈਗ ਮਾਰਚ ਹੋ ਰਹੀ ਹੈ, ਫਲੈਗ ਮਾਰਚ ਹੋ ਰਹੀ ਹੈ, ਪੂਰੀ ਪੰਜਾਬ ਪੁਲਿਸ ਵੱਲੋਂ ਹੋ ਰਹੀ ਹੈ। ਔਰ ਇਹਦੇ ਵਿੱਚ ਸਰਦਾਰ ਬਲਕੌਰ ਸਿੰਘ ਨੇ ਤੇ ਇਹ ਰੋਸ ਪ੍ਰਗਟਾਇਆ ਕਿ ਇਹ ਉਦੋਂ ਕਿਉਂ ਇਹਨਾਂ ਨੇ ਕੀਤਾ ਜਦੋਂ ਉਹਦੀ ਬਰਸੀ ਸੀਗੀ, ਪਰ ਸ਼ਾਂਤੀ ਹੋਣ ਦਿੰਦੇ ਫਿਰ ਇਹ ਕਰ ਲੈਂਦੇ। ਕਿ ਇਹਨਾਂ ਨੂੰ ਕੋਈ ਆਰਡਰ ਤਾਂ ਨਹੀਂ ਸੀ ਕਿ ਸੈਂਟਰਲ ਆਰਡਰ ਸੀਗਾ। ਕੋਈ ਉਹਨੂੰ RSS ਦਾ ਬੰਦਾ ਕਹਿ ਰਿਹਾ, ਕੋਈ ਉਹਨੂੰ ਕਹਿ ਰਿਹਾ ਕਿ ਉਹ ਖਾਲਿਸਤਾਨੀ ਆ, ਕੋਈ ਉਹਨੂੰ ਕਿਤੇ ਪਤਾ ਨਹੀਂ ਕਿੱਧਰ ਕੀ ਕੁਛ ਹੋ ਗਿਆ। ਹੁਣ ਇਹਦਾ ਇਹਦਾ ਸਾਰਾ ਕੁਛ ਜੋ ਨਿਸ਼ਕਰਸ਼ ਨਿਕਲੂਗਾ, ਸਿੱਟਾ ਨਿਕਲੂਗਾ, ਇਹ ਘੱਟੋ ਘੱਟ ਜਥੇਦਾਰ ਅਕਾਲ ਤਖਤ ਹਰਪ੍ਰੀਤ ਸਿੰਘ ਹੋਰਾਂ ਨੇ ਵੀ ਕਿਹਾ ਕਿ ਇਹ ਗੱਲ ਬੜੀ ਮਾੜੀ ਕੀਤੀ ਹੈ, ਕਿਉਂਕਿ ਇੱਕਦਮ ਹੀ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਆ। ਉਹਦੇ ਪਿੱਛੇ ਲੱਗ ਕੇ ਉਹਨਾਂ ਨੇ, ਕਿਉਂਕਿ ਉਹ ਵਸਨੀਕ ਹੈ ਪੰਜਾਬ ਦਾ, ਇੱਥੋਂ ਦਾ ਹੀ ਹੈਗਾ, ਪਰ ਉਹ ਜਦੋਂ ਤੁਰਿਆ ਟਰਾਂਸਪੋਰਟਰ ਆ, ਉਹਨਾਂ ਕੋਲ ਗੱਡੀਆਂ ਗੁੱਡੀਆਂ ਸੀਗੀਆਂ, ਦੁਬਈ ਤੋਂ ਆਇਆ ਸੀਗਾ। ਉਹਦੀ ਮੈਰਿਜ ਰੀਸੈਂਟਲੀ ਹੋਈ ਆ, UK ਦੀ ਕੁੜੀ ਆ, ਜਿੱਥੋਂ ਉੱਥੇ ਦੀ PR ਆ। ਉਹ ਮੈਰਿਜ ਵੀ ਉਹਨੇ ਕਰਾਈ ਆ, ਪੰਜਾਬ 'ਚ ਰਹਿੰਦਾ ਹੈਗਾ, ਜਲੂਪੁਰ ਖੇੜੇ ਦਾ ਹੈਗਾ, ਕੋਈ ਬਾਹਰੋਂ ਤਾਂ ਆਇਆ ਨਹੀਂ, ਕੋਈ ਇਹਨੇ ਕਤਲੋਗਾਰਤ ਤਾਂ ਕੀਤੀ ਨਹੀਂ, ਔਰ ਉਹਦੇ 'ਤੇ ਬੜੇ ਬਲੇਮ ਜੜੇ ਗਏ ਆ, ਬੜਾ ਕੁਛ। ਹੁਣ ਦੇਖੋ ਆਉਣ ਵਾਲੇ ਸਮੇਂ 'ਚ ਕੀ ਭਵਿੱਖ ਕਹਿੰਦਾ ਔਰ ਕੀ ਕੁਛ ਹੁੰਦਾ। ਸਭ ਤੋਂ ਵੱਡੀ ਗੱਲ ਹੈ ਪੰਜਾਬ 'ਚ ਸ਼ਾਂਤੀ ਭੰਗ ਨਹੀਂ ਹੋਣੀ ਚਾਹੀਦੀ, ਸ਼ਾਂਤੀ ਬਰਕਰਾਰ ਰਹਿਣੀ ਚਾਹੀਦੀ ਹੈ ਤਾਂ ਕਿ ਲੋਕ ਸ਼ਾਂਤੀ ਨਾਲ ਕੰਮ ਕਰ ਸਕਣ। ਸਿੱਧੂ ਮੂਸੇਵਾਲੇ ਦੀ ਵੀ ਤੁਸੀਂ ਗੱਲ ਕੀਤੀ ਹੈ, ਸਾਲ ਹੋ ਗਿਆ ਬਰਸੀ ਨੂੰ, ਤੇ ਉਹਨਾਂ ਦੇ ਪਿਤਾ ਜੀ ਨੇ ਵੀ ਸੰਬੋਧਿਤ ਕੀਤਾ ਸੀ, ਜਿਹੜੇ ਉੱਥੇ ਸਾਰੇ ਬਰਸੀ ਦੇ ਵਿੱਚ ਸ਼ਾਮਿਲ ਹੋਏ, ਉਹਨਾਂ ਦਾ ਧੰਨਵਾਦ ਕੀਤਾ। ਤੇ ਨਾਲ ਇਹ ਵੀ ਗੱਲ ਉਹਨਾਂ ਨੇ ਆਖੀ ਕਿ ਬਈ 1 ਸਾਲ ਹੋ ਗਿਆ, ਅਜੇ ਤੱਕ ਕੁਝ ਪਤਾ ਨਹੀਂ ਲੱਗਾ। ਬਿਲਕੁਲ, ਇਹ ਬੜੀ ਗੱਲ ਕੀਤੀ, ਬੜੇ ਧਰਮੇ ਨਾਲ ਗੱਲ ਕੀਤੀ ਹੈ, ਵੱਡੀ ਟ੍ਰੈਜਡੀ ਵਾਪਰੀ ਹੈ, ਪਰ ਉਹਦਾ ਕੋਈ ਅਜੇ ਤੱਕ ਸੋਲਿਊਸ਼ਨ ਪਤਾ ਹੀ ਨਹੀਂ, ਕੋਈ ਥੌ ਟਿਕਾਣਾ ਲੱਗਾ ਹੀ ਨਹੀਂ ਪਤਾ ਕਿੱਧਰ। ਉਹਨਾਂ ਨੇ ਵੀ ਕਹਿਤਾ ਜਿਹੜੇ ਮੁੰਡੇ ਫੜੇ, 7 ਮੁੰਡੇ ਫੜੇ, ਉਹਨਾਂ 'ਚ ਇੱਕ ਮੁੰਡਾ ਜਿਹੜਾ ਲਾਰੈਂਸ ਬਿਸ਼ਨੋਈ, ਇਹਨੇ ਕਿਹਾ ਕਿ ਮੈਂ ਮਾਰਿਆ ਉਹਨੂੰ ਜਾਂ ਕੀਤਾ, ਜੋ ਕੁਛ ਨਹੀਂ ਕਿਹਾ। ਬਾਕੀਆਂ ਦੇ 6 ਮੁੰਡਿਆਂ ਨੂੰ ਪਤਾ ਹੀ ਨਹੀਂਗਾ ਕਿ ਜਿਹੜਾ ਸਿੱਧੂ ਮੂਸੇਵਾਲਾ ਕੌਣ ਸੀਗਾ, ਉਹ ਕੌਣ ਫੜੇ ਆ। ਉਹਨਾਂ ਦੇ ਫਾਦਰ ਨੇ ਕਿਹਾ ਕਹਿੰਦਾ ਜਿਹੜੇ ਫੜਨ ਵਾਲੇ ਸੀਗੇ 2 ਤਾਂ ਮਾਰ ਦਿੱਤੇ ਤੇ 2 ਬਾਕੀ 7-8 ਮੁੰਡੇ ਲੱਭੇ ਹੀ ਨਹੀਂ ਗਏ। 9-10 ਮੁੰਡੇ ਆਏ ਸੀਗੇ, ਪਰ ਕਲੈਰਿਟੀ ਨਹੀਂ ਹੋ ਸਕੀ, ਕਲੈਰਿਟੀ ਨਹੀਂ ਹੋਈ। ਔਰ ਇੱਕ ਹੋਰ ਬਵਾਲ ਜਿਹੜਾ ਇਹ ਖੜਾ ਹੋਇਆ ਹੈ ਪੰਜਾਬ ਦੀ ਰਾਜਨੀਤੀ ਦੇ ਵਿੱਚ, ਇਹ ਇੱਕ ਇੰਟਰਵਿਊ ਨੂੰ ਲੈ ਕੇ, ਜੋ ਜੇਲ੍ਹ ਦੇ ਵਿੱਚੋਂ ਇੰਟਰਵਿਊ ਹੋਈ ਹੈ, ਕਿੱਥੋਂ ਇੰਟਰਵਿਊ ਹੋਈ ਹੈ, ਲਾਰੈਂਸ ਬਿਸ਼ਨੋਈ ਦਾ ਨਾਮ ਅੱਗੇ ਆ ਰਿਹਾ ਕਿ ਉਹਨਾਂ ਦੀ ਇੰਟਰਵਿਊ ਹੋਈ ਹੈ ਔਰ ਜੇਲ੍ਹ ਵਿੱਚੋਂ ਇੰਟਰਵਿਊ ਲਿੱਤੀ ਗਈ ਹੈ। ਪੁਲਿਸ ਕਹਿ ਰਹੀ ਹੈ ਕਿ ਨਹੀਂ, ਇਹ ਕੋਈ ਪੁਰਾਣੀ ਗੱਲ ਹੈ, ਇੱਥੋਂ ਦੀ ਜੇਲ੍ਹ ਵਿੱਚੋਂ ਕੋਈ ਇੰਟਰਵਿਊ ਨਹੀਂ ਹੈ। ਹਜੇ ਤੱਕ ਐਗਜ਼ੈਕਟਲੀ ਇਹ ਵੀ ਪੋਜੀਸ਼ਨ ਕਲੀਅਰ ਨਹੀਂ ਹੋ ਰਹੀ। ਤੁਹਾਡੇ ਨਜ਼ਰ 'ਚ ਕੋਈ ਹੈ ਇਹਦੇ ਬਾਰੇ ਕੋਈ ਅਪਡੇਟ? ਇਹਦੇ ਵਿੱਚ ਬਿਸ਼ਨੋਈ ਦੀ ਜਿਹੜੀ ਇੰਟਰਵਿਊ ਬਾਰੇ ਵੈਸੇ ਪੰਜਾਬ ਪੁਲਿਸ ਵੱਲੋਂ DGP ਨੇ ਵੀ ਕਿਹਾ ਸੀ ਵੇਖ ਕੇ ਕਿ ਉਦੋਂ ਪਹਿਲਾਂ ਤਾਂ ਮੰਨਿਓ ਕਿ ਇਹਦੀ ਇੰਟਰਵਿਊ ਆ ਰੀਸੈਂਟ ਆਈ ਹੈ, ਬਠਿੰਡੇ 'ਚੋਂ ਆਈ ਹੈ, ਔਰ ਉਹਦੀ ਇੰਟਰਵਿਊ ਦਾ ਜਿਹੜਾ ਉਹ ਟਪਿਆਲਾ, ਮਿਸਟਰ ਟਪਿਆਲਾ ਵਾ ਪੱਤਰਕਾਰ, ਉਹਨਾਂ ਨੇ ਰਿਕਾਰਡ ਕੀਤਾ ਨੂੰ, ਫੇਸ ਟੂ ਫੇਸ ਨਹੀਂ ਕੀਤਾ, ਆਨਲਾਈਨ ਉੱਥੋਂ ਉਹਨਾਂ ਨੂੰ ਕਰਕੇ ਰਿਕਾਰਡ, ਉਹ ਉੱਥੋਂ ਬੋਲ ਰਹੇ ਆ ਅਤੇ ਉੱਥੋਂ ਕੁਐਸਚਨ ਕਰ ਰਹੇ ਆ, ਉਹਨੂੰ ਐਡਿਟ ਕਰਕੇ ਫਿਰ ਉਹਨਾਂ ਨੇ ਕੰਪਾਈਲ ਕਰਕੇ ਪ੍ਰੋਗਰਾਮ ਬਣਾ ਕੇ ਪੇਸ਼ ਕਰ ਦਿੱਤਾ। ਔਰ ਉਹਦੇ ਵਿੱਚ ਉਹਨਾਂ ਨੇ ਸਲਮਾਨ ਖਾਨ ਨੂੰ ਵੀ ਧਮਕੀ ਦਿੱਤੀ ਹੈ। ਉਹਨੇ ਕਿਹਾ ਵੀ ਤੁਸੀਂ ਗੁੰਡਾ ਬਣਨ ਦੀ ਕੋਸ਼ਿਸ਼ ਕਰ ਰਹੇ ਜਾਂ ਬਣ ਗਏ ਜੇ। ਉਹਦਾ ਮੈਂ ਗੁੰਡਾ ਨਹੀਂ, ਮੈਂ ਉਹਨੂੰ ਸਲਮਾਨ ਖਾਨ ਨਾਲ ਜਾਂ ਜਦੋਂ 2-4 ਕਰਕੇ ਫਿਰ ਮੈਂ ਸ਼ਾਇਦ ਬਣ ਜਾ। ਉਹ ਕਈ ਤਰ੍ਹਾਂ ਦੀ ਸਟੇਟਮੈਂਟਾਂ ਆਈਆਂ। ਉਹਦੇ 'ਚ ਜਿਹੜਾ ਗੋਲਡੀ ਬਰਾੜ ਬਾਰੇ ਵੀ ਉਹਨਾਂ ਨੇ ਕਿਹਾ ਵੀ ਉਹ ਭਗਵੰਤ ਮਾਨ ਜੀ ਨੇ ਕਹਿੰਦੇ ਫੜ ਲਿਆ, ਉਹ ਕਹਿੰਦਾ ਉਹ ਤਾਂ ਬਾਹਰ ਆ, ਕਹਿੰਦਾ ਕਿੱਦਾਂ ਕਿਸ ਬਣਾ 'ਤੇ ਕਿਸ ਬੇਸ 'ਤੇ ਕਹਿ ਰਹੇ ਆ। ਕਈ ਤਰ੍ਹਾਂ ਦੀਆਂ ਕਿਆਸ ਆਈਆਂ, ਕਈ ਕੁਛ ਉਹਦੇ 'ਚ ਕਿਹਾ ਗਿਆ। ਔਰ ਉਹਦੇ 'ਚ ਇਹ ਵੈਸੇ ਜੇ ਸੋਸ਼ਲ ਮੀਡੀਆ ਦੀ ਗੱਲ ਕਰੀਏ ਜਾਂ ਇੰਟਰਨੈਟ ਦੀ ਗੱਲ ਕਰੀਏ ਜਾਂ ਇਹਦੇ ਵਿੱਚ ਜੋ ਅਸੀਂ ਇਸ ਵੇਲੇ ਵੇਖ ਰਹੇ ਹਾਂ, ਇਹਦੇ ਵਿੱਚ ਪੋਸੀਬਿਲਿਟੀ ਹੈ ਰਿਕਾਰਡਿੰਗ ਹੋ ਸਕਦੀ ਹੈ, ਜਿਹਦੇ ਵਿੱਚ ਵੀ ਹੈ। ਜੇ ਅਸੀਂ ਹੁਣ ਸਟੂਡੀਓ 'ਚ ਬੈਠੇ ਹਾਂ ਤਾਂ ਅਸੀਂ ਜਿਹਦੇ ਨਾਲ ਵੀ ਗੱਲ ਕਰਨਾ ਚਾਹੀਏ ਉਹਦੇ ਨਾਲ ਲਾਈਵ ਵੀ ਗੱਲ ਹੋ ਸਕਦੀ ਹੈ, ਵਿੰਡੋ ਬਣੀ ਹੈ, ਬੜਾ ਕੁਛ ਹੁੰਦਾ। ਦੇਖੋ ਗੱਲ ਇਹ ਹੈ ਕਿ ਇੰਟਰਵਿਊ ਵਾਸਤੇ ਮੋਬਾਈਲ ਕਿਵੇਂ ਅੰਦਰ ਚਲਾ ਗਿਆ, ਕਿਉਂਕਿ ਗੱਲ ਤੇ ਸਾਰੀ ਮੋਬਾਈਲ ਤੇ ਹੋਈ ਹੈ ਜਿਵੇਂ ਤੁਸੀਂ ਦੱਸਦੇ ਪਏ ਹੋ। ਪਰ ਆਹ ਮੋਬਾਈਲ ਜਿਹੜੇ ਤੁਹਾਨੂੰ ਪਤਾ ਜਿੱਥੋਂ ਗੋਇੰਦਵਾਲ ਸਾਹਿਬ ਤੋਂ ਫੜੇ ਗਏ, ਔਰ ਉਹਦੇ ਵਿੱਚ ਇੰਟਰਵਿਊ 'ਚ ਉਹਨੇ ਕਿਹਾ ਵਾ ਕਿ ਮੋਬਾਈਲ ਜਿਹੜੇ ਸੀ ਕੰਧਾਂ ਉੱਤੋਂ ਦੀ ਆ ਰਹੇ ਮੇਰੇ ਕੋਲ, ਜਦੋਂ ਮੋਬਾਈਲ ਆਉਂਦੇ ਸਾਡੇ ਕੋਲ, ਕਹਿੰਦਾ ਮੇਰੇ ਕੋਲ ਮੋਬਾਈਲ ਆਇਆ, ਮੈਂ ਅੱਜ ਵੀ ਗੱਲ ਕਰ ਸਕਦਾ, ਕੱਲ੍ਹ ਵੀ ਕੀਤੀ ਆ, ਦਾ ਤਿਹਾੜ ਜੇਲ੍ਹ ਤੱਕ ਮੋਬਾਈਲ ਆ ਜਾਂਦੇ। ਹੁਣ ਪਤਾ ਨਹੀਂ ਕਿੱਦਾਂ ਆਉਂਦੇ ਆ, ਕੌਣ ਦਿੰਦਾ। ਜਦੋਂ ਕਿ ਇਹ ਬੰਦੇ ਬਰਖਾਸਤ ਕਰ ਦਿੱਤੇ ਸੀਗੇ, ਇੱਥੋਂ ਸਸਪੈਂਡ ਕਰ ਦਿੱਤੇ ਸੀ ਜੇ ਗੋਇੰਦਵਾਲ ਜੇਲ੍ਹ ਤੋਂ, 2 ਮੁੰਡੇ ਇਹਨਾਂ ਦੇ ਸਾਹਮਣੇ ਮਾਰੇ, ਉਹਦੀ ਵੀਡੀਓ ਜ਼ਾਹਰ ਹੋ ਗਈ ਸੀ, ਵੀਡੀਓ ਵਾਇਰਲ ਹੋ ਕੇ ਲੋਕਾਂ ਤੱਕ ਆ ਗਈ। ਉਦੋਂ ਇਹ ਉੱਥੇ ਵੇਖ ਰਹੇ ਆ, ਉਹਨਾਂ ਵੱਲ ਇਹਨਾਂ ਨੇ ਕੁਛ ਨਹੀਂ ਕੀਤਾ, ਮੁੰਡੇ ਆ ਕੇ ਮਾਰ ਕੇ ਉਹਨਾਂ ਨੂੰ ਫਿਰ ਬਾਹਰ ਚਲੇ ਗਏ। ਇਹ ਕੁਛ ਹੁੰਦਾ। ਔਰ ਕਈ ਚੀਜ਼ਾਂ ਜਿਹੜੀਆਂ ਪਹਿਲੋਂ 20 ਸਾਲ ਪਹਿਲੋਂ ਨਹੀਂ ਸੀ ਅਸੀਂ ਸੁਣੀਆਂ ਜਾਂ ਨਹੀਂ ਸੀ ਸੁਣ ਸਕਦੇ ਕਿ ਪੋਸੀਬਲ ਨਹੀਂ ਹੈਗੀਆਂ, ਉਹ ਪੋਸੀਬਲ ਹੋ ਗਏ। ਇੰਪੋਸੀਬਲ ਜਿਹੜੀ ਆ
ਚੀਜ਼ ਉਹ ਪੋਸੀਬਲ ਬਣ ਗਈ ਹੈ ਇਹ ਇਸ ਜ਼ਮਾਨੇ 'ਚ ਟੈਕਨੋਲੋਜੀ ਦੇ ਮਦਦ ਦੇ ਨਾਲ। ਟੈਕਨੋਲੋਜੀ ਨਾਲ ਤਾਂ ਐਡਮਿਨਿਸਟ੍ਰੇਸ਼ਨ ਵੀ ਉਹ ਨਹੀਂ ਰਹੀ ਜਿਹੜੀਆਂ ਪਹਿਲਾਂ ਹੁੰਦੀਆਂ ਸੀ, ਨਾ ਫੋਰਸਾਂ ਉਹਨੀਆਂ ਸਖਤੀ ਵਰਤ ਰਹੀਆਂ। ਜੇਲ੍ਹ ਦੇ ਵਿੱਚ ਹੀ ਆ ਕੇ ਉਹ ਬੰਦੇ 2 ਮੁੰਡੇ ਆ ਕੇ ਮਾਰ ਜਾਣ, 2 ਜਿਹੜੇ ਉੱਥੇ ਜੇਲ੍ਹੀ ਆ ਜਿਹੜੇ ਅਰੈਸਟ ਹੋਏ ਆ ਉਹਨਾਂ ਨੂੰ ਉਹ ਜੇਲ੍ਹ ਦੇ ਅੰਦਰ ਹੀ ਆ ਕੇ ਮਾਰ ਜਾਣ, ਤੇ ਕਿੱਧਰ ਦਾ ਤੁਹਾਡੇ ਕੋਲ ਸਿਕਿਉਰਿਟੀ ਹੈ, ਕਿੱਧਰ ਦਾ ਤੁਹਾਡੇ ਕੋਲ ਸਾਰਾ ਕੰਮ ਨਹੀਂ ਹੋਣ, ਕਿਉਂਕਿ ਕਮਿਊਨੀਕੇਸ਼ਨ ਇਮੀਡੀਏਟ ਹੋ ਜਾਂਦਾ। ਜੇ ਤੁਹਾਡੇ 'ਤੇ ਕੋਈ ਐਮਰਜੈਂਸੀ ਹੈ ਤੁਸੀਂ ਇਮੀਡੀਏਟ ਕਰਕੇ ਫੋਰਸ ਮੰਗਵਾ ਸਕਦੇ। ਜ਼ਮਾਨਾ ਉਹ ਵੀ ਸੀ ਜਦੋਂ ਤੁਹਾਡਾ ਟੈਲੀਫੋਨ ਵੀ ਨਹੀਂ ਸੀਗਾ, ਸਾਰਾ ਕੁਝ ਸੀਗਾ, ਹੱਥ 10 ਹੀ ਲੋਕ ਜਾਂਦੇ ਹੁੰਦੇ ਸੀ ਸੁਨੇਹਾ ਦੇਣ ਲਈ। ਉਦੋਂ ਤਾਂ ਇੱਦਾਂ ਦੀ ਵਾਰਦਾਤਾਂ ਨਹੀਂ ਹੁੰਦੀਆਂ, ਹੁਣ ਫਿਰ ਵਾਰਦਾਤ ਆ, ਨੁਕਸਾਨ ਵੀ ਬਹੁਤ ਹੁੰਦਾ, ਬਲੱਡ ਸ਼ੈਡ ਬਹੁਤ ਹੁੰਦਾ, ਖੂਨ ਖਰਾਬੇ ਜ਼ਿਆਦਾ ਹੋ ਰਹੇ ਆ ਔਰ ਲੋਕ ਦਿਨ ਦਿਹਾੜੇ ਮਰ ਰਹੇ ਆ ਸਾਰੇ ਪਾਸੇ। ਬਿਲਕੁਲ ਦਿਨ ਦਿਹਾੜੇ ਮਰ ਰਹੇ ਨੇ ਜੀ। ਸੋ ਇੱਕ ਨਵੀਂ ਡਿਵੈਲਪਮੈਂਟ ਹੈ ਜਿਹੜੀ ਕਾਂਗਰਸ ਦੇ ਕਈ ਆਗੂਆਂ ਦੇ ਘਰ ਛਾਪੇ ਪੈ ਰਹੇ ਨੇ। ਅੱਛਾ, ਮੈਂ ਕਿਹਾ ਕੋਈ ਚੰਗੀ ਖਬਰ ਆ ਤਾਂ ਡਿਵੈਲਪਮੈਂਟ ਆ। ਤੇ ਰਾਹੁਲ ਗਾਂਧੀ ਦੇ ਉੱਤੇ ਵੀ ਛਾਪੇ ਪਏ ਨੇ। ਹਾਂ, ਸੋ ਯਾਤਰਾ ਦੇ ਦੌਰਾਨ ਕੁਝ ਗੱਲਾਂ ਬਾਤਾਂ ਹੋਈਆਂ ਨੇ, ਉਹਦੇ ਬਾਰੇ ਤਹਿਕੀਕਾਤ ਹੋ ਰਹੀ ਹੈ। ਵੈਸੇ ਰਾਹੁਲ ਗਾਂਧੀ ਜਦੋਂ ਦੇ ਬ੍ਰਿਟੇਨ ਤੋਂ ਆਏ ਆ ਨਾ, ਜਦੋਂ ਉਹਨਾਂ ਨੇ ਉੱਥੇ ਹਿੰਦੁਸਤਾਨ ਦੀ ਡੈਮੋਕ੍ਰੇਸੀ ਬਾਰੇ ਬੋਲਿਆ ਜਾਂ ਦੱਸਿਆ ਕਿ ਉੱਤੇ ਜਿਹੜਾ ਸਾਨੂੰ ਰਾਈਟ ਟੂ ਸਪੀਕ ਨਹੀਂ ਹੈਗਾ, ਕਿਤੇ ਵੀ ਸਾਡੇ ਫੰਡਾਮੈਂਟਲ ਰਾਈਟਸ ਜਿਹੜੇ ਆ ਉਹ ਇਸ ਵੇਲੇ ਖੁੰਝ ਗਏ ਆ, ਗਵਾਚ ਗਏ ਆ, ਉਹਨਾਂ ਨੇ ਬਹੁਤ ਕੁਝ ਬੋਲਿਆ। ਪਰ ਉਹ ਤੋਂ ਬਾਅਦ ਪਾਰਲੀਮੈਂਟ 'ਚ ਜਦੋਂ ਆਏ ਆ ਤਾਂ ਵਾਕਈ ਉਹਨਾਂ ਨੂੰ ਬੋਲਣ ਦਾ ਕੋਈ ਨਹੀਂ ਦਿੱਤਾ ਮੌਕਾ। ਉਹਨਾਂ ਨੂੰ ਕਿਹਾ ਵੀ ਤੁਸੀਂ ਜੋ ਕੁਝ ਬੋਲੇ ਜੀ ਇਹਦੀ ਮਾफ़ੀ ਮੰਗੋ ਪਹਿਲਾਂ। ਉਹ ਕਹਿੰਦਾ ਮਾफ़ੀ ਕਿਸ ਚੀਜ਼ ਦੀ, ਮੈਨੂੰ ਬੋਲਣ ਦਾ ਮੌਕਾ ਦਿਓ ਫਿਰ ਮੈਂ ਦੱਸੂਗਾ। ਫਿਰ ਉਹਨਾਂ ਨੇ ਇੱਕ ਦਿੱਲੀ 'ਚ ਇਸ ਕਰਕੇ ਛਾਪੇ ਪੈ ਰਹੇ ਕਿ ਇਹਨਾਂ ਕਿਹਾ ਕਿ ਜਿਹੜੀ ਵੂਮੈਨ ਔਰਤਾਂ ਦੀ ਜਿਨਸੀ ਐਕਸਪਲਾਈਟੇਸ਼ਨ ਹੋ ਰਹੀ ਆ ਜਾਂ ਉੱਥੇ ਉਹਨਾਂ 'ਤੇ ਇਹ ਲਾ ਰਹੇ ਧੱਬੇ ਲੱਗ ਰਹੇ ਆ ਜਾਂ ਕੁਛ ਉੱਥੇ ਦਿੱਲੀ 'ਚ ਹੋਇਆ। ਔਰ ਬੜੀਆਂ ਨਿਊਜ਼ ਆਈਆਂ ਵੀ ਆ, ਕੁੜੀਆਂ ਨੂੰ ਘੜੀਸ ਕੇ ਕਿਸੇ ਪਾਸੇ ਲੈ ਗਏ ਆ, ਉਹਨਾਂ ਨੂੰ ਨਸ਼ਾ ਦੇ ਦਿੰਦੇ ਆ, ਉਹਨਾਂ ਦਾ ਮਰਡਰ ਕਰ ਦਿੰਦੇ ਆ, ਰੇਪ ਹੋਏ ਆ। ਉਹਦੇ ਬਾਰੇ ਉਹਨਾਂ ਨੇ ਕੁਝ ਸਪੀਚ ਦਿੱਤੀ ਸੀ। ਔਰ ਜਦੋਂ ਉਹਨੇ ਕਿਹਾ ਵੀ ਇਹਦਾ ਸਾਨੂੰ ਦੱਸੋ ਸਹੀ ਵੀ ਇਹ ਕਿੱਥੇ ਹੋਇਆ ਤੇ ਕਿਉਂ ਹੋਇਆ, ਤਾਂ 45-50 ਦਿਨ ਹੋ ਗਏ ਸੀ, ਉਹਦਾ ਕੋਈ ਥੋ ਪਤਾ ਨਹੀਂ ਸੀਗਾ। ਤੇ ਪੁਲਿਸ ਆ ਕੇ ਰਿਪੋਰਟ ਉਹਨਾਂ ਕੋਲ ਮੰਗੀ, ਪੁਲਿਸ ਨੇ ਰੇਡ ਕੀਤਾ ਤਾਂ ਉਹਨਾਂ ਨੂੰ ਪੁੱਛਿਆ ਵੀ ਸਾਨੂੰ ਦੱਸੋ ਵੀ ਕਿੱਥੇ ਹੋਈ ਆ, ਤੁਹਾਨੂੰ ਲਿਖ ਕੇ ਦਿਓ। ਫਿਰ ਇਹਨਾਂ ਨੇ ਕੋਈ 20-25 ਪੇਜ ਦਾ ਲਿਖ ਕੇ ਦਿੱਤਾ ਉਹਨਾਂ ਨੂੰ ਰਿਪੋਰਟ ਵੀ ਆਹ ਲਓ, ਆਹ ਹੈਗਾ ਜਿੱਥੇ ਜਿੱਥੇ ਮਰਡਰ ਹੋ ਗਿਆ, ਜਿੱਥੇ ਜਿੱਥੇ ਰੇਪ ਹੋਏ ਆ। ਉਹ ਫਿਰ ਇਹਨਾਂ 3 ਵਾਰੀ ਗਏ ਉੱਥੇ ਉਹਨਾਂ ਨੂੰ ਲੱਭਣ ਲਈ, ਉੱਥੇ ਉਹਨਾਂ ਨੂੰ ਫੜਨ ਲਈ ਕਈ ਕੁਛ ਕੀਤਾ। ਫਿਰ ਉਹਨਾਂ ਦੇ ਸਾਰੇ ਨੇਤਾ ਉੱਥੇ ਇਕੱਠੇ ਹੋ ਗਏ ਆ ਉਹ ਸ਼ੋਕਾ ਰੋਡ ਦੇ ਆਲੇ ਦੁਆਲੇ ਦਿੱਲੀ ਦੇ ਵਿੱਚ, ਜਦੋਂ ਇਹਨਾਂ 'ਤੇ ਇਹ ਸਾਰਾ ਕੁਛ ਆ। ਔਰ ਕੇਜਰੀਵਾਲ ਸਾਹਿਬ ਵੀ ਬੋਲਿਆ ਕਿ ਜਿਹੜੀ ਕਦੀ ਈਡੀ ਲਈ ਇਹਨਾਂ ਨੂੰ ਬੁਲਾ ਲੈਂਦੇ ਆ, ਕਦੀ CBI ਦੇ ਕੇਸ 'ਚ ਬੁਲਾ ਲੈਂਦੇ, ਕਦੀ ਪੰਜਾਬ ਜਿਹੜੀ ਉੱਥੋਂ ਦੀ ਦਿੱਲੀ ਪੁਲਿਸ ਆ ਰੈਪਿਡ ਫੋਰਸ ਜਿਹੜੀ ਉਹ ਉੱਥੇ ਰੇਡ ਕਰਦੀ ਆ। ਤੇ ਇਹ ਸਾਰੀਆਂ ਗੱਲਾਂ ਪਾ ਲਾ ਕੇ ਜਦੋਂ ਹੁਣ ਉਹਨਾਂ ਨੇ ਦੱਸਿਆ ਵੀ ਜੇ ਇਹ ਕਹਿੰਦਾ ਇੰਨੀ ਦੇਰੀ ਦੀ ਕੀ ਹੋਇਆ, ਇਹਨਾਂ ਦਾ ਅੰਧੇਰ ਕਿੱਥੋਂ ਹੋ ਗਿਆ, ਮੇਰੀ ਰਿਪੋਰਟ ਹੁਣ 45 ਦਿਨਾਂ ਬਾਅਦ ਕੀਤੀ ਹੈ। ਔਰ ਰਾਹੁਲ ਗਾਂਧੀ ਨੇ ਕਿਹਾ ਕਿ ਸਾਰਾ ਕੁਝ ਪਰਦਾ ਪਾਉਣ ਲਈ ਜਿਹੜੇ ਹੈਗੇ ਹਿਡਨਬਰਗ ਅਮਰੀਕਾ ਤੋਂ ਰਿਪੋਰਟ ਆਈ, ਉਹਨੂੰ ਨਾ ਡਿਸਕਸ ਕਰ ਲਈ, ਉਹਨੂੰ ਛੁਪਾਉਣ ਲਈ, ਉਹਨੂੰ ਲੁਕਾਉਣ ਲਈ, ਉਹਨੂੰ BBC ਵਾਲੀ ਡਾਕੂਮੈਂਟਰੀ ਲੁਕਾਉਣ ਲਈ ਆਂਦਾ ਸਾਰਾ ਕੁਝ ਮੈਨੂੰ ਆਂਦਾ ਮੈਂ ਬੋਲਦਾ ਟਾਰਗੇਟ ਕੀਤਾ ਮੈਂ ਬੋਲਦਾ ਮੈਂ ਤਾਂ ਆਂਦਾ ਮੇਰੀ ਜ਼ੁਬਾਨ ਬੰਦ ਕਰ ਲਈ ਕਰਦੇ ਆ। ਔਰ ਖੜਕੇ ਸਾਹਿਬ ਜਿਹੜੇ ਉਹਨਾਂ ਦੇ ਮਲਕਾਰਜਨ ਪ੍ਰਧਾਨ ਖੜਕੇ ਜੀ ਨੇ, ਉਹਨਾਂ ਨੇ ਕਹਿਤਾ ਕਿ ਮਾफ़ੀ ਕਿਉਂ ਮੰਗਣੇ, ਕਹਿੰਦੇ ਕਿਸ ਮਾਫ਼ੀ ਦੀ ਮੰਗ, ਇਹਨਾਂ ਕੋਈ ਮਰਡਰ ਤਾਂ ਨਹੀਂ ਕੀਤਾ ਜਾਂ ਕਿਸੇ ਨੂੰ ਗਾਲੀ ਗਲੋਚ ਤਾਂ ਨਹੀਂ ਕੀਤਾ। ਆਂਦਾ ਇਹਨਾਂ ਨੇ ਡੈਮੋਕ੍ਰੇਸੀ ਦੇ ਬਾਰੇ ਬੋਲਿਆ, ਜੋ ਕੁਝ ਬੋਲਿਆ ਉਹਦਾ ਜਵਾਬ ਦੇਣ, ਜੇ ਹਿਡਨਬਰਗ ਦੀ ਰਿਪੋਰਟ ਬਾਰੇ ਮੰਗਿਆ ਤਾਂ ਉਹਦਾ ਜਵਾਬ ਦੇਣ, ਕਿਉਂਕਿ ਕਹਿੰਦਾ ਇਹ ਪਾਰਟੀ ਦੇ ਨੇਤਾ ਨੇ। ਔਰ ਉਹਨਾਂ ਨੇ ਇਹ ਕਹਿਤਾ ਖੜਕੇ ਜੀ ਨੇ ਕਿ ਜੇ ਅਗਲੀਆਂ ਇਲੈਕਸ਼ਨ ਆ ਗਈਆਂ ਡੈਮੋਕ੍ਰੇਸੀ ਦਾ ਉਦੋਂ ਪਤਾ ਲੱਗਣਾ। ਜੋ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਕੀਤੀ ਆ, ਲੋਕਾਂ ਦੇ ਨੇੜੇ ਵੀ ਆਏ, ਲੋਕ ਇਹਨਾਂ ਨੂੰ ਰਿਐਕਸ਼ਨ ਚੰਗਾ ਦਿੱਤਾ ਵਾ, ਪਰ ਉਹਦੇ 'ਚ ਇਲੈਕਸ਼ਨ ਦੱਸੂਗੀ ਕਿ ਅਸੀਂ ਕੀ ਹਾਂ ਅਤੇ ਬਾਕੀ ਕੀ ਹੈ ਕਿ ਵਿਰੋਧੀ ਪਾਰਟੀਆਂ ਨਾਲ ਵੀ ਇਹਨਾਂ ਤਾਲਮੇਲ ਵਧਾ ਲਿਆ। ਔਰ ਕਰਨਾਟਕਾ ਦੇ ਵਿੱਚ ਵੀ ਇਲੈਕਸ਼ਨ ਹੋ ਰਹੀ ਆ ਜਾਂ ਉਹਦੇ ਵਿੱਚ ਇਹ ਆਪ ਅੱਗੇ ਆਏ ਆ, ਉਹਦੇ ਵਿੱਚ ਬਾਕੀ ਜਿੱਦਾਂ ਨਿਤਿਸ਼ ਕੁਮਾਰ ਜੀ ਨੇ ਇਹਨਾਂ ਨਾਲ ਹੱਥ ਮਿਲਾ ਲਿਆ, ਅਖਿਲੇਸ਼ ਯਾਦਵ ਜੀ ਜਿਹੜੇ ਹੈਗੇ ਨੇ ਸਮਾਜਵਾਦੀ ਪਾਰਟੀ ਦੇ, ਉਹਨਾਂ ਨੇ ਹੱਥ ਮਿਲਾ ਲਿਆ, ਤ੍ਰਿਣਮੂਲ ਕਾਂਗਰਸ ਦੇ ਜਿਹੜੇ ਹੈਗੇ ਨੇ ਉਹਨਾਂ ਨੇ ਵੀ ਆਪਣੇ ਸਾਰੇ ਹੈੱਡ ਨੇ ਉਹਨਾਂ ਨਾਲ ਮਿਲ ਮਿਲਾਪ ਕਰ ਲਿਆ। ਜਿੰਨੀਆਂ ਪ੍ਰਮੁੱਖ ਪਾਰਟੀਆਂ ਉਹਨਾਂ ਨੇ ਇਹਨਾਂ ਨਾਲ ਗੱਠਜੋੜ ਬਣਾ ਲਿਆ। ਹੁਣ ਇਹ ਰਹਿ ਗਈ ਗੱਲ ਅਗਲੀ ਇਲੈਕਸ਼ਨ ਆਉਣ ਦੀ ਕਿ ਉਦੋਂ ਕਿਸ ਭਾਅ ਸਾਰਾ ਕੁਝ ਵਿਕਦਾ ਔਰ ਕੀ ਕੁਝ ਹੁੰਦਾ, ਕਿਹੜੀ ਪਾਰਟੀ ਅੱਗੇ ਆਪਣੀ ਜਿੱਤ ਪ੍ਰਾਪਤ ਕਰਦੀ। ਐਗਜ਼ੈਕਟਲੀ, ਪਾਰਟੀ ਜਿੱਤ ਪ੍ਰਾਪਤ ਕਰਦੀ ਹੈ। ਇਸ ਨੂੰ ਲੈ ਕੇ ਜਮਹੂਰੀਅਤ ਹੈ, ਡੈਮੋਕ੍ਰੇਸੀ ਹੈ, ਲੋਕਤੰਤਰ ਹੈ, ਵੋਟਾਂ ਪੈਂਦੀਆਂ ਨੇ, VOTING ਹੁੰਦੀ ਹੈ। ਇਹਨੂੰ ਲੈ ਕੇ ਭਾਜਪਾ ਵੱਲੋਂ ਇੱਕ ਸਟੇਟਮੈਂਟ ਆਈ ਹੈ ਕਿ ਰਾਹੁਲ ਗਾਂਧੀ ਨੂੰ ਜਮਹੂਰੀ ਤੌਰ ਤੇ ਹਰਾਇਆ ਜਾਵੇ, ਉਹਨਾਂ ਨੂੰ ਵੋਟ ਨਾ ਪਾਈ ਜਾਵੇ ਔਰ ਉਹਨਾਂ ਨੂੰ ਪੋਲੀਟੀਕਲ ਲਾਈਫ ਤੋਂ ਬਾਹਰ ਕਰ ਦਿੱਤਾ ਜਾਵੇ, ਬਿਸਤਰਾ ਗੋਲ ਕੀਤਾ ਜਾਵੇ ਉਹਨਾਂ ਦਾ, ਕਿ ਬਾਹਰ ਕੱਢਿਆ ਜਾਵੇ। ਇਹੀ ਹੈ, ਉਹੀ ਬਿਸਤਰਾ ਗੋਲ ਦਾ ਮਤਲਬ ਹੈਗਾ ਕਿ ਜਦੋਂ ਇਹ ਇਲੈਕਸ਼ਨ ਹੋਊਗੀ, ਜਦੋਂ ਇਹ ਬਹੁਮਤ ਨਹੀਂ ਲੈ ਸਕਣਗੇ ਤੇ ਇਹਦਾ ਮਤਲਬ ਇਹ ਪਾਰਟੀ ਜੋਗੇ ਰਹਿ ਗਏ, ਦੇਸ਼ ਲਈ ਕੁਝ ਨਹੀਂ ਕਰ ਸਕਣਗੇ। ਉਹਨਾਂ ਨੇ ਹੁਣ ਸਕੀਮ ਤਾਂ ਬਣਾ ਲਈ ਆ ਕਿ ਰਾਹੁਲ ਗਾਂਧੀ ਜੀ ਤੇ ਜਿਹੜੇ ਇਹਨਾਂ ਦੇ ਨਾਲ ਪ੍ਰਮੁੱਖ ਨੇਤਾ ਨੇ ਜਾਂ ਇਹਨਾਂ ਦਾ ਗੱਠਜੋੜ ਬਣ ਰਿਹਾ ਹੈਗਾ। ਐਕਚੁਅਲੀ ਜਿਹੜਾ ਪਹਿਲਾ ਨਾਂ ਆਇਆ ਸੀਗਾ ਗੱਠਜੋੜ ਦੇ ਵਿੱਚ ਉਹ ਨਿਤਿਸ਼ ਕੁਮਾਰ ਦਾ ਆ ਰਿਹਾ ਸੀਗਾ
ਕਿ ਉਹਨਾਂ ਨੇ ਬਹੁਤ ਵਾਰੀ ਜਿੱਤ ਪ੍ਰਾਪਤ ਕੀਤੀ ਆ ਬਿਹਾਰ ਦੇ ਵਿੱਚ, ਔਰ ਬਹੁਤ ਵਾਰੀ ਉਹ ਮੁੱਖ ਮੰਤਰੀ ਬਣ ਚੁੱਕੇ ਆ। ਲਾਲੂ ਯਾਦਵ ਜੀ ਉੱਥੇ ਰਹੇ, ਪਹਿਲੋਂ ਰਾਬੜੀ ਜੀ ਮੁੱਖ ਮੰਤਰੀ ਰਹੇ ਆ, ਔਰ ਉਹਦੇ ਵਿੱਚ ਉਹਨਾਂ ਦੀ ਪਾਰਟੀ ਦੂਜੇ ਨੰਬਰ 'ਤੇ ਹੈ, ਔਰ ਪਹਿਲੇ ਨੰਬਰ 'ਤੇ ਨਿਤਿਸ਼ ਕੁਮਾਰ ਦੀ ਪਾਰਟੀ ਸੀਗੀ। ਔਰ ਸਟੇਟ ਵੀ ਬਹੁਤ ਵੱਡਾ, ਔਰ ख़ਾਸ ਤੌਰ 'ਤੇ ਯੂਪੀ ਦੇ ਨਾਲ, 2 ਸਟੇਟ ਜਿਹੜੇ ਹੈਗੇ ਯੂਪੀ ਤੋਂ ਉਧਰੋਂ ਵੱਡਾ। ਯੂਪੀ 'ਚ ਤਾਂ ਜਿੰਨੀ ਲੋਕ ਸਭਾ ਦੀਆਂ ਸੀਟਾਂ ਜਿਹੜੀਆਂ ਹੁੰਦੀਆਂ ਸਾਰਾ ਕੁਝ ਉੱਥੇ, ਪਰ ਉੱਥੇ 80+ ਬੀਜੇਪੀ ਦਾ ਕਾਫੀ ਜ਼ੋਰ ਹੈਗਾ, ਜਾਂ ਅਖਿਲੇਸ਼ ਯਾਦਵ ਦਾ ਜਿਹੜਾ ਉੱਥੇ ਬਹੁਤ ਹੈਗਾ ਜ਼ੋਰ। ਔਰ ਇਸੇ ਕਰਕੇ ਹੈਗਾ ਬੀਐਸਪੀ ਦਾ ਵੀ ਰਿਹਾ, ਕਿਉਂਕਿ ਮਾਇਆਵਤੀ ਵੀ ਉੱਥੇ ਰਹੀ ਹੈ। ਕੰਬਾਈਨਡ ਕਰਕੇ ਇਹਨਾਂ ਨੇ 6 ਮਹੀਨੇ ਯਾਦਵ ਜੀ ਰਹਿੰਦੇ ਸੀਗੇ ਮੁੱਖ ਮੰਤਰੀ, ਤੇ 6 ਮਹੀਨੇ ਇਹ ਰਹੀ ਹੈ। ਅਤੇ ਇਸੇ ਕਰਕੇ ਜਿਹੜੀਆਂ ਹੁਣ ਆਉਣ ਵਾਲੀਆਂ ਇਲੈਕਸ਼ਨਾਂ, ਉਹਦੇ ਲਈ ਬੜੀਆਂ ਬਣਤਰ ਬਣ ਰਹੀਆਂ, ਉਹਦੀ ਬੜੀ ਰੂਪ ਰੇਖਾ ਬਣ ਰਹੀਆਂ, ਉਹਦੇ ਲਈ ਬਹੁਤ ਕੁਝ ਲੋਕਾਂ ਦਾ ਨੇੜਤਾ ਲੈ ਰਹੇ ਲੋਕ। ਔਰ ਇਸ ਸਾਲ ਦੇ ਵਿੱਚ ਵੇਖਿਓ ਕਿੰਨੀਆਂ ਸਹੂਲਤਾਂ ਮਿਲਣਗੀਆਂ ਲੋਕਾਂ ਨੂੰ, ਕੀ ਕੁਝ ਜਿਹੜਾ ਰਹਿੰਦਾ, ਜਾਂ ਤਾਂ ਪਹਿਲੇ ਸਾਲ 'ਚ ਥੋੜ੍ਹਾ ਬਹੁਤ ਮਿਲਦਾ, ਮੈਨੀਫੈਸਟੋ ਕੰਪਲੀਟ ਹੁੰਦਾ, ਜਾਂ ਲਾਸਟ ਈਅਰ 'ਚ ਹੁੰਦਾ। ਹੁਣ ਦਿਨ ਦਿਹਾੜੇ ਰੋਜ਼ ਦਿਨ ਤੁਹਾਨੂੰ ਪਤਾ ਲੱਗੂਗਾ ਕਿੰਨੀਆਂ ਸਕੀਮਾਂ ਆ ਗਈਆਂ। ਪ੍ਰਧਾਨ ਮੰਤਰੀ ਆਵਾਸ ਯੋਜਨਾ ਵੀ ਆ ਰਹੀ ਹੈ ਜਿਹਦੇ ਵਿੱਚ, ਔਰ ਅੰਨ ਧਨ ਯੋਜਨਾ ਆ ਰਹੀ ਹੈ, ਔਰ ਜਿਹਦੇ ਵਿੱਚ ਫ੍ਰੀ ਅਨਾਜ ਵੀ ਮਿਲ ਰਿਹਾ, ਜਿਹਦੇ ਵਿੱਚ ਲੋਕਾਂ ਨੂੰ ਆਟਾ ਦਾਣਾ ਵੀ ਮਿਲ ਰਿਹਾ। ਪਹਿਲਾਂ ਤਾਂ ਕੈਂਸਲ ਕਰ ਰਹੇ ਸੀਗੇ, ਪਰ ਇਹਨਾਂ ਨੇ ਕਹਿਤਾ ਸੀ ਕਿ ਹੁਣ 1 ਸਾਲ ਫਿਰ ਚਲਾਓ। ਹੁਣ ਵੇਖੋ ਦਸੰਬਰ ਤੱਕ ਫਿਰ ਸ਼ੁਰੂ ਕਰਤੀ ਹੈ, ਕਿਉਂਕਿ ਇਲੈਕਸ਼ਨ ਆਉਣ ਵਾਲੀ ਹੈ। ਅਗਲਾ ਇਲੈਕਸ਼ਨ ਤੋਂ ਬਾਅਦ ਫਿਰ ਐਲਾਨ ਹੋ ਜਾਊਗਾ। ਲੋਕਾਂ ਨੂੰ ਭਰਮਾਉਣ ਲਈ, ਲੋਕਾਂ ਨੂੰ ਆਪਣੇ ਨੇੜੇ ਲਾਉਣ ਲਈ ਇਹ ਸਾਰਾ ਕੁਝ ਇਹਨਾਂ ਦੇ ਵੱਲੋਂ ਬਾਕਾਇਦਾ ਤੌਰ 'ਤੇ ਬਿਆਨਾਂ ਰਾਹੀਂ, ਭਾਸ਼ਣਾਂ ਰਾਹੀਂ, ਸਹੂਲਤਾਂ ਰਾਹੀਂ, ਵਿਕਾਸ ਰਾਹੀਂ ਅਤੇ ਫੰਡਿੰਗ ਰਾਹੀਂ ਹੁੰਦਾ ਰਹਿੰਦਾ ਜੀ। ਐਗਜ਼ੈਕਟਲੀ, ਬਹੁਤ ਕੁਝ ਹੈ ਸਿਆਸੀ ਲਾਹੇ ਲੈਣ ਵਾਸਤੇ, ਸਿਆਸੀ ਬੈਨੀਫਿਟ ਆਪਣਾ ਲੈਣ ਵਾਸਤੇ, ਸੋ ਬਹੁਤ ਕੁਝ ਹੁੰਦਾ ਹੈ। ਸੋ ਉਸੇ ਕਰਕੇ ਹੀ ਪੰਜਾਬ ਦੇ ਮਾਹੌਲ ਦੇ ਉੱਤੇ ਅਕਾਲ ਤਖਤ ਸਾਹਿਬ ਤੋਂ ਇੱਕ ਸਟੇਟਮੈਂਟ ਜਾਰੀ ਹੋਈ ਹੈ ਕਿ ਜੋ ਵੀ ਮਾਹੌਲ ਹੈ, ਚਾਹੇ ਪੰਜਾਬ ਦਾ ਹੈ ਚਾਹੇ ਭਾਰਤ ਦਾ ਹੈ, ਇਸ ਮਾਹੌਲ ਨੂੰ ਲੈ ਕੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਨਾ ਕਰੋ। ਇਹਦੇ ਨਾਲ ਮਾਹੌਲ ਹੋਰ ਵਿਗੜ ਸਕਦਾ ਹੈ ਔਰ ਦੇਸ਼ ਵਾਸੀਆਂ ਦਾ ਜੀਣਾ ਹੋਰ ਦੂਬਰ ਹੋ ਸਕਦਾ। ਅੱਗੇ ਬੜੇ ਕਨਫਿਊਜ਼ਨ 'ਚ ਨੇ ਕਿ ਪਤਾ ਨਹੀਂ ਕੀ ਹੋਣਾ, ਕਿਉਸ ਡਿਸਆਰਡਰ ਹੈ, ਹਮੇਸ਼ਾ ਦਿਮਾਗ ਦੇ ਵਿੱਚ ਇਹ ਗੱਲ ਤਾਂ ਚੱਲਦੀ ਹੋ ਰਹਿੰਦੀ ਹੈ ਨਾ, ਫਿਊਚਰ 'ਚ ਕੀ ਹੋਏਗਾ, ਸਾਡਾ ਬਣੇਗਾ ਕੀ, ਇਨਸਿਕਿਉਰਿਟੀ ਫੀਲ ਹੁੰਦੀ ਹੈ। ਸੋ ਇੱਕ ਇਹ ਵੀ ਸਟੇਟਮੈਂਟ ਆਈ ਹੈ ਕਿ ਪੰਜਾਬ ਦਾ ਮਾਹੌਲ ਜੋ ਚੱਲ ਰਿਹਾ ਇਸ ਵਕਤ, ਉਸ ਤੋਂ ਕੋਈ ਪੋਲੀਟੀਕਲ ਬੈਨੀਫਿਟ ਲੈਣ ਵਾਸਤੇ ਕੋਸ਼ਿਸ਼ ਨਾ ਕਰਨ ਪੋਲੀਟੀਕਲ ਪਾਰਟੀਜ਼। ਹਾਂ, ਇਹ ਜਥੇਦਾਰ ਅਕਾਲ ਤਖਤ ਹਰਪ੍ਰੀਤ ਸਿੰਘ ਜੀ ਨੇ ਕਿਹਾ ਕਿ 2 ਜਿਹੜੀਆਂ ਘਟਨਾਵਾਂ ਹੋਈਆਂ ਪੰਜਾਬ ਦੇ ਵਿੱਚ, ਉਹਨਾਂ ਨੇ ਬਿਲਕੁਲ ਸ਼ਾਂਤੀ ਜਿਹੜੀ ਉਹ ਭੰਗ ਕਰ ਦਿੱਤੀ ਹੈ। ਜਿਸ 'ਚ 2 ਇੰਟਰਵਿਊ ਜਿਹੜੀ ਤੁਸੀਂ ਹੁਣ ਜ਼ਿਕਰ ਕੀਤਾ ਸੀ, ਲਾਰੈਂਸ ਬਿਸ਼ਨੋਈ ਜੀ ਦੀਆਂ 2 ਇੰਟਰਵਿਊ ਆਈਆਂ, ਉਹਦੇ ਨਾਲ ਵੀ ਖਲਬਲੀ ਬਹੁਤ ਮੱਚੀ ਆ। ਜਵਾਨਾਂ 'ਚ, ਮੁੰਡਿਆਂ 'ਚ, ਬੱਚਿਆਂ 'ਚ ਬੜਾ ਕੁਛ ਵੀ ਇਹ ਬੋਲ ਰਿਹਾ, ਇਹ ਕਿਉਂ ਬੋਲ ਰਿਹਾ, ਇਹ ਕਿਉਂ, ਇਹਨੂੰ ਹਟਾਇਆ ਨਹੀਂ ਕਿਸੇ ਨੇ, ਇਹ ਕਿਉਂ ਲੋਕਾਂ ਨੂੰ ਫਿਰ ਧਮਕੀਆਂ ਦੇ ਰਿਹਾ। ਇਹ ਲੋਕਾਂ ਦੇ ਜ਼ਿਹਨ ਦੇ ਵਿੱਚ ਦੁਬਾਰਾ ਨੈਗੇਟਿਵਿਟੀ ਪਾ ਗਈ। ਔਰ ਦੂਜੀ ਘਟਨਾ ਜਿਹੜੀ ਅੰਮ੍ਰਿਤਪਾਲ ਦੀ ਹੁਣੇ ਆਪਾਂ ਜ਼ਿਕਰ ਕੀਤਾ, ਗੱਲ ਵੀ ਕੀਤੀ ਆ ਕਿ ਉਹਨਾਂ ਨੂੰ ਅਰੈਸਟ ਕਰ ਲੈਣਾ ਜਾਂ ਨਾ ਕਰ ਲੈਣਾ, ਜਾਂ ਉਹਦੇ ਵਿੱਚ ਜੋ ਕੁਝ ਇਸ ਵੇਲੇ ਐਲਾਨ ਹੋ ਰਿਹਾ, ਭਗੌੜਾ ਕਹਿ ਕੇ ਉਹਨਾਂ ਨੇ ਕਹਿ ਦਿੱਤਾ ਕਿ ਭਗੌੜਾ ਹੋ ਗਿਆ, ਉਹ ਨਿਕਲ ਗਿਆ ਸਾਡੇ ਹੱਥੋਂ। ਇਹ ਚੀਜ਼ਾਂ ਜਿਹੜੀਆਂ ਪੰਜਾਬ ਦੇ ਸ਼ਾਂਤੀ ਲਈ, ਪੰਜਾਬ ਦੇ ਭਲੇ ਲਈ ਨਹੀਂ ਚੰਗੀਆਂ ਲੱਗਣਗੀਆਂ, ਕਿਉਂਕਿ ਪੰਜਾਬ ਸ਼ਾਂਤੀ ਨਾਲ ਜੀ ਰਿਹਾ ਸੀ, ਸਾਰਾ ਕੁਝ ਹੈਗਾ ਸੀਗਾ। ਜੇ ਉਹਦੇ 'ਚ FIR ਲੌਜ ਹੋਈ ਆ ਤਾਂ ਉਹਨੂੰ ਉੱਤੇ ਕੇਸ ਚਲਾਉਂਦੇ, ਉਹ ਆਪਣੇ ਆਪ ਤਰੀਕਾਂ ਭੁਗਤਦਾ, ਸਾਰਾ ਕੁਝ ਹੁੰਦਾ, ਜੁਡੀਸ਼ਰੀ ਲਾਈਨ ਲੈਂਦੇ। ਇਹਨਾਂ ਨੇ ਕਿ ਸਿੱਧਾ ਹੀ ਫੜਨ ਦੀ ਕੋਸ਼ਿਸ਼ ਕਰਦੇ। ਇਹ ਵੀ ਇੱਕ ਬਹੁਤ ਵੱਡੀ ਪੰਜਾਬ ਗੌਰਮੈਂਟ ਦੀ ਜਾਂ ਪੰਜਾਬ ਪੁਲਿਸ ਦੀ ਇੱਕ ਕਹਿ ਲਓ ਕਿ ਮਨਮਾਨੀ ਆ। ਉਹਦੇ ਵਿੱਚ ਜੇ ਹੈਗਾ ਕਿ ਜਿਹੜੇ ਵੀ ਲੋਕ ਹੈਗੇ ਆ ਜਿਨ੍ਹਾਂ ਨੂੰ ਫੜਦੇ ਆ, ਇਹਨੂੰ ਹੁਣ ਬਿਸ਼ਨੋਈ ਨੂੰ ਉੱਥੋਂ ਲੈਣ ਦਾ, ਤਿਹਾੜ ਜੇਲ੍ਹ ਤੋਂ, ਔਰ ਇਹਦੀ ਵੀਡੀਓ ਬਣਾ ਕੇ ਲਿਆਂਦਾ ਸੀਗਾ ਇਹਨੂੰ, ਔਰ ਉਹ ਲਿਆਉਣ ਤੋਂ ਬਾਅਦ ਇਹਨਾਂ ਨੇ ਮਾਨਸੇ ਲੈਂਦਾ ਪਹਿਲੋਂ CIA ਸਟਾਫ ਦੇ ਵਿੱਚ, ਫਿਰ ਇਹਨੂੰ ਬਾਕੀ ਕਾਫੀ ਜੇਲ੍ਹਾਂ 'ਚ ਘੁਮਾਉਂਦੇ ਰਹੇ, ਔਰ ਉਹਦੇ 'ਤੇ ਕਈ ਟੈਸਟ ਕੀਤੇ, ਨਾਰਕੋ ਟੈਸਟ ਜੇ ਉਹ ਕੀਤੇ, ਉਹਨੂੰ ਪਤਾ ਕਰਨ ਲਈ ਕਿ ਇਹ ਮੰਨਦਾ ਜਾਂ ਨਹੀਂ ਮੰਨਦਾ। ਔਰ ਉਦੋਂ ਬਾਅਦ ਇਹ ਹੁਣ ਅਕਾਲ ਤਖਤ ਦੇ ਜਥੇਦਾਰ ਜੀ ਨੇ ਉਹਨਾਂ ਨੇ ਕਹਿ ਤਾ ਕਿ ਇਹ ਗੱਲ ਨਹੀਂ ਸੀ ਹੋਣੀ ਚਾਹੀਦੀ। ਜੋ ਕੁਛ ਹੈਗਾ ਪੰਜਾਬ ਦੇ ਵਿੱਚ, ਜੋ ਕੁਛ ਕਰਾਉਣਾ ਹੈਗਾ, ਇਹਨੂੰ ਤਰੀਕੇ ਨਾਲ ਕਰੋ, ਸ਼ਾਂਤੀ ਨਾਲ ਕਰੋ, ਸ਼ਾਂਤੀ ਨੂੰ ਬਹਾਲ ਰੱਖੋ, ਰੌਲਾ ਨਾ ਪਾਓ, ਤਾਂ ਕਿ ਇਹਦੇ ਵਿੱਚ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਦਿਓ। ਨਹੀਂ ਤਾਂ ਨੌਜਵਾਨ ਤਾਂ ਬਾਹਰ ਨਿਕਲ ਰਹੇ ਆ, ਨਹੀਂ ਤਾਂ ਫਰਸਟ੍ਰੇਸ਼ਨ ਦੇ ਵਿੱਚ ਨਸ਼ਾ ਖਾ ਰਹੇ ਆ, ਜਾਂ ਉਹਦੇ ਵਿੱਚ ਕਈ ਜਿਹੜੇ ਹੈਗੇ ਉਹਦੇ ਵਿੱਚ ਕਈ ਚੀਜ਼ਾਂ ਅੱਗੇ ਆਉਣ ਲਈ ਨੁਕਸਾਨ ਦੇਣਗੀਆਂ ਪੰਜਾਬ ਨੂੰ। ਔਰ ਉਹਨਾਂ ਨੇ ਵੀ ਕਿਹਾ ਕਿ ਜਿਹੜਾ ਉਹਨਾਂ ਨੇ ਕਿਹਾ ਕਿ ਫੋਰਸ ਬਣਾਉਣ ਲਈ ਕਿਹਾ, ਜਦੋਂ ਪੰਜਾਬ ਗੌਰਮੈਂਟ ਨੇ ਕਿਹਾ ਕਿ ਇਹਨਾਂ ਦੀ ਫੋਰਸ ਹੈਗੀ ਸੀ ਅੰਮ੍ਰਿਤਪਾਲ ਦੀ, ਕੋਈ ਆਪਣਾ ਜਥਾ ਬਣਾ ਰਹੇ ਸੀ, ਉਹਦੇ ਵਿੱਚ ਇਹਨਾਂ ਨੇ ਫੋਰਸ ਬਣਾਈ ਹੈ। ਉਹ ਕਹਿੰਦੇ ਵੀ ਇਹਦੇ ਵਿੱਚ ਜੇ ਬਣਾਈ ਆ ਤਾਂ ਪੰਜਾਬ ਨੂੰ ਪਤਾ ਹੀ ਨਹੀਂ ਲੱਗਦਾ ਕਿ ਪੰਜਾਬ ਪੁਲਿਸ ਕਿੱਥੇ ਹੈਗੀ ਆ, ਜਾਂ ਬਾਕੀ ਜਿਹੜੀਆਂ ਸਾਡੀਆਂ ਹੋਰ ਫੋਰਸਾਂ ਨੇ, ਆਰਮੀ ਹੈ ਪੰਜਾਬ 'ਚ, BSF ਹੈਗੀਆਂ, ਉਹਨਾਂ ਨੂੰ ਪਤਾ ਲੱਗਦਾ ਕਿੱਧਰ ਫੋਰਸ ਬਣਾਉਣ ਕੀ ਯੂਨੀਫਾਰਮ ਉਹਦੀ ਹੈ, ਕੀ ਕੋਡ ਆਫ ਕੰਡਕਟ ਹੈਗਾ, ਕੀ ਸੈਲਰੀ ਹੈਗੀ, ਕਿੱਥੇ ਹੈਗਾ। ਇਹ ਕਈ ਵਾਰੀ ਹਵਾ 'ਚ ਵੀ ਗੱਲਾਂ ਹੁੰਦੀਆਂ, ਹਵਾ ਦੇ ਵਿੱਚ ਵੀ ਹੈ। ਜੇ ਪੰਜਾਬ ਪੁਲਿਸ ਨੂੰ ਪਤਾ ਤਾਂ ਲੋਕਾਂ ਨੂੰ ਨਹੀਂ ਪਤਾ, ਲੋਕ ਵੀ ਤਾਂ ਇੱਥੇ ਬੈਠੇ ਹੈਗਾ। ਕਿਸੇ ਵੱਲੋਂ ਇਹ ਆਲੋਚਨਾ ਨਹੀਂ ਹੋਈ
ਕਿਸੇ ਸੂਝਵਾਨ ਨੇ, ਕਿਸੇ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ, ਵਾਈਸ ਚਾਂਸਲਰ ਨੇ ਤਾਂ ਗੱਲ ਹੀ ਨਹੀਂ ਕਹੀ। ਪੰਜਾਬ ਕਿੰਨਾ ਕੁ ਵੱਡਾ ਹੈਗਾ, ਨਿੱਕਾ ਜਿਹਾ ਪੰਜਾਬ ਆ, ਕਿੰਨੇ ਕੁ ਜ਼ਿਲ੍ਹੇ ਹੈਗੇ। ਜਿਹੜੀ ਗੱਲ ਇੱਥੇ ਹੋਵੇ, ਕੋਈ ਵੀ ਗੱਲ ਹੁੰਦੀ ਹੈ, ਕੋਈ ਮਰਡਰ ਹੋਵੇ ਤਾਂ 1 ਮਿੰਟ 'ਚ ਪਤਾ ਲੱਗ ਜਾਂਦਾ ਕਿ ਕਿਹਨੇ ਕੀ ਕੀਤਾ। ਫੋਨ ਨੇ, ਟੈਲੀਫੋਨ 'ਤੇ ਆ ਜਾਂਦੀ ਗੱਲ, ਕਮਿਊਨੀਕੇਸ਼ਨ ਰਾਹੀਂ ਗੱਲ ਆ ਜਾਂਦੀ ਹੈ। ਔਰ ਇੰਨੇ ਬਲੇਮ ਇੱਕ ਵਾਰ ਹੀ ਲਾ ਦੇਣੇ ਔਰ ਇੰਨਾ ਸਾਰਾ ਕੁਝ ਕਰ ਦੇਣਾ, ਇਹ ਜਥੇਦਾਰ ਸਾਹਿਬ ਨੇ ਗੱਲ ਕੀਤੀ ਹੈ। ਪਰ ਨਾਲ ਲੱਗਦੀ ਗੱਲ ਦੀ ਪ੍ਰੋੜਤਾ ਹਰਜਿੰਦਰ ਸਿੰਘ ਧਾਮੀਰਾ ਨੇ ਵੀ ਕੀਤੀ ਹੈ ਕਿ ਇਹ ਗੱਲ ਬਿਲਕੁਲ ਬਾਕਾਇਦਾ ਤੌਰ 'ਤੇ ਨਿਰਾਧਾਰਤ ਹੈ। ਇਸ ਗੱਲ ਨੂੰ ਜੋ ਕੁਝ ਕੀਤਾ ਗਿਆ ਵਾ, ਇਹਦੇ ਵਿੱਚ ਇਹ ਨਹੀਂ ਕਿਹਾ ਕਿ ਇਹ ਨਹੀਂ ਕਿਹਾ ਕਿ ਉਹਨੂੰ ਬਖਸ਼ ਦੇਣ ਵਾਲੀ ਗੱਲ ਕੀਤੀ ਉਹਦੇ 'ਤੇ ਨਾ ਕਰੋ। ਕਹਿੰਦੇ ਕਰਨਾ ਤਾਂ ਜੁਡੀਸ਼ਰੀ ਦੇ ਰਾਹੀਂ ਕਰੋ। ਜੋ ਕੁਛ ਹੁੰਦਾ, ਜੋ ਕਾਨੂੰਨ ਕਹਿੰਦਾ, ਜੋ ਕਾਇਦਾ ਕਹਿੰਦਾ, ਜੋ ਪ੍ਰਿੰਸੀਪਲ ਕਹਿੰਦਾ, ਜੋ ਸੰਵਿਧਾਨ ਕਹਿੰਦਾ, ਉਹਦੇ ਰਾਹੀਂ ਫੜੋ। ਇਹ ਨਹੀਂ ਕਿਹਾ ਕਿ ਅਸੀਂ ਉਹਨੂੰ ਫੜ ਕੇ ਉਹਦੇ ਬਾਅਦ ਮੁੜ ਕੇ ਪਤਾ ਨਾ ਲੱਗੇ ਕਿ ਫੜਿਆ ਜਾਂ ਨਹੀਂ ਫੜਿਆ, ਜਾਂ ਉਹਨੂੰ ਸੱਟਾਂ ਲਾ ਦਿੱਤੀਆਂ ਜਾਣ ਜਾਂ ਮਾਰ ਦਿੱਤਾ ਜਾਵੇ ਤੇ ਪਤਾ ਨਾ ਲੱਗੇ। ਜੁਡੀਸ਼ਰੀ ਨਾਲ ਕਰੋ ਜੋ ਕਾਨੂੰਨ ਕਹਿੰਦਾ, ਕਾਨੂੰਨ ਕਾਇਦੇ 'ਚ ਜੇਲ੍ਹਾਂ ਕਾਹਦੇ ਲਈ ਬਣੀਆਂ। ਬਾਕੀ ਵੀ ਤਾਂ ਲਾਰੈਂਸ ਬਿਸ਼ਨੋਈ ਜਿਹੜਾ ਇੰਨਾ ਵੱਡਾ, ਉਹ ਤਾਂ ਜੇਲ੍ਹ 'ਚ ਹੈਗਾ ਹੀ ਆ। ਹੋਰ ਵੀ ਕਈ ਗੈਂਗਸਟਰ ਜੇਲ੍ਹ ਦੇ ਵਿੱਚ ਹੈਗੇ ਆ, ਉਹਦੇ ਵਿੱਚ ਕਈ ਕੁਛ ਹੈਗਾ। ਪਰ ਉਹਦਾ ਵੀ ਆਹ ਜਿਹੜਾ ਕਾਨੂੰਨ ਕਾਇਦਾ ਹੈ, ਇਹ ਵੱਸ ਤੋਂ ਬਾਹਰ ਵਾਲੀ ਗੱਲ ਹੈ। ਸਾਰੇ ਜਥੇਦਾਰਾਂ ਨੇ, ਜਿਹੜੇ ਧਾਰਮਿਕ ਸਥਾਨਾਂ ਦੇ ਮੁਖੀ ਨੇ, ਉਹਨਾਂ ਨੇ ਇਹਦੀ ਆਲੋਚਨਾ ਕੀਤੀ ਹੈ ਸਾਰਿਆਂ ਨੇ ਵੀ ਮਾੜੀ ਗੱਲ ਹੈ, ਚੰਗੀ ਗੱਲ। ਦੇਖੋ ਨਾ, ਕਈ ਵਾਰ ਬੜਾ ਮਹਿਸੂਸ ਹੁੰਦਾ ਹੈ ਕਿ ਇੰਨੇ ਸਮਝਦਾਰ ਲੋਕ ਨੇ ਔਰ ਫਿਰ ਵੀ ਨਦਾਨੀਆਂ, ਬਿਲਕੁਲ ਨਾ ਸਮਝੀ ਵਾਲੀਆਂ ਸਹੀ ਗੱਲ, ਗੱਲਾਂ, ਨਾ ਸਮਝੀ ਵਾਲੇ ਕੰਮ। ਮਤਲਬ ਸਮਝਦਾਰ ਲੋਕ ਜੇ ਇਦਾਂ ਦੀਆਂ ਗੱਲਾਂ ਕਰਨ, ਜੇ ਤਾਂ ਬੰਦਾ ਅਣਜਾਣ ਹੋਵੇ ਨਾ, ਅਨੁਭਵ ਨਹੀਂ ਹੈਗਾ, ਚਲੋ ਗਲਤੀ ਕਰਦਾ ਹੈ, ਕਿਸੇ ਹੱਦ ਤੱਕ ਸਵੀਕਾਰ ਹੋ ਸਕਦੀ ਹੈ ਗਲਤੀ ਪੇ, ਚਲੋ ਨਵਾਂ ਬੰਦਾ ਹੈ, ਨਵਾਂ ਬੰਦਾ ਨੂੰ ਐਕਸਪੀਰੀਅੰਸ ਨਹੀਂ ਹੈਗਾ। ਪੁਰਾਣੇ ਖੁੰਡ, ਪੁਰਾਣੇ ਤਜਰਬੇ, ਪੁਰਾਣੀ ਉਹਨਾਂ ਦੀ ਜਾਣਕਾਰੀ ਔਰ ਇੰਨੇ ਸਿਆਣੇ ਲੋਕ ਔਰ ਇਦਾਂ ਦੀਆਂ ਗੱਲਾਂ, ਨਿਆਣੀਆਂ ਵਾਲੀਆਂ ਗੱਲਾਂ ਕਰਦੇ ਨੇ। ਸ਼ੋਭ ਦੀਆਂ ਨਹੀਂ ਗੱਲਾਂ, ਇਹ ਸ਼ੋਭ ਦੀਆਂ ਵੀ ਨਹੀਂ ਹੈਗੀਆਂ। ਔਰ ਇਹਦਾ ਜਿਹੜਾ ਬੁਰਾ ਅਸਰ ਪੈਂਦਾ ਮਾਹੌਲ ਦੇ ਉੱਤੇ, ਮਨਾਂ ਦੇ ਉੱਤੇ, ਉਹ ਤੇ ਉਹਨਾਂ ਦੀ ਆਪਣੀ ਇਮੇਜ ਕੀ ਰਹਿ ਜਾਂਦੀ ਹੈ, ਕੀ ਇੱਜ਼ਤ ਰਹਿ ਜਾਂਦੀ ਕਿ ਯਾਰ ਅਸੀਂ ਤੇ ਬੜੀ ਇੱਜ਼ਤ ਸਮਝਦੇ ਸੀ, ਅਸੀਂ ਤੇ ਬੜੀ ਇੱਜ਼ਤ ਕਰਦੇ ਸੀ, ਦਿਲੋਂ ਇੱਜ਼ਤ ਕਰਦੇ ਸੀ, ਤੁਸੀਂ ਆਹ ਕੀ ਕਰਕੇ ਦਿਖਾਤਾ। ਮਤਲਬ ਇੱਕ ਕੁਐਸਚਨ ਮਾਰਕ ਲੱਗ ਜਾਂਦਾ। ਪਾਸੇ ਭਗਵੰਤ ਮਾਨ ਜੀ ਕਹਿ ਰਹੇ ਕਿ ਅਸੀਂ ਚਾਹੁੰਦੇ ਨਹੀਂ ਕਿ ਪੰਜਾਬ ਦੇ ਜਵਾਨ ਜਿਹੜੇ ਹੈਗੇ ਆ, ਇਹ ਬਾਹਰਲੇ ਦੇਸ਼ਾਂ 'ਚ ਪੜ੍ਹਨ ਚਲੇ ਜਾਣ, ਰੋਜੀ ਰੋਟੀ ਲਈ ਚਲੇ ਜਾਣ, ਉੱਥੇ ਆਪਣਾ ਕਾਰੋਬਾਰ ਸ਼ੁਰੂ ਕਰ ਦੇਣ, ਮਸ਼ੀਨਰੀ ਨਾਲ ਕੰਮ ਕਰਨ, ਡਾਕਟਰ, ਇੰਜੀਨੀਅਰ ਜਾਂ ਜਵਾਨ ਮੁੰਡੇ ਜਾ ਰਹੇ ਆ। ਤੀਜੇ ਪਾਸੇ ਆਹ ਜਿਹੜੀ ਗੱਲ ਹੋ ਗਈ ਹੈ, ਇਹਦਾ ਨਹੀਂ ਸਮਝ ਆ ਰਹੀ ਕਿ ਜਦੋਂ ਹੁਣ ਮਾਵਾਂ ਤੇ ਪਿਓ ਜਿਹੜੇ ਬੜੇ ਸੁਖੀ ਨੇ, ਜਿਨ੍ਹਾਂ ਦੇ ਬੱਚੇ ਬਾਹਰ ਬੈਠੇ, ਕੈਨੇਡਾ, ਅਮਰੀਕਾ, ਇੰਗਲੈਂਡ, ਨਿਊਜ਼ੀਲੈਂਡ, ਜਿੱਥੇ ਬੈਠੇ ਆ, ਉਹ ਕਹਿੰਦੇ ਘੱਟੋ ਘੱਟ ਇੱਥੇ ਤਾਂ ਨਹੀਂ ਸਾਨੂੰ ਫਿਕਰ ਕਿ ਕੱਲ੍ਹ ਨੂੰ ਮੁੰਡੇ ਕਿਸੇ ਗਰੁੱਪ 'ਚ, ਜਥੇ 'ਚ ਜਾਂ ਉੱਧਰ ਚਲੇ ਜਾਣ ਅਤੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ, ਫਿਰ ਥੋ ਪਤਾ ਨਾ ਲੱਗੇ ਵੀ ਕਿੱਥੇ ਮਾਰਤਾ, ਕਿੱਥੇ ਚਲੇ ਗਿਆ। ਜਦੋਂ 1984 ਦੇ ਵਿੱਚ ਇੰਨਾ ਸਾਰਾ ਕੁਛ ਬਲੱਡ ਸ਼ੈੱਡ ਹੋਇਆ, ਇੰਨਾ ਕੁਛ ਹੋਇਆ, ਬਹੁਤ ਜਵਾਨ ਮੁੰਡੇ ਮਾਰੇ ਗਏ ਦਿਨ ਦਿਹਾੜੇ, ਇਨਕਾਊਂਟਰ ਕਰਕੇ ਕੀ ਕੁਛ ਹੋਇਆ, ਇਹ ਸਾਰੇ ਸਾਡੇ ਦਰਸ਼ਕਾਂ ਨੂੰ ਪਤਾ ਹੀ ਹੈ ਕਿ ਮਾਝੇ ਦੇ ਵਿੱਚ ਔਰ ਮਾਲਵੇ ਦੇ ਵਿੱਚ ਔਰ ਦੁਆਬੇ ਦੇ ਵਿੱਚ ਜਵਾਨ ਮੁੰਡਾ ਰਹਿਣ ਨਹੀਂ ਦਿੱਤਾ ਕੋਈ। ਉਹ ਹੁਣ ਜਵਾਨ ਮੁੰਡੇ ਇਸੇ ਕਰਕੇ ਸੇਫ ਸਾਈਡ ਲਈ ਬਾਹਰ ਚਲੇ ਜਾਂਦੇ ਆ। ਇਸੇ ਕਰਕੇ ਹੈਗਾ ਕਿ ਇਹਨਾਂ 'ਤੇ ਕੋਈ ਉਂਗਲੀ ਨਾ ਉੱਠੇ, ਇਹਨਾਂ ਦੇ ਕੋਈ ਮਾਰ ਧਾੜ ਨਾ ਹੋਵੇ, ਇਹਨਾਂ ਦਾ ਕੋਈ ਨੁਕਸਾਨ ਨਾ ਹੋਵੇ, ਇਹਨਾਂ ਨੂੰ ਕੱਲ੍ਹ ਆਉਣ ਵਾਲਾ ਫਿਊਚਰ ਜਿਹੜਾ ਡਾਰਕ ਨਾ ਬਣਾ ਦਿੱਤਾ ਜਾਵੇ। ਇਹ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਮਾਵਾਂ ਨੇ, ਉਹਨਾਂ ਦੇ ਪਿਓਾਂ ਨੇ ਜੋ ਗਹਿਣੇ ਪਾਇਆ, ਜੋ ਪੈਸਾ ਕਿੱਥੋਂ ਇਕੱਠਾ ਕੀਤਾ, ਇਕੱਠਾ ਕਰਕੇ ਛੱਲੀ ਪੂਣੀ ਵੇਚ ਕੇ ਪੰਜਾਬੀ ਜਿਹਨੂੰ ਕਹਿੰਦੇ ਆ, ਉਹਨਾਂ ਨੂੰ ਬਾਹਰ ਭੇਜਤਾ। ਹੁਣ ਇਹਨਾਂ ਨੂੰ ਫਿਕਰ ਤਾਂ ਨਹੀਂ। ਪੰਜਾਬ ਦੀ ਧਰਤੀ ਤਾਂ ਇੰਨੀ ਗੁਰੂਆਂ ਪੀਰਾਂ ਦੀ ਧਰਤੀ, ਇੱਥੇ ਲੋਕ ਆਉਣਾ ਬਹੁਤ ਪਸੰਦ ਕਰਦੇ ਸੀਗੇ। ਜਦੋਂ G20 ਹੋਇਆ, ਲੋਕ ਆ ਕੇ ਦਰਸ਼ਨ ਕਰਦੇ ਆ, ਦਰਬਾਰ ਸਾਹਿਬ ਆਉਂਦੇ, ਸਾਰਾ ਕੁਝ। ਪਰ ਪੰਜਾਬ ਦੇ ਵਿੱਚ ਜਿਹੜੇ ਵਸਨੀਕ ਨੇ ਜਾਂ ਲੋਕ, ਜਿਹੜੀ ਤੁਸੀਂ ਗੱਲ ਕੀਤੀ ਸੂਝਵਾਨ ਨੇ, ਉਹ ਗੱਲ 'ਤੇ ਪਛਤਾਵਾ ਕਰ ਰਹੇ ਕਿ ਇੱਥੇ ਬੜਾ ਕੁਝ ਹੋ ਰਿਹਾ, ਦਿਨ ਦਿਹਾੜੇ ਹੁੰਦਾ ਔਰ ਰਹਿਣਾ ਔਖਾ ਹੋ ਰਿਹਾ। ਹੁਣ ਇਸੇ ਕਰਕੇ ਹੁਣ 2 ਇੰਸੀਡੈਂਟ ਇੱਦਾਂ ਦੇ ਹੋ ਗਏ, ਕਿਦੋਂ ਤੱਕ ਲੋਕਾਂ ਨੂੰ ਸਾਹ ਲੈਣਾ ਔਖਾ ਹੋ ਰਿਹਾ। ਕਦੇ ਆਪੋਜੀਸ਼ਨ ਕਹਿੰਦੀ ਆ ਕਿ ਵੇਖੋ ਜੀ ਇੱਥੇ ਰੋਜ਼ ਦਿਹਾੜੀ ਹੋ ਰਿਹਾ, ਪੰਜਾਬ ਦੇ ਵਿੱਚ ਸ਼ਾਂਤੀ ਨਹੀਂ ਹੋ ਰਹੀ, ਇਹਦੇ ਵਿੱਚ ਬਹੁਤ ਕੁਝ ਫੈਲ ਰਿਹਾ ਮਾੜਾ, ਅਤੇ ਇਹਦੇ ਵਿੱਚ ਸਰਕਾਰ ਨੂੰ ਜਿਹੜਾ ਹੈਗਾ ਇਹਨੂੰ ਅਸਤੀਫਾ ਦੇ ਦੇਣਾ ਚਾਹੀਦਾ। ਹੁਣ ਸਰਕਾਰ ਆਊਗੀ, ਦੂਜੀ ਸਰਕਾਰ ਤਾਂ ਉਦੋਂ ਸ਼ਾਂਤੀ ਇੱਕਦਮ ਹੋ ਜੂਗੀ। ਇਹ ਕੋਈ ਜਾਦੂ ਦੀ ਛੜੀ ਨਾਲ ਤਾਂ ਨਹੀਂ ਸ਼ਾਂਤੀ ਕਰਕੇ ਹੋ ਜੂਗਾ ਸਾਰਾ ਕੁਝ, ਕਿਉਂਕਿ ਨੈਟਵਰਕ ਨੂੰ ਖਤਮ ਕਰਨਾ ਇਹ ਬੜਾ ਮੁਸ਼ਕਿਲ ਹੋ ਜਾਂਦਾ ਹੈ। ਬਹੁਤ ਸਹੀ। ਤੁਸੀਂ 10 ਬੰਦੇ ਫੜ ਲਏ, 20 ਬੰਦੇ ਫੜ ਲਏ, ਓਕੇ, ਪਰ ਜਿਹੜਾ ਨੈਟਵਰਕ ਹੈ ਉਹ 10 ਬੰਦੇ ਹੋਰ ਪੈਦਾ ਕਰ ਦੂਗਾ, 100 ਬੰਦੇ ਹੋਰ ਪੈਦਾ ਕਰ ਦੂਗਾ, ਉਹਦਾ ਕੀ ਕਰਾਂਗੇ। ਸੋ ਜੜ ਖਤਮ ਕਰੋ। ਜਦੋਂ ਤੱਕ ਸਮੱਸਿਆ ਨੂੰ ਜੜ ਤੋਂ ਨਹੀਂ ਖਤਮ ਕੀਤਾ ਜਾਂਦਾ, ਉਦੋਂ ਤੱਕ ਤੁਸੀਂ ਉਸ ਸਮੱਸਿਆ ਤੋਂ ਨਿਜਾਤ ਨਹੀਂ ਪਾ ਸਕਦੇ। 3000 ਬੱਚੇ ਨੂੰ ਨੌਕਰੀ ਦੇ ਕੇ ਤਾਂ ਨਹੀਂ ਬੇਰੁਜ਼ਗਾਰੀ ਖਤਮ ਹੋ ਜਾਂਦੀ। ਇਹ ਸਾਰੇ ਮੁੰਡੇ ਜੇ ਕਿਤੇ ਜਥਿਆਂ 'ਚ, ਗਰੁੱਪਾਂ 'ਚ ਜਾਂ ਰਲਦੇ ਵੀ ਆ, ਅਤੇ ਬੇਰੁਜ਼ਗਾਰ ਹੀ ਆ ਮੁੰਡੇ। ਇਹਨਾਂ ਦਾ ਸਹੀ ਤੌਰ 'ਤੇ ਮਾਰਗਦਰਸ਼ਨ ਕੀਤਾ ਜਾਵੇ, ਇਹਨਾਂ ਨੂੰ ਤਰੀਕੇ ਨਾਲ ਕੰਮ ਕਾਜ 'ਤੇ ਲਾਇਆ ਜਾਵੇ, ਅਤੇ ਵਿਹਲਾ ਮਨ ਸ਼ੈਤਾਨ ਦਾ ਚਰਖਾ ਨਾ ਬਣ ਦੇਣ। ਉਹ ਬੱਚੇ ਜਦੋਂ ਆਪਣੀ ਐਨਰਜੀ ਨੂੰ ਵੇਸਟ ਨਹੀਂ ਹੋਣ ਦੇਣਗੇ, ਉੱਧਰ ਕੰਮ ਕਰਨਗੇ। ਜੋ ਯੂਥ ਜੋ ਚਾਹਵੇ ਉਹੀ ਕਰ ਲੈਂਦਾ। ਜੇ ਜ਼ਮੀਨਾਂ ਪਈਆਂ ਵਾਧੂ, ਆਪਾਂ ਇੱਕ ਦਿਨ ਗੱਲ ਕੀਤੀ ਸੀ, ਜਿੱਥੇ ਕਬਜ਼ਿਆਂ ਦੀ ਜ਼ਮੀਨਾਂ ਛਡਾਈਆਂ, ਕਿਉਂ ਨਹੀਂ ਵੰਡਦੇ ਜਵਾਨਾਂ ਨੂੰ?
ਉਹ ਮੁੰਡਿਆਂ ਨੂੰ ਦੇ ਦੇਣੀ ਚਾਹੀਦੀਆਂ ਵੀ ਤੁਸੀਂ ਬੱਚਿਓ ਕੈਨੇਡਾ ਅਮਰੀਕਾ 'ਚ ਨਾ ਜਾਓ, ਉੱਥੇ ਵੀ ਤੁਸੀਂ ਖੇਤੀਬਾੜੀ ਕਰੋਗੇ, ਉੱਥੇ ਵੀ ਦਿਹਾੜੀਆਂ ਕਰੋਗੇ, ਲੇਬਰ ਕਰੋਗੇ, ਉੱਥੇ ਵੀ ਤੁਸੀਂ ਕਾਂਟ ਛਾਂਟ ਕਰੋਗੇ ਬੂਟਿਆਂ ਦੀ, ਇੱਥੇ ਕਿਉਂ ਨਹੀਂ ਕਰਦੇ? ਬਾਗ ਉਗਾਓ, ਇੱਥੇ ਕੰਮ ਕਰੋ, ਲਓ ਜ਼ਮੀਨ, ਕਿਉਂ ਨਹੀਂ ਕਰ ਸਕਦੇ? ਬੱਚਾ ਇਹ ਡੇਰ ਕਰਨਾ ਪੈਂਦਾ, ਇਹ ਇੱਕ ਬੜਾ ਵੱਡੇ ਹੌਸਲੇ ਨਾਲ ਕੰਮ ਕਰਨਾ। ਐਗਜ਼ੈਕਟਲੀ, ਹੌਸਲਾ ਚਾਹੀਦਾ, ਪੋਲੀਟੀਕਲ ਵਿਲ ਚਾਹੀਦੀ ਹੈ, ਰਾਜਨੀਤੀ ਨੂੰ ਇੱਛਾ ਸ਼ਕਤੀ, ਮਜ਼ਬੂਤ ਇੱਛਾ ਸ਼ਕਤੀ ਚਾਹੀਦੀ ਹੈ, ਤਾਂ ਪਰਿਵਰਤਨ ਆਉਂਦੇ ਨੇ, ਜ਼ਰੂਰ, ਤਾਂ ਹੀ ਜਨਤਾ ਸਾਥ ਦਿੰਦੀ ਹੈ। ਸੋ ਉਹ ਕਿਹਾ ਜਾਂਦਾ ਨਾ, ਜਿੱਦਾਂ ਦਾ ਰਾਜਾ ਹੋਵੇ ਉੱਦਾਂ ਦੀ ਪ੍ਰਜਾ ਹੋ ਜਾਂਦੀ ਹੈ। ਸਹੀ ਗੱਲ। ਸੋ ਅੱਗੇ ਵਧੀਏ ਆਪਾਂ। ਜ਼ਰੂਰ। ਕਿਸਾਨ ਮਹਾਪੰਚਾਇਤ, ਹਾਂ, ਉਹਨਾਂ ਦੀ ਮਹਾਪੰਚਾਇਤ ਜਦੋਂ ਬਹਿੰਦੀ ਹੈ ਤਾਂ ਵੱਡੇ ਵੱਡੇ ਫੈਸਲੇ ਹੁੰਦੇ ਨੇ। ਕਿਸਾਨ ਅੰਦੋਲਨ ਵੀ ਹੋਇਆ, ਅਸੀਂ ਸਾਰਿਆਂ ਨੇ ਦੇਖਿਆ। ਤੇ ਹੁਣ MSP ਦਾ ਹਜੇ ਵੀ ਅੜਿੱਕਾ ਵਿੱਚ ਹੀ ਪਿਆ ਹੋਇਆ, ਉਹ ਵੀ ਮਾਮਲਾ ਹਲੇ ਗਿੱਲਾ ਪੀਣੀ ਹੈ, ਜਿਸਨੂੰ ਸਾਰੇ ਕਹਿੰਦੇ ਨੇ। ਸਹੀ ਗੱਲ। ਸੋ ਫਿਰ ਚਾਲੇ ਪਾ ਦਿੱਤੇ ਨੇ ਕੇਂਦਰ ਵੱਲ। ਹਾਂ, ਇਹ ਅੱਜ ਹੀ ਹੋ ਰਿਹਾ ਉੱਥੇ, ਜਿਹੜੀ ਰਾਮਲੀਲਾ ਮੈਦਾਨ ਦੇ ਵਿੱਚ ਹੀ, ਉਹਦੇ ਵਿੱਚ ਮਹਾਪੰਚਾਇਤ ਦਾ ਜਿਹੜਾ ਸਮਾਗਮ ਆ, ਔਰ ਉਹਦੇ ਵਿੱਚ 32 ਜਥੇਬੰਦੀਆਂ ਕਿਸਾਨਾਂ ਦੀ ਜਾ ਰਹੀਆਂ। ਕਿਰਤੀ ਕਿਸਾਨ ਵੀ ਜਾ ਰਹੇ ਆ, ਸੰਯੁਕਤ ਰਾਸ਼ਟਰੀ ਜਿਹੜੇ ਕਿਸਾਨ ਜਿਹੜੀ ਕਮੇਟੀ ਆ ਉਹਦੇ ਵੀ ਲੋਕ ਨੇ, ਉਗਰਾਹਾ ਕਮੇਟੀ ਵੀ ਆ, ਸਾਰੇ ਤਕਰੀਬਨ ਜਾ ਰਹੇ ਆ। ਉਹਨਾਂ ਨੇ ਇਹ ਵੀ ਕਹਿਤਾ ਕਿ ਆਉਣ ਵਾਲੀ ਜਿਹੜੀ ਗੌਰਮੈਂਟ ਆ, ਇਹਨਾਂ ਨੂੰ ਅਸੀਂ ਦੱਸ ਦਿੰਦੇ ਹਾਂ ਕਿ ਸਾਡਾ ਇਹ ਹੋ ਸਕਦਾ ਕਿ ਜੇ ਨਾ ਮੰਨਿਆ ਗਿਆ ਸਾਡਾ ਜਿਹੜੀ ਆ MSP ਦਾ ਮਸਲਾ, ਜੇ ਘੱਟੋ ਘੱਟ ਸਮਰਥਨ ਮੁੱਲ 'ਤੇ ਨਹੀਂ ਇਹਨਾਂ ਨੇ ਕੋਈ ਹੰਗਾਰਾ ਦਿੱਤਾ ਤਾਂ ਅਸੀਂ ਉਸੇ ਤਰ੍ਹਾਂ ਦੇ ਅੰਦੋਲਨ ਲਈ ਫਿਰ ਦਿੱਲੀ ਆ ਜਾਵਾਂਗੇ। ਅੱਜ ਉਹਨਾਂ ਨੇ ਇਹ ਘੱਟੋ ਘੱਟ ਐਲਾਨ ਕਰ ਦਿੱਤਾ ਉੱਥੇ, ਔਰ ਉਹਦੇ ਵਿੱਚ ਉਹਨਾਂ ਨੇ ਬਾਕੀ ਕਿਸਾਨਾਂ ਦੀ ਜਿੰਨੀਆਂ ਜਥੇਬੰਦੀਆਂ, ਉਹਨਾਂ ਨੇ ਆ ਕੇ ਕਿਹਾ ਕਿ ਅੱਗੇ ਕਮੇਟੀ ਬਣਾਈ ਸੀ, ਪੀਯੂਸ਼ ਗੋਇਲ ਜੀ ਸੀਗੇ ਉਹ 'ਚ, ਬਾਕੀ ਜਿਹੜੇ ਮੰਤਰੀ ਸੀਗੇ ਉਹ ਸੀਗੇ ਰਾਵਤ ਜੀ, ਔਰ ਉਹਨਾਂ ਨੇ ਇਕੱਠੇ ਹੋ ਕੇ ਕਮੇਟੀ ਬਣਾਈ ਸੀ। ਨੁਮਾਇੰਦਾ ਇਹਨਾਂ ਦਾ ਲੈਣਾ ਸੀ ਕਮੇਟੀ ਦਾ, ਕਿਸਾਨਾਂ ਦੀ ਦਾ, ਉਹ ਅਜੇ ਤੱਕ ਲਿਆ ਹੀ ਨਹੀਂ ਸੀਗਾ। ਉਹ ਸਾਰੇ ਦਾ ਸਾਰਾ ਮਾਮਲਾ ਢਹਿ ਢੇਰੀ ਹੋਇਆ। ਇਹਨਾਂ ਨੇ ਦੁਬਾਰਾ ਫਿਰ ਇਹ ਜਥੇਬੰਦੀਆਂ ਨੂੰ ਐਲਾਨ ਕੀਤਾ ਅਤੇ ਇਕੱਠੀਆਂ ਹੋ ਕੇ ਉੱਥੇ ਗਈਆਂ ਦਿੱਲੀ ਦੇ ਵਿੱਚ। ਔਰ ਦਿੱਲੀ ਦੇ ਵਿੱਚ ਹੁਣ ਸਿਰਫ ਤੇ ਇਹਨਾਂ ਨੇ ਵਿਚਾਰਿਆਂ ਨੂੰ ਉਹੀ ਮੰਗਣਾ ਵਾ ਜਿਹੜਾ ਸਮਰਥਨ ਮੁੱਲ ਹੈਗਾ ਉਹਦੇ ਲਈ, ਕਿਉਂਕਿ ਕਣਕ ਆ ਰਹੀ ਹੈ, ਇਸ ਕਰਕੇ ਗਏ ਆ। ਕਣਕ ਦੀ ਖੇਤੀ ਕੱਟਣਾ ਅਗਲੇ ਮਹੀਨੇ, ਆਹ ਹੁਣ ਚੇਤ ਦਾ ਮਹੀਨਾ ਜਾ ਰਿਹਾ ਅਤੇ ਵਿਸਾਖ ਆ ਗਿਆ। ਵਿਸਾਖ ਦੇ ਵਿੱਚ ਸੰਗਰਾਂਦ ਵਾਲੇ ਦਿਨ ਵਾਢੀ ਪੈ ਜਾਣੀ ਹੈ, ਕਣਕਾਂ ਪੱਕਣ 'ਤੇ ਆ ਰਹੀਆਂ। ਅਤੇ ਦੂਜਾ ਉਹਨਾਂ ਨੇ ਕਿਹਾ ਕਿ ਜਿਹੜਾ ਹੁਣ ਜਿਹੜੀ ਮੀਂਹ ਪੈ ਗਿਆ, 2 ਵਾਰੀ ਮੀਂਹ ਪਿਆ, ਅੱਜ ਵੀ ਚੰਗਾ ਮੀਂਹ ਪੈ ਗਿਆ, ਹਵਾ ਵੀ ਆਈ ਆ ਅਤੇ ਕਣਕਾਂ ਡਿੱਗ ਪਈਆਂ। ਕਣਕਾਂ ਡਿੱਗਣ ਨਾਲ ਇਹਨਾਂ ਦੇ ਪੈਦਾਵਾਰ 'ਤੇ ਘਾਟ ਜਾਊਗਾ, ਸਿੱਟੇ ਜਿਹੜੇ ਆ ਉਹ ਇੰਨੇ ਗਰੋ ਨਹੀਂ ਕਰਨਗੇ, ਨਾੜ ਵੀ ਖਰਾਬ ਹੋ ਗਿਆ। ਕਣਕਾਂ ਡਿੱਗੀਆਂ ਨੂੰ ਜਿਹੜੀਆਂ ਮਸ਼ੀਨਾਂ ਕੱਟਦੀਆਂ ਉਹ ਪਿਕਅਪ ਨਹੀਂ ਕਰਦੀਆਂ, ਚੁੱਕਣਗੀਆਂ ਨਹੀਂ, ਉਹ ਖੜੀ ਕਣਕ ਨੂੰ ਵੱਢਦੇ ਆ, ਦੂਜੀ ਨੂੰ ਨਹੀਂ। ਔਰ ਉਹਨਾਂ ਨੇ ਕਿਹਾ ਕਿ ਇਹਦੀ ਜਿਹੜਾ ਸਾਰਾ ਕੁਝ ਨੁਕਸਾਨ ਭਰਨਾ ਚਾਹੀਦਾ ਗੌਰਮੈਂਟ ਨੂੰ। ਉਹਦੇ 'ਚ ਉਹ ਵੀ ਇਹਨਾਂ ਦਾ ਮੁੱਦਾ ਹੈਗਾ ਕਿ ਪੰਜਾਬ ਦੇ ਵਿੱਚ ਨਹੀਂ, ਸਾਰੇ ਹਿੰਦੁਸਤਾਨ 'ਚ ਮੀਂਹ ਪੈਂਦਾ, ਜਿੱਥੇ ਫਸਲਾਂ ਬਰਬਾਦ ਹੋਈਆਂ ਉਹਨਾਂ ਫਸਲਾਂ ਦਾ ਮੁਆਵਜ਼ਾ ਸਰਕਾਰ ਨੂੰ ਦੇਣਾ ਬਣਦਾ ਹੈ। ਕੁਝ ਮਦਦ ਮਿਲਣੀ ਚਾਹੀਦੀ ਹੈ। ਹਾਂ, ਕਿਸਾਨ ਖੜਾ ਰਹੂਗਾ, ਕਿਸਾਨ ਜਿਉਂਦਾ ਰਹੂਗਾ ਤਾਂ ਹੀ ਦੇਸ਼ ਜਿਉਂਦਾ ਰਹੂਗਾ। ਜੇ ਕਿਸਾਨ ਬੋਝ ਥੱਲੇ ਦੱਬਿਆ ਜਾਊਗਾ, ਕਿਸਾਨੀ ਬੋਝ ਥੱਲੇ ਦੱਬੀ ਜਾਏਗੀ ਤੇ ਫਿਰ ਤਰੱਕੀ ਕਿਵੇਂ ਕਰਨੀ? ਕਿਉਂਕਿ ਕਈ ਵਾਰ ਕਹਿੰਦੇ ਨੇ ਨਾ ਕਿ ਐਗਰੀਕਲਚਰ ਬਿਜ਼ਨਸ ਹੈ, ਬੜਾ ਅਜੀਬ ਲੱਗਦਾ ਮੈਨੂੰ, ਬਲਕਿ ਮਾਹਿਰਾਂ ਨੂੰ ਵੀ ਅਜੀਬ ਲੱਗਦਾ। ਕਈ ਲੋਕ ਜਦੋਂ ਕਹਿੰਦੇ ਨੇ ਵੀ ਇਹ ਬਿਜ਼ਨਸ ਥੋੜਾ ਤਾਂ ਸਰਵਾਈਵਲ ਹੈ। ਹਾਂ, ਬਿਜ਼ਨਸ ਦਾ ਮਾਡਲ ਉਹਨੂੰ ਕਿੱਦਾਂ ਲਿੱਤਾ ਜਾ ਸਕਦਾ ਕਿ ਤੁਸੀਂ ਕਈ ਐਸੀਆਂ ਪ੍ਰੋਡਕਟਸ ਤਿਆਰ ਕਰ ਸਕਦੇ ਹੋ। ਵੈਸੇ ਤਾਂ ਸਾਰਾ ਰॉ ਮਟੀਰੀਅਲ ਖੇਤਾਂ ਤੋਂ ਹੀ ਜਾਏਗਾ ਇੰਡਸਟਰੀ ਨੂੰ, ਪਰ ਫਿਰ ਵੀ ਕੁਝ ਅਜਿਹੀਆਂ ਪ੍ਰੋਡਕਟਸ ਤਿਆਰ ਕਰ ਸਕਦੇ ਹੋ, ਜਿਵੇਂ ਗੰਨੇ ਦਾ ਰਸ ਉਹ ਪੈਕ ਹੋ ਕੇ ਪਹੁੰਚੇ ਥਾਂ ਥਾਂ ਦੇ ਉੱਤੇ, ਹੈ ਨਾ। ਇੱਦਾਂ ਦੀਆਂ ਕੋਈ ਪ੍ਰੋਡਕਟਸ, ਜਿਵੇਂ ਪਰਾਲੀ ਦੀ ਸਮੱਸਿਆ ਸੀ, ਉਹਦੇ ਤੋਂ ਕਲੀਨ ਬਣ ਸਕਦੇ ਨੇ। ਇੱਦਾਂ ਦੇ ਪ੍ਰੋਡਕਟਸ, ਪਰਾਲੀ ਤੋਂ ਐਨਰਜੀ ਵੀ ਪੈਦਾ ਕੀਤੀ ਜਾ ਸਕਦੀ ਹੈ, ਬਾਈ ਪ੍ਰੋਡਕਟਸ ਉਹਨਾਂ ਤੋਂ ਬਣਾਉਣਾ ਚਾਹੀਦਾ। ਅਸਲ 'ਚ ਪਤਾ ਕਿ ਜਦੋਂ ਦੀ ਅੰਗਰੇਜ਼ੀ ਆ ਗਈ ਭਾਸ਼ਾ ਦੇ ਵਿੱਚ, ਪੰਜਾਬੀ ਦੇ ਵਿੱਚ, ਉਦੋਂ ਬਾਕੀ ਜਿਹੜੇ ਜਿੰਨੇ ਵੀ ਕੰਮ ਕਰਨ ਦੇ ਸਾਡੇ ਕੰਮ ਕਰਨ ਦੇ ਖਿੱਤੇ ਨੇ, ਉਹ ਬੜੀ ਤਰ੍ਹਾਂ ਇਹਨਾਂ ਨੇ ਨਾਂ ਬਦਲ ਦਿੱਤੇ ਉਹਨਾਂ ਦੇ, ਬਹੁਤ ਕੁਛ ਅੰਗਰੇਜ਼ੀ ਦਾ ਨਾਂ ਲੈ ਲੈ ਕੇ। ਜਦੋਂ ਕਿ ਇਹਨੂੰ ਐਗਰੀਕਲਚਰ ਨਹੀਂ ਸੀ ਕਿਹਾ ਜਾਂਦਾ, ਖੇਤੀਬਾੜੀ ਵੀ ਨਹੀਂ ਸੀ ਕਿਹਾ ਜਾਂਦਾ, ਇਹਨੂੰ ਵਾਹੀ ਜੋਤੀ ਕਹਿੰਦੇ ਸੀਗੇ। ਹਲ ਵਾਹੁਣਾ ਹੈ ਨਾ, ਅਤੇ ਕਮਾਉਣਾ, ਡੂੰਘਾ ਵਾਲਾ ਹਲ ਵੇ ਤੇਰੀ ਘਰੇ ਨੌਕਰੀ, ਇਹ ਸੀ ਹੁੰਦਾ ਵੀ ਤੇਰਾ ਜਦੋਂ ਹਲ ਵਾਹੇਗਾ ਬੜਾ ਕੁਛ ਮਿਲੂਗਾ। ਜਦੋਂ ਮਸ਼ੀਨਰੀ ਆ ਗਈ, ਨਾ ਅੰਗਰੇਜ਼ੀ ਦੇ ਪੈ ਗਏ, ਹੈ ਨਾ, ਟਰੈਕਟਰ ਆ ਗਏ, ਚੱਲਣ ਲੱਗ ਪਏ, ਸਾਰਾ ਕੁਛ ਹੈ। ਹੁਣ ਉਹਦੇ ਵਿੱਚ ਹੁਣ ਉਹਨੂੰ ਫਸਲਾਂ ਨਹੀਂ ਕਹਿੰਦੇ, ਉਹਦੇ ਵਿੱਚ ਉਹਨਾਂ ਨੂੰ ਇਹੀ ਕਹਿ ਦਿੰਦੇ ਆ ਕਿ ਕ੍ਰੌਪ ਆ, ਅਸੀਂ ਬੀਜੀ ਆ ਜੀ, ਉਹ 'ਚ ਨਵੀਆਂ ਫਸਲਾਂ ਆ ਰਹੀਆਂ। ਐਗਜ਼ੈਕਟਲੀ, ਹੈ ਨਾ। ਸੀਡ ਸਾਡਾ ਕਿੱਥੇ ਪਿਆ ਜੀ, ਹੈ ਨਾ, ਬਾਰਦਾਨਾ ਭੁੱਲ ਗਏ ਉਹਦੇ 'ਚ ਐਕਚੁਅਲੀ ਪੈਕਿੰਗ ਦਾ ਕਰਨਾ। ਐਕਚੁਅਲੀ ਖੇਤੀਬਾੜੀ ਬਿਜ਼ਨਸ ਨਹੀਂ ਹੈ, ਖੇਤੀਬਾੜੀ ਤਾਂ ਸਾਡੀ ਹੋਂਦ ਹੈ, ਪਰ ਬਿਜ਼ਨਸ ਮਾਡਲ ਇਹਨੂੰ ਕਿੱਦਾਂ ਬਣਾਉਣਾ ਹੈ ਕਿ ਬੀਜ ਤੋਂ ਲੈ ਕੇ ਮਾਰਕੀਟ ਤੱਕ ਸਾਰਾ ਸਿਸਟਮ ਨੈਟਵਰਕ ਬਣਿਆ ਹੋਵੇ ਕਿਸਾਨ ਦੀ ਸਹੂਲੀਅਤ ਵਾਸਤੇ, ਤੇ ਜਿਨ੍ਹਾਂ ਨੇ ਉਹ ਸਾਰੀ ਪ੍ਰੋਡਕਟਸ ਇਸਤੇਮਾਲ ਕਰਨੀ ਹੈ, ਗ੍ਰਾਹਕ
ਉਹਨਾਂ ਦੀ ਸਹੂਲੀਅਤ ਵਾਸਤੇ। ਤੇ ਜਿਹੜੇ ਆ ਵਿੱਚ ਵਿਚੋਲੇ ਬੈਠੇ ਨੇ ਨਾ ਐਕਸਪਲੋਇਟ ਕਰਨ ਵਾਲੇ, ਇਹਨਾਂ ਦਾ ਗਵਰਨਮੈਂਟ ਹੀ ਇਲਾਜ ਕਰੇ, ਇਹਨਾਂ ਨੂੰ ਕੋਈ ਹੋਰ ਰੋਜ਼ਗਾਰ ਦੇਵੇ, ਕਿਉਂਕਿ ਇਹਨਾਂ ਨੂੰ ਵੀ ਰੋਜ਼ਗਾਰ ਚਾਹੀਦਾ। ਪਰ ਆਹ ਕੋਈ ਰੋਜ਼ਗਾਰ ਨਹੀਂ ਕਿ ਕਿਸਾਨਾਂ ਦਾ ਸ਼ੋਸ਼ਣ ਕਰੋ, ਗ੍ਰਾਹਕ ਦਾ ਸ਼ੋਸ਼ਣ ਕਰੋ ਤੇ ਆਪਣੀ ਜੇਬ ਭਰੋ। ਇਹ ਜਿਹੜੇ ਵਿਚੋਲੀਏ ਵਿੱਚ ਬੈਠੇ ਨੇ ਨਾ, ਇਹ ਸਾਰੇ ਮੰਨਦੇ ਨੇ, ਕਿਸਾਨ ਵੀ ਮੰਨਦੇ ਨੇ, ਸਾਰੇ ਮੰਨਦੇ ਨੇ, ਕਿਉਂਕਿ ਹਰ ਥਾਂ ਦੇ ਉੱਤੇ ਜਿਸ ਬਿਜ਼ਨਸ ਦੇ ਵਿੱਚ ਵਿਚੋਲੀਏ ਆਣਗੇ ਉਹ ਕੰਮ ਖਰਾਬ ਹੀ ਹੁੰਦਾ, ਕਿਉਂਕਿ ਵਿਚੋਲੀਏ ਨੇ ਵੀ ਆਪਣਾ ਵਿੱਚੋਂ ਸ਼ੇਅਰ ਲੈਣਾ ਹੁੰਦਾ। ਡੀਲਰ ਆ ਜਿਹੜੇ ਗੱਡੀਆਂ ਵੇਚਣ ਵਾਲੇ ਵੀ ਹੈਗੇ ਆ, ਜਿਹਦੇ ਵਿੱਚ ਪਲਾਟ ਵੇਚਣ ਵਾਲੇ ਵੀ ਹੈਗੇ ਆ, ਉਹਦੇ ਵਿੱਚ ਹੈ ਨਾ ਐਗਰੀਕਲਚਰ ਦੀਆਂ ਜ਼ਮੀਨਾਂ, ਖੇਤੀਬਾੜੀ ਦੇ ਵਿੱਚ ਧੰਦੇ ਜਿਹੜੇ ਆ ਉਹਨਾਂ ਨੂੰ ਲੇਬਰ ਪ੍ਰੋਵਾਈਡ ਕਰਨ ਦੇ, ਇਹ ਸਾਰਾ ਕੁਝ ਵਿਚੋਲੀਏ ਡੀਲਰ ਕਰਦੇ ਆ। ਜਾਂ ਫਿਰ ਕੋਈ ਰੂਲਸ ਐਂਡ ਰੈਗੂਲੇਸ਼ਨਸ ਹੋਣ, ਵਿਚੋਲੀਏ ਵਾਸਤੇ ਕੋਈ ਰੂਲਸ ਐਂਡ ਰੈਗੂਲੇਸ਼ਨਸ ਹੋਣ ਗਵਰਨਮੈਂਟ ਵੱਲੋਂ, ਕਿ ਉਹਨਾਂ ਰੂਲਸ ਦੇ ਮੁਤਾਬਿਕ ਹੀ ਤੁਸੀਂ ਆਪਣਾ ਬਿਜ਼ਨਸ ਕਰ ਸਕਦੇ ਹੋ, ਤੁਸੀਂ ਵਿੱਚੋਂ ਕ੍ਰੈਡਿਟ ਆਪਣਾ ਲੈ ਸਕਦੇ ਹੋ। ਉਹ ਇੱਕ ਰੂਲਸ ਹੋਣੇ ਚਾਹੀਦੇ, ਰੈਗੂਲੇਸ਼ਨਸ ਹੋਣੇ ਚਾਹੀਦੇ ਨੇ। ਸਾਡੇ ਭਾਰਤ ਵਿੱਚ ਉਹ ਚੀਜ਼ਾਂ ਲਾਗੂ ਨਹੀਂ ਹੁੰਦੀਆਂ। ਜੇ ਕਿਤੇ ਬਣੇ ਵੀ ਹੋਏ ਨੇ ਤੇ ਉਹਨਾਂ ਨੂੰ ਪ੍ਰੈਕਟੀਕਲੀ ਲਾਗੂ ਨਹੀਂ ਕੀਤਾ ਜਾਂਦਾ, ਸਭ ਆਪਣੀ ਮਨਮਾਨੀ ਕਰਦੇ ਪਏ ਨੇ। ਇਹਦੇ ਉੱਤੇ ਗਵਰਨਮੈਂਟ ਦਾ ਚੈੱਕ ਚਾਹੀਦਾ, ਗਵਰਨਮੈਂਟ ਦੀ ਇਹਦੇ ਉੱਤੇ ਨਿਗਰਾਨੀ ਚਾਹੀਦੀ ਹੈ, ਪੈਣੀ ਨਜ਼ਰ ਚਾਹੀਦੀ ਹੈ। ਇਹ ਪਰ ਜ਼ਿਆਦਾਤਰ ਇੰਡੀਆ 'ਚ ਹੀ ਹੁੰਦਾ। ਜਿਹੜੇ ਤੁਸੀਂ ਵਿਚੋਲਿਆਂ ਦੀ ਗੱਲ ਕੀਤੀ, ਐਗਜ਼ੈਕਟਲੀ ਪ੍ਰੋਪਰਟੀ ਡੀਲਰ ਦੇ ਹਰ ਥਾਂ ਬੋਰਡ ਲੱਗੇ ਹੁੰਦੇ, ਉਹਨੂੰ ਰਜਿਸਟ੍ਰੇਸ਼ਨ ਕਰਾਉਣ ਦੀ ਲੋੜ ਹੀ ਨਹੀਂ। ਜੇ ਤੁਸੀਂ ਆ ਜਿਹੜੇ ਟਰੈਵਲ ਏਜੰਟ ਆ, ਇਹ ਤੁਸੀਂ ਕਹੋ ਕਿ ਬਹੁਤ ਲੋਕ ਫੜੇ ਹੁਣ ਇਹਨਾਂ ਨੇ, ਇਹਨਾਂ ਤੇ ਰੇਡ ਰੂਟ ਕਰਕੇ ਕੈਨੇਡਾ ਵਿੱਚੋਂ ਡਿਪੋਰਟ ਹੋ ਰਹੇ ਨੇ ਕਈ ਸਟੂਡੈਂਟ ਸਾਡੇ। ਉਹ ਜਲੰਧਰ ਦਾ ਇੱਕ ਸੀਗਾ ਟਰੈਵਲ ਏਜੰਟ, ਉਹਨੇ ਉਹਨਾਂ ਨੂੰ ਭੇਜਿਆ ਸੀ ਉੱਥੇ ਮੁੰਡਿਆਂ ਨੂੰ, ਤੇ ਉਹਨਾਂ ਨੂੰ ਕਿਹਾ ਆਪਣੇ ਫਾਰਮ ਭਰੋ। ਉੱਥੋਂ ਆਫਰ ਲੈਟਰ ਵੀ ਆ ਗਈ ਜਿਹੜੇ ਕਾਲਜ ਦੀਆਂ। ਜਦੋਂ ਬੱਚੇ ਉੱਥੇ ਗਏ ਤਾਂ ਕਾਲਜ ਹੀ ਹੈ ਨਹੀਂ, ਉਹ ਐਗਜ਼ਿਸਟ ਨਹੀਂ ਕਰਦਾ। ਫਿਰ ਉਹਨਾਂ ਨੂੰ ਕਹਿਤਾ ਤੁਸੀਂ ਥੋੜ੍ਹੇ ਪੈਸੇ ਸਾਡੇ ਕੋਲ ਵਾਪਸ ਲੈ ਲਓ। ਜਦੋਂ ਬੱਚਿਆਂ ਨੂੰ ਪੈਸੇ ਦੇ 'ਤੇ ਯਕੀਨ ਆ ਗਿਆ, ਕਹਿੰਦੇ ਹੁਣ ਤੁਹਾਡੇ ਕੋਲ ਸਾਡੇ ਕਾਲਜ ਤਾਂ ਦੇ ਹੈਗੇ ਆ ਉਹ, ਪਰ ਉੱਥੇ ਉਹ ਸਬਜੈਕਟ ਨਹੀਂ ਤੁਹਾਡੇ ਵਾਲੇ ਜਿਹੜੇ ਹੈਗੇ ਆ, ਤੁਸੀਂ ਹੁਣ ਫਿਲਹਾਲ ਦੂਜੇ ਕਾਲਜ ਚਲ ਜਾਓ, ਅਸੀਂ ਤੁਹਾਨੂੰ ਉਹ ਦੁਬਾਰਾ ਉੱਥੇ ਕਾਲਜ 'ਚ ਲੈਵਾਂਗੇ। ਉਹ ਮੁੰਡਿਆਂ ਨੇ ਉੱਥੇ ਉਹ 19 ਦੇ ਗਏ ਸੀ, ਹੁਣ ਜਾ ਕੇ ਉਹਨਾਂ ਨੇ ਆਪਣਾ ਕੰਪਲੀਟ ਕਰਕੇ ਸਾਰਾ ਕੁਝ ਸਟੱਡੀ ਕੰਪਲੀਟ ਕਰ ਲਈ। ਜਦੋਂ ਉਹਨਾਂ ਨੇ PR ਲਾਈ, PR ਲਾਉਣ ਤੋਂ ਬਾਅਦ ਜਦੋਂ ਉਹਨਾਂ ਨੇ PR ਲਾਉਣ ਦੇ ਕਾਗਜ਼ ਉਹਨਾਂ ਦਿੱਤੇ ਮੰਗੇ, ਉਹਨਾਂ ਦੇ ਉਹ ਫੇਕ ਨਿਕਲੇ ਜਿਹੜੇ ਉਹਨਾਂ ਨੂੰ ਪ੍ਰੋਵਾਈਡ ਕੀਤੇ ਸੀ ਆਫਰ ਲੈਟਰ ਉਹਨਾਂ ਨੇ ਟਰੈਵਲ ਏਜੰਟਾਂ ਨੇ। ਜਿਹੜੀ ਉੱਥੋਂ ਦੀ ਕੈਨੇਡਾ ਦੀ ਜਿਹੜੀ ਸਿਕਿਉਰਿਟੀ ਫੋਰਸ ਆ, ਉਹਨਾਂ ਜਦੋਂ ਦੇਖੇ, ਉਹਨਾਂ ਦੇਖਣ ਤੋਂ ਬਾਅਦ ਉਹਨਾਂ ਕਿਹਾ ਫੇਕ ਹੈਗਾ। ਉਹਨਾਂ ਤਾਂ ਅਰੈਸਟ ਨਹੀਂ ਕੀਤਾ, ਕੁਛ ਨਹੀਂ ਕੀਤਾ, ਉਹਨਾਂ ਨੇ ਰਿਪੋਰਟ ਹੀ ਕਰਦੇ ਉੱਥੋਂ। ਹੁਣ ਮਾਂ ਪਿਓ ਦਾ ਪੈਸਾ ਲੱਗਿਆ ਕਿਸ ਕੰਮ ਆਇਆ ਜਦੋਂ ਸਟੱਡੀ ਤੱਕ ਰਹੇ। ਗੱਲ ਇਹੀ ਹੈ ਨਾ ਕਿ ਗਵਰਨਮੈਂਟ ਵੱਲੋਂ ਉਹਨਾਂ ਦੇ ਉੱਤੇ ਨਿਗਰਾਨੀ ਨਹੀਂ ਹੈ, ਪਰ ਜਦੋਂ ਲਾਸਟ ਮੋਮੈਂਟ ਦੇ ਉੱਤੇ ਨਿਗਰਾਨੀ ਕਰਦੇ ਨੇ, ਉਦੋਂ ਤੱਕ ਸਭ ਕੁਝ ਹੋ ਚੁੱਕਾ ਹੁੰਦਾ, ਉਦੋਂ ਤੱਕ ਲੋਕਾਂ ਦੇ ਉੱਤੇ ਮੁਸ਼ਕਿਲ ਬਣ ਚੁੱਕੀ ਹੁੰਦੀ ਹੈ। ਪਰ ਉਹ ਦੇਸ਼ ਤਾਂ ਹੈਗੇ, ਐਂਟਰੀ ਦੇ ਦਿੱਤੀ ਉਹਨਾਂ ਨੇ, ਪੜ੍ਹਾਈ ਲਈ ਆ ਰਿਹਾ, ਸਟੱਡੀ ਵੀਜ਼ਾ ਲੱਗ ਗਿਆ ਉਹਨਾਂ ਦਾ। ਪਰ ਜਿਨ੍ਹਾਂ ਨੇ ਭੇਜਿਆ ਨਾ ਫੇਕ ਡਾਕੂਮੈਂਟਸ ਕਿਉਂ ਲਾਏ? ਫੇਕ ਡਾਕੂਮੈਂਟਸ ਜਿਹੜੇ ਲਾ ਕੇ ਪੈਸਾ ਕਮਾ ਕੇ 18 ਤੋਂ ਜਿਹੜੇ 26 ਲੱਖ ਤੱਕ ਇੱਕ ਪਰ ਈਚ ਜਿਹੜਾ ਸਟੂਡੈਂਟ ਲਿਆ ਗਿਆ ਉਹਨਾਂ ਕੋਲ, ਔਰ ਉਹ ਪੈਸਾ ਵਿਚਾਰਿਆਂ ਨੇ ਦੇਤਾ। ਉਹਨਾਂ ਨੂੰ ਮਾਂ ਪਿਓ ਨੂੰ ਤਾਂ ਪੜ੍ਹੇ ਨਹੀਂ ਹੁੰਦੇ, ਉਹਨਾਂ ਨੂੰ ਬਹੁਤਾ ਪਤਾ ਨਹੀਂ ਗਾ। ਜਦੋਂ ਉਹਨਾਂ ਦਾ ਵੀਜ਼ਾ ਲੱਗ ਗਿਆ, ਆਫਰ ਲੈਟਰ ਜਦੋਂ ਆਉਂਦੀ ਆ, ਫੀਸ ਪਹਿਲਾਂ ਭਰੀ ਜਾਂਦੀ ਆ। ਫੀਸ ਭਰਤੀ ਉਹਨਾਂ ਨੇ, ਜਦੋਂ ਐਮਬੈਸੀ ਨੂੰ ਆਪਣਾ ਵੀਜ਼ਾ ਪੁੱਟਅਪ ਕੀਤਾ, ਸਬਮਿਟ ਕਰਤਾ, ਉਹਨਾਂ ਨੇ ਵੀਜ਼ਾ ਦੇ ਦਿੱਤਾ। ਜਦੋਂ PR ਮੰਗੀ ਉਹਨਾਂ ਨੇ, PR ਲਈ ਫਿਰ ਘੋਖ ਹੋਈ ਡਾਕੂਮੈਂਟਸ ਦੀ। ਐਗਜ਼ੈਕਟਲੀ, ਵੀਜ਼ੇ ਤੇ ਸਟੱਡੀ ਲਈ ਇੰਨੀ ਨਹੀਂ ਹੁੰਦੀ। ਇਹ ਕਿਉਂ ਹੁੰਦਾ ਹੈ? ਕਿਉਂਕਿ ਜਿਹੜੇ ਇੱਥੇ ਏਜੰਟਸ ਬੈਠੇ ਨੇ ਉਹ ਠੱਗੀ ਮਾਰਦੇ ਨੇ। ਜੇ ਉਹ ਰੂਲਸ ਐਂਡ ਰੈਗੂਲੇਸ਼ਨਸ ਦੇ ਮੁਤਾਬਿਕ ਤੁਰਨ, ਰੂਲਸ ਐਂਡ ਰੈਗੂਲੇਸ਼ਨਸ ਦੇ ਮੁਤਾਬਿਕ ਕੰਮ ਕਰਨ, ਗਵਰਨਮੈਂਟ ਉਹਨਾਂ ਦੇ ਉੱਤੇ ਪੂਰੀ ਨਿਗਰਾਨੀ ਰੱਖੇ ਕਿ ਕਾਨੂੰਨ ਦੇ ਮੁਤਾਬਿਕ ਇਹ ਕੰਮ ਕਰਦੇ ਪਏ ਨੇ ਕਿ ਨਹੀਂ ਕਰਦੇ ਪਏ, ਤਾਂ ਲੋਕਾਂ ਨਾਲ ਕਿਸੇ ਕਿਸਮ ਦੀ ਕੋਈ ਚੀਟਿੰਗ ਨਹੀਂ ਹੋ ਸਕਦੀ ਔਰ ਲੋਕਾਂ ਨੂੰ ਪੂਰੀ ਸਹੂਲੀਅਤ ਮਿਲੇਗੀ। ਵੈਸੇ ਗੱਲ ਤੁਹਾਡੀ ਸਹੀ ਹੈ, ਪਰ ਹੁਣ ਇਹਨਾਂ ਨੇ ਕਰ ਲਈ ਆ। ਜਿਹੜੇ ਡਿਪਟੀ ਕਮਿਸ਼ਨਰ DC ਦੇ ਅੰਡਰ ਹੁੰਦੀ ਆ, ਜਿਸ ਤਰ੍ਹਾਂ ਜਲੰਧਰ ਆ ਜਾਂ ਬਾਕੀ ਇੱਥੇ ਜਸਪ੍ਰੀਤ ਸਿੰਘ ਨੇ DC, ਉਹਨਾਂ ਨੇ ਰਿਪੋਰਟ ਮੰਗ ਲਈ ਆ। ਹਰ ਈਅਰਲੀ ਰਿਪੋਰਟ ਜਿਹੜੀ ਆ ਉਹ ਟਰੈਵਲ ਏਜੰਟ ਦੇਊਗਾ ਕਿ ਮੈਂ ਕੀ ਕੰਮ ਕੀਤਾ, ਕਿੰਨੇ ਮੁੰਡੇ ਭੇਜੇ, ਕੀ ਕੁਛ ਹੈਗਾ। ਫਿਰ ਨਾਲ ਕਵਰਿੰਗ ਲੈਟਰ ਲਿਖ ਕੇ ਦੇਊਗਾ ਕਿ ਮੈਂ ਤੁਹਾਨੂੰ ਇੱਥੋਂ ਤੱਕ ਦੇ ਦਿੱਤਾ, ਇਹਦੇ ਵਿੱਚ ਪਹੁੰਚ ਗਏ ਤੁਹਾਡੇ ਕੋਲ, ਮੈਨੂੰ ਦੱਸ ਦਿਓ ਕਿ ਓਕੇ ਆ ਜਾਂ ਨਹੀਂ। ਕਈਆਂ ਦੇ ਕੈਂਸਲ ਹੋ ਰਹੇ ਆ ਜਿਨ੍ਹਾਂ ਨੇ ਗਲਤ ਕੰਮ ਕਰ ਦਿੱਤੇ ਆ। ਪਹਿਲਾਂ ਤਾਂ ਬੜਾ ਕੁਛ ਹੋਇਆ, ਲਾਇਸੈਂਸ ਹੁੰਦਾ ਹੀ ਨਹੀਂ ਸੀਗਾ, ਸਿੱਧੇ ਬਹਿ ਜਾਂਦੇ ਖੋਲ੍ਹ ਕੇ ਆਪਣੀ ਦੁਕਾਨ। ਅਤੇ ਉਹਦੇ ਵਿੱਚ ਜਿਹੜਾ ਜਲੰਧਰ ਹੈ, ਜਿਸ ਸ਼ਹਿਰ 'ਚ ਆਪਾਂ ਬੈਠੇ ਹਾਂ, ਇਹ ਜਿਹੜੀ ਹੱਬ ਆ, ਇਹਦੀ ਸੈਂਟਰਲ ਹੱਬ ਆ, ਇੱਥੇ ਹੀ ਆਉਂਦੇ ਲੋਕ, ਮਾਲਵੇ ਦੇ ਲੋਕ ਵੀ ਇੱਥੇ ਆਉਂਦੇ ਆ, ਮਾਝੇ ਤੋਂ ਵੀ ਲੋਕ ਇੱਥੇ ਆਉਂਦੇ। ਇੱਥੇ ਬੱਸ ਸਟੈਂਡ ਦੇ ਇਰਦ ਗਿਰਦ ਸਾਰੇ ਬੈਠੇ ਆ ਟਰੈਵਲ ਏਜੰਟ। ਔਰ ਉਹਦੇ ਵਿੱਚ ਚਲੋ ਲੋਕ ਤਾਂ ਬੱਚੇ ਬਾਹਰ ਜਾ ਰਹੇ ਆ, ਹੈਲਪ ਤਾਂ ਕਰਦੇ ਆ, ਪਰ ਕਈਆਂ ਦੇ ਵਿੱਚ ਜਿਹੜੇ ਦੂਜੇ ਬੈਠੇ ਆ ਨਾ, ਜਿਹੜੇ ਫੇਕ ਕਾਗਜ਼ ਲਾ ਕੇ ਜਾਲੀ ਕਾਗਜ਼ਾਂ ਨਾਲ ਬਾਹਰ ਭੇਜਦੇ, ਉਹ ਵਿਚਾਰੇ ਬੱਚੇ ਮੁੜ ਕੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ। ਚਲੋ ਅੱਬਾ ਅੱਗੇ ਚਲੀਏ। ਜ਼ਰੂਰ। ਉੱਥੇ ਵੀ ਇੱਕ ਇਹ ਕਈ ਲੋਕ ਕਹਿ ਰਹੇ ਨੇ ਕਿ ਸਾਨੂੰ ਨੁਕਸਾਨ ਹੋਏਗਾ, ਪਰ ਗਵਰਨਮੈਂਟ ਕੁਝ ਸਹੂਲੀਅਤ ਵੀ ਦੇ ਰਹੀ ਹੈ। ਉਹ ਇਹ ਹੈ ਕਿ ਜਿਹੜੇ 4 ਵੀਲਰਸ ਨੇ, 4 ਪਹੀਆਂ ਵਾਲੀਆਂ ਜਿੰਨੀਆਂ ਵੀ ਵਹੀਕਲਸ ਨੇ ਸਾਡੇ ਭਾਰਤ ਦੇ ਵਿੱਚ, ਉਹ ਸੈਂਟਰਲ ਗਵਰਨਮੈਂਟ ਇੱਕ ਪਾਲਿਸੀ ਲੈ ਕੇ ਆ ਰਹੀ ਹੈ ਕਿ ਜਿਹੜੀ 15 ਸਾਲ ਪੁਰਾਣੀ ਕਾਰ ਹੈ, ਜੀਪ ਹੈ, 4 ਪਹੀਆਂ ਵਾਲੇ ਜਿੰਨੇ ਵੀ ਵਾਹਨ ਨੇ, ਉਹਨਾਂ ਨੂੰ ਸਕ੍ਰੈਪ ਕਰ ਦਿੱਤਾ ਜਾਵੇ। 15 ਸਾਲ ਤੋਂ ਵੱਧ ਦੇ ਕਿਸੇ ਵੀ ਵਾਹਨ ਨੂੰ ਸੜਕ ਦੇ ਉੱਤੇ ਚੱਲਣ ਦੀ ਆਗਿਆ ਨਹੀਂ ਹੈ। ਉਹ ਕਬਾੜ ਦੇ ਵਿੱਚ ਵੇਚ ਦਿੱਤੇ ਜਾਣ, ਉਹਨਾਂ ਨੂੰ ਕਬਾੜ ਕਰ ਦਿੱਤਾ ਜਾਵੇ।
ਤੇ ਉਸ ਦੇ ਬਦਲੇ ਜਦੋਂ ਸਰਟੀਫਿਕੇਟ ਮਿਲ ਜਾਏਗਾ ਕਿ ਤੁਹਾਡੀ ਗੱਡੀ ਕਬਾੜ ਹੋ ਗਈ, ਉਹ ਸਰਟੀਫਿਕੇਟ ਦਿਖਾ ਕੇ ਜਦੋਂ ਤੁਸੀਂ ਕੋਈ ਨਵੀਂ ਕਾਰ ਲਓਗੇ, ਨਵੀਂ ਜੀਪ ਲਓਗੇ, ਨਵਾਂ 4 ਵੀਲਰ ਲਓਗੇ, ਤੁਹਾਨੂੰ 25% ਡਿਸਕਾਊਂਟ ਮਿਲੇਗਾ ਤੇ ਤੁਹਾਡੀ ਆਰਸੀ ਬਿਲਕੁਲ ਫ੍ਰੀ ਰਹੇਗੀ। ਅੱਛਾ, ਇਹ ਨਾਲ ਸਹੂਲਤ ਦੇਤੀ ਹੈ। ਸਹੂਲਤ ਦੇਤੀ। ਅਸਲ 'ਚ ਇਹ ਜਿਹੜੇ ਅਸ਼ਵਨੀ ਚੌਬੇ ਜੀ ਨੇ, ਇਹਦੇ ਮੰਤਰੀ ਸਟੇਟ ਮਿਨਿਸਟਰ ਨੇ, ਉਹ ਕਿਤੇ ਹੁਣ ਬੋਲ ਰਹੇ ਸੀਗੇ, ਉਹਨਾਂ ਨੇ ਵੀ ਐਲਾਨ ਕਰ ਦਿੱਤਾ ਕਿ ਜਿਹੜਾ ਦਿੱਲੀ ਵਿੱਚ ਤਾਂ ਦੇ ਅਸੀਂ ਨੀਤੀ ਲਾਗੂ ਕਰ ਦਿੱਤੀ ਹੈ, ਕਿਉਂਕਿ ਯੂਟੀ ਦੇ ਵਿੱਚ ਸਾਰੀਆਂ 'ਚ ਕਰਨ ਜਾ ਰਹੇ ਆ, ਤੇ ਉਹਨਾਂ ਨੇ ਕਹਿਤਾ ਕਿ ਅਸੀਂ ਉੱਥੇ ਕਰ ਦਿੱਤੀ ਹੈ, ਉੱਥੇ ਅਗਲੇ ਸਾਲ ਤੱਕ ਇੰਪਲੀਮੈਂਟ ਹੋ ਗਈ, ਕਿਉਂਕਿ ਹੁਣ ਇਹਨਾਂ ਨੇ 1 ਸਾਲ ਅੱਗੇ ਦੇ ਦਿੱਤਾ ਸੀ ਉਹਨਾਂ ਨੂੰ ਵੀ ਉੱਥੇ ਜਿਹੜੀਆਂ ਵੀ ਡੀਜ਼ਲ ਨਾਲ ਚੱਲਦੇ 4 ਵੀਲਰ ਆ ਉਹ ਬੰਦ ਕਰ ਦਿੱਤੇ ਜਾਣਗੇ ਗੱਡੀਆਂ, ਤਾਂ ਕਿ ਪੋਲੂਸ਼ਨ ਨਾ ਫੈਲ ਸਕੇ। ਔਰ ਹਿੰਦੁਸਤਾਨ ਵਿੱਚ ਜਿਹੜੀ ਏਅਰ ਕੁਆਲਿਟੀ ਹੈ ਵੈਸੇ ਹੀ ਬੜੀ ਮਾੜੀ ਹੋ ਗਈ ਹੈ। ਜਿੰਨੀਆਂ ਵੀ ਗੱਡੀਆਂ ਚੱਲਦੀਆਂ ਉਹ ਪੋਲੂਸ਼ਨ ਦਾ ਸਰਟੀਫਿਕੇਟ ਲੈ ਕੇ ਚੱਲਦੀਆਂ। ਹੁਣ ਉਹ ਪਤਾ ਨਹੀਂ ਕਿਸ ਤਰ੍ਹਾਂ ਦਾ ਦੇ ਦਿੰਦੇ ਆ ਪੋਲੂਸ਼ਨ ਦਾ, ਵੀ 100 ਰੁਪਏ 200 ਰੁਪਏ ਦੇ ਦਿੰਦੇ ਆ, ਉਹ ਕਹਿੰਦੇ ਜੀ ਓਕੇ ਹੈਗਾ। ਪੁਲਿਸ ਜਦੋਂ ਚੈੱਕ ਕਰਦੀਆਂ ਤੇ ਸਰਟੀਫਿਕੇਟ ਹੈਗਾ, ਪਰ ਉਹ ਚੈੱਕ ਇਹ ਨਹੀਂ ਕਰਦੇ ਕਿ ਜਿੱਦਾਂ ਕਿਸੇ ਬੰਦੇ ਨੇ ਡਰਿੰਕ ਕੀਤੀ ਹੋਵੇ ਤਾਂ ਉਹਦੇ ਨਾਲ ਮੀਟਰ ਲਾ ਕੇ ਪਤਾ ਕਰਦੇ ਉਹਨੇ ਸ਼ਰਾਬ ਪੀਤੀ ਆ, ਪਰ ਇਹਦੇ ਵਿੱਚ ਇਹ ਸਰਟੀਫਿਕੇਟ ਹੀ ਵੇਖਦੇ ਆ। ਸਰਟੀਫਿਕੇਟ ਵੇਖ ਕੇ ਕਹਿੰਦੇ ਚਲੋ ਜੀ ਗੱਡੀ ਓਕੇ ਹੈਗੀ। ਔਰ ਉਹਦੇ ਪੰਜਾਬ 'ਚ ਤਾਂ ਜੇ ਪੰਜਾਬ ਗੌਰਮੈਂਟ ਨੇ ਤਾਂ ਨਹੀਂ ਐਕਸ਼ਨ ਲਿਆ, ਪਰ ਸੈਂਟਰ ਲੈ ਗਏ ਐਕਸ਼ਨ। ਆਹ ਜਿਹੜਾ ਤੁਸੀਂ ਸਟੇਟਮੈਂਟ ਪੜ੍ਹੀ ਹੈ, ਇਹਦੇ ਵਿੱਚ ਉਹਨਾਂ ਨੇ ਕਹਿਤਾ ਕਿ ਜਿੰਨੇ ਵੀ 15 ਸਾਲ ਤੋਂ ਪੁਰਾਣੇ ਨੇ 4 ਵੀਲਰ ਗੱਡੀਆਂ, ਉਹ ਰੋਕੀਆਂ ਜਾ ਸਕਦੀਆਂ ਕਿਸੇ ਵੇਲੇ ਵੀ। 15 ਸਾਲ ਤੱਕ ਉਹਦੀ ਹੱਦ ਹੁੰਦੀ ਹੈ, ਫਿਰ ਉਹ ਤੋਂ ਬਾਅਦ ਇੱਕ ਕੁਆੜਖਾਨੇ 'ਚ ਆ ਕੇ ਵੇਚ ਦਿੱਤੀਆਂ ਜਾਣਗੀਆਂ। ਉਹਦਾ ਸਰਟੀਫਿਕੇਟ ਮਿਲੂਗਾ। ਸਰਟੀਫਿਕੇਟ ਮਿਲਣ ਤੋਂ ਬਾਅਦ ਫਿਰ ਤੁਸੀਂ ਗੱਡੀ ਨਵੀਂ ਬੁੱਕ ਕਰਾਉਣੀ ਆ, ਉਹ 'ਚ 25% ਟੋਟਲ ਜਿਹੜਾ ਉਹਦਾ ਖਰਚਾ ਵਾ ਉਸ ਦੇ ਮੁੱਲ ਦੇ ਵਿੱਚੋਂ 25% ਫ੍ਰੀ ਮਿਲ ਜੂਗਾ, ਤੁਸੀਂ ਦੱਸਿਆ ਹੋਣੇ, ਤੇ ਫਿਰ ਬਾਕੀ ਜਿਹੜਾ ਆਰਸੀ ਬਣੂਗੀ ਉਹ ਫ੍ਰੀ ਬਣੂਗੀ। ਇਹ ਉਹਨਾਂ ਨੇ ਸਹੂਲਤ ਦਿੱਤੀ ਹੈ ਕਿ ਚਲੋ ਜਿਹੜਾ ਤੁਹਾਡਾ ਇਹ ਘੱਟੋ ਘੱਟ ਇੱਕ ਪਾਸੇ ਜਿਹੜੇ ਖਟਾਰਾ ਬਣ ਚੁੱਕੇ ਆ ਗੱਡੀਆਂ, ਉਹ ਘੱਟੋ ਘੱਟ ਸੜਕ 'ਤੇ ਤਾਂ ਨਾ ਹੋਣਗੀਆਂ। ਸੜਕਾਂ ਉਨੀਆਂ ਕਿ ਛੋਟੀਆਂ ਛੋਟੀਆਂ ਅਤੇ ਗੱਡੀਆਂ ਵੱਡੀਆਂ ਵੱਡੀਆਂ ਆ ਗਈਆਂ। ਤੁਸੀਂ ਮਾਰੂਤੀ ਤੋਂ ਬਾਅਦ ਕੋਈ ਗੱਡੀ ਵੇਖ ਲਓ, ਮਹਿੰਦਰਾ ਐਂਡ ਮਹਿੰਦਰਾ ਦੀ ਜਿਹੜੀ ਗੱਡੀ ਹੈ ਇੰਡੀਆ ਦੀਆਂ ਕੁਛ ਹੈਗੀਆਂ, ਬਾਕੀ ਗੱਡੀਆਂ ਤੁਹਾਨੂੰ ਬਾਹਰ ਦੀਆਂ ਮਿਲਣਗੀਆਂ। ਵੱਡੇ ਕੱਦ ਦੀਆਂ ਗੱਡੀਆਂ, ਵੱਡੇ ਟਾਇਰਾਂ ਵਾਲੀਆਂ ਗੱਡੀਆਂ, ਜਵਾਨ ਮੁੰਡੇ ਚਲਾ ਰਹੇ ਆ, ਜੀਪਾਂ ਬਾਹਰੀਆਂ ਸਾਰੀਆਂ, ਤਾਂ ਸੜਕਾਂ ਉੱਡੀਆਂ, ਪਰ ਰੋਜ਼ ਹਾਦਸੇ ਹੁੰਦੇ ਆ, ਰੋਜ਼ ਬੜਾ ਕੁਛ ਹੁੰਦਾ। ਕਦੀ ਟਾਹਲੀ 'ਚ ਵੱਜ ਗਈ ਗੱਡੀ, ਕਦੀ ਪੁਲ ਦੇ ਥੱਲੇੋਂ ਡਿੱਗ ਪਈ ਗੱਡੀ, ਕਦੀ ਕਿਸੇ ਪਾਸੇ ਉੱਡ ਗਈ। ਇਹ ਚੀਜ਼ਾਂ ਜਿਹੜੀਆਂ ਵੇਖਣ ਨੂੰ ਮਿਲ ਰਹੀਆਂ, ਕਿਉਂਕਿ ਬਹੁਤਾਤ ਹੋ ਗਈ ਗੱਡੀਆਂ ਦੀ, ਪੈਸਾ ਵਾਧੂ ਹੋ ਗਿਆ ਲੋਕਾਂ ਕੋਲ। ਖਾਸ ਕਰਕੇ ਪੰਜਾਬ 'ਚ ਮੁੰਡੇ ਬਾਹਰ ਗਏ ਆ, ਆਉਂਦਿਆਂ ਗੱਡੀ ਲੈਂਦੇ ਆ, ਆਉਂਦਿਆਂ ਬੁੱਕ ਕਰਵਾ ਦਿੰਦੇ ਆ। ਔਰ ਉਹਨਾਂ ਗੱਡੀਆਂ ਦਾ ਪੈਸਾ ਜਿਹੜਾ ਵਾ ਉਹਨਾਂ ਨੇ ਇਸ ਤਰ੍ਹਾਂ ਇਕੱਠਾ ਕੀਤਾ ਹੁੰਦਾ ਕਿ ਅਸੀਂ ਬਾਹਰ ਆ ਕੇ ਇੱਥੇ ਪੰਜਾਬ 'ਚ ਘੁੰਮਣਾ ਫਿਰਨਾ, ਸਾਰਾ ਕੁਝ ਜਾਣਾ ਆਉਣਾ। ਚਲੋ ਸਹੂਲਤ ਹੈ, ਚਾਹੀਦੀ ਵੀ ਹੈਗੀ ਆ, ਟਾਈਮ ਬਚਦਾ ਗੱਡੀਆਂ ਨਾਲ, ਬਹੁਤ ਵਧੀਆ। ਸਾਰਾ ਪਰਿਵਾਰ ਪੈਂਦਾ, 8 ਸੀਟਰ ਵੀ ਆ ਗਈਆਂ, 5 ਸੀਟਰ ਤੋਂ ਪਹਿਲਾਂ ਵੀ ਆ ਗਈਆਂ, 7 ਸੀਟਰ ਵੀ ਹੈਗੀਆਂ, ਔਰ ਨਵੀਆਂ ਨਵੀਆਂ ਗੱਡੀਆਂ ਆਈਆਂ। ਪਰ ਸਰਕਾਰ ਨੇ ਹੁਣ ਇੱਕਦਮ ਪਾਬੰਦੀ ਲਾਈ ਆ। ਇਹ 'ਚ ਖੱਟਰ ਸਾਹਿਬ ਨੇ ਹਰਿਆਣਾ 'ਚ ਵੀ ਲਾਤੀ ਸੀਗੀ, ਉਹਦੇ 'ਚ ਵੀ ਉੱਥੇ ਵੀ ਉਹਨਾਂ ਨੇ ਰੋਕ ਲਾਈ ਸੀਗੀ। ਔਰ ਸੈਂਟਰ ਦੇ ਵਿੱਚ ਬਾਕੀ ਸਟੇਟਾਂ 'ਚ ਵੀ ਇਹਨਾਂ ਨੇ ਕਹਿ ਦਿੱਤਾ। ਪਰ ਹੁਣ ਉਦੋਂ ਅੱਗੇ ਹੈਗਾ ਕਿ ਸਟੇਟ ਨੂੰ ਪਾਬੰਦੀ ਨੂੰ ਮੰਨਦੀ ਜਾਂ ਨਹੀਂ ਮੰਨਦੀ, ਸਟੇਟ ਇੰਪਲੀਮੈਂਟ ਕਰਨਾ ਹੁੰਦਾ। ਪਰ ਜਿਹੜਾ ਸੈਂਟਰ ਨੇ ਅੱਜ ਕਹਿ ਦਿੱਤਾ ਉਹਨਾਂ ਨੇ ਕਿ ਅਸੀਂ ਇਹ ਤੋਂ ਬਾਅਦ ਇਹ ਐਕਸ਼ਨ 'ਚ ਆ ਰਹੀਆਂ ਨੇ ਕਿ ਅਸੀਂ ਨਹੀਂ ਕਹਾਂਗੇ ਕਿ ਕਬਾੜਖਾਨੇ ਦੇ ਵਿੱਚ ਵੇਚ ਦਿਓ ਤਾਂ ਵੈਲ ਐਂਡ ਗੁੱਡ, ਨਹੀਂ ਵੇਚੋਗੇ ਤਾਂ ਫਿਰ ਚਲਾਨ ਕਰਾਓਗੇ, ਹੈ ਕਿ ਨਹੀਂ। ਉਹਦੇ ਵਿੱਚ ਚਲਾਨ ਹੋਣ ਤੋਂ ਬਾਅਦ ਫਿਰ ਤੁਹਾਨੂੰ ਭੁਗਤਣਾ ਪਊਗਾ ਉੱਥੇ ਤਰੀਕਾਂ, ਫਿਰ ਤਰੀਕਾਂ ਤੋਂ ਬਾਅਦ ਜੁਰਮਾਨਾ ਹੋਊਗਾ। ਇਹ ਤੋਂ ਬਿਹਤਰ ਹੈ ਗੱਡੀ ਨਵੀਂ ਰੱਖੋ। 15 ਸਾਲ ਚੱਲਣ ਤੱਕ ਗੱਡੀ 'ਚ ਰਹਿੰਦਾ ਵੀ ਕੁਝ ਨਹੀਂ ਗਾ, ਵੈਸੇ ਵੀ ਇੰਜਣ ਖੜਕ ਜਾਂਦਾ ਹੈ ਨਾ। ਪੈਟਰੋਲ ਗੱਡੀ ਭਾਵੇਂ ਥੋੜ੍ਹਾ ਬਹੁਤ ਕੱਢ ਜਾਏ, ਡੀਜ਼ਲ ਜਿਹੜਾ ਇੰਜਣ ਹੈ ਖੜਕ ਜਾਂਦਾ ਸਾਰਾ ਕੁਝ, ਜੇ ਚੱਲ ਜਾਵੇ ਜ਼ਿਆਦਾ। ਤੇ ਜਿੰਨੀਆਂ ਗੱਡੀਆਂ ਵੱਡੀਆਂ ਵਾ ਸਾਰੀਆਂ ਫਾਰਚੂਨਰ ਵਰਗੀਆਂ ਗੱਡੀਆਂ, ਇਹ 2 ਲੱਖ ਕਿਲੋਮੀਟਰ ਚੱਲਣ ਤੋਂ ਬਾਅਦ ਖੁੱਲ੍ਹਦੀਆਂ, 2 ਲੱਖ ਕਿਲੋਮੀਟਰ ਚੱਲਦੀਆਂ ਪਹਿਲੋਂ। ਇਹ ਵੱਡੇ ਇੰਜਣ ਆ, ਬਹੁਤ ਵੱਡੇ ਪਾਵਰਫੁਲ ਇੰਜਣ ਆ। ਇਸੇ ਤਰ੍ਹਾਂ ਦੀਆਂ ਹੋਰ ਵੀ ਗੱਡੀਆਂ ਇੰਡੀਆ 'ਚ ਆ ਗਈਆਂ, ਬਾਹਰਲੇ ਦੇਸ਼ਾਂ 'ਚੋਂ ਆਈਆਂ। ਹੁਣ ਸਾਊਥ ਕੋਰੀਆ ਨੂੰ ਬਹੁਤ ਗੱਡੀਆਂ ਇੱਥੇ ਚੱਲੀਆਂ, ਔਰ ਬਾਹਰਲੇ ਹੋਰ ਕੰਟਰੀਆਂ 'ਚ ਵੀ ਉਹ ਅੱਛੀਆਂ ਬਣਦੀਆਂ। ਸਾਡੇ ਤਾਂ ਆਪਣੇ ਮਾਰੂਤੀ ਬਣੀ ਆ, ਉਹਦੇ ਬਾਅਦ ਤਾਂ ਕੁਝ ਨਹੀਂ ਬਣਿਆ, ਸਾਰਾ ਕੁਝ ਉੱਦਾਂ ਦਾ ਉੱਦਾਂ ਹੀ ਆ। ਬਾਹਰਲੀਆਂ ਗੱਡੀਆਂ ਨੂੰ ਜ਼ਿਆਦਾ ਤਰਜੀਹ ਦਿੰਦੇ ਆ। ਸਪੀਡ ਵੀ ਬਹੁਤ ਵਧੀਆ, ਐਵਰੇਜ ਬਹੁਤ ਅੱਛੀ ਹੈਗੀ ਆ ਜਦੋਂ ਸਰਵਿਸ ਇਹਨਾਂ ਦੀ ਹੁੰਦੀ ਆ। ਪਰ ਮਕੈਨਿਕ ਇੱਥੇ ਘੱਟ ਆ, ਕੱਲ੍ਹ ਪੁਰਜੇ ਬਹੁਤ ਘੱਟ ਮਿਲਣਗੇ, ਪਰ ਲੋਕਾਂ ਦਾ ਸ਼ੌਕ ਆ। ਅਸੈਂਬਲ ਕਰਕੇ ਗੱਡੀਆਂ ਆਪ ਇੱਥੇ ਬਣਾਉਂਦੇ ਆ। ਮੋਗਾ ਏਰੀਆ 'ਚ ਅਸੈਂਬਲ ਕਰਕੇ ਇੱਥੇ ਜੀਪਾਂ ਬਣ ਜਾਂਦੀਆਂ ਬਹੁਤ ਵਧੀਆ। ਕਈ ਵਾਰ ਮੈਂ ਦੇਖਦਾ ਕਿ ਉਹ ਪੁਰਾਣੀਆਂ ਆਰਮੀ ਦੀਆਂ ਜੀਪਾਂ, ਜਿਹਨੂੰ ਆਪਾਂ ਅਕਸਰ ਕਹਿ ਦਿੰਦੇ ਹਾਂ ਲੰਡੀ ਜੀਪ, ਲੰਡੀ ਜੀਪ ਦੇ ਨਾਂ ਦੇ ਉੱਤੇ ਬੜਾ ਮਸ਼ਹੂਰ ਹੈ ਉਹ ਪੁਰਾਣੀਆਂ ਜੀਪਾਂ। ਉਹ ਤਾਂ ਕਈ ਸਾਲ ਪੁਰਾਣੀਆਂ ਹੁੰਦੀਆਂ, ਜਿਹੜੀਆਂ ਉਹ ਲੈ ਕੇ ਮੋਡੀਫਿਕੇਸ਼ਨ ਕਰਾ ਕੇ ਵੱਡੇ ਵੱਡੇ ਟਾਇਰ ਪਵਾ ਕੇ ਤੇ ਪਿੱਛੇ ਗਾਣੇ ਲਾ ਕੇ ਤੇ ਐਂ ਤੁਰਦੇ ਨੇ ਸੜਕਾਂ ਦੇ ਉੱਤੇ, ਸਟਾਈਲ ਮਾਰ ਕੇ। ਉਹ ਵੀ ਸਕ੍ਰੈਪ ਹੋ ਜਾਣਗੀਆਂ, ਉਹ ਵੀ ਸਕ੍ਰੈਪ ਹੁੰਦੀਆਂ ਸਾਰੀਆਂ, ਉਹ ਵੀ ਸਕ੍ਰੈਪ ਹੋ ਜਾਣਗੀਆਂ 15 ਸਾਲ ਤੋਂ ਉੱਤੇ। ਪਰ ਇਹਨਾਂ ਨੇ ਵੀ ਆ ਨਾ ਜਿਹੜੀਆਂ ਇਹ ਤਾਂ ਸਕ੍ਰੈਪ ਕਰ ਰਹੇ, ਜਿਹੜੀਆਂ ਦੂਜੀਆਂ ਰੋਡਵੇਜ਼ ਦੀਆਂ, PRTC ਦੀਆਂ ਗੱਡੀਆਂ, ਪ੍ਰਾਈਵੇਟ ਗੱਡੀਆਂ ਜਿਹੜੀਆਂ ਚੱਲ ਰਹੀਆਂ, ਇੰਡੋ ਕੈਨੇਡੀਅਨ ਬਾਕੀ ਗੱਡੀਆਂ ਚੱਲ ਰਹੀਆਂ, ਉਹਨਾਂ ਦੀ ਵੀ ਵੇਖਣਾ ਚਾਹੀਦਾ ਨਾ ਵੀ ਕਦੋਂ ਦੀਆਂ ਚੱਲ ਰਹੀਆਂ। ਉਹ ਵੀ ਜੇ ਜਾ ਕੇ ਮੁਸਾਫਰਾਂ ਨੂੰ ਲੈ ਕੇ ਦਿੱਲੀ ਲੈ ਕੇ ਜਾਂਦੀਆਂ, ਕਰਨਾਟਕ ਮਦਰਾਸ ਲੈ ਕੇ ਜਾਂਦੀਆਂ। ਇੰਨੀਆਂ ਮਹਿੰਗੀਆਂ ਪ੍ਰੋਜੈਕਟਸ ਸਰਕਾਰਾਂ ਦੇ ਉਹ ਵੀ ਸਕ੍ਰੈਪ ਹੋ ਗਏ ਨੇ। ਉਹ ਪਾਣੀ 'ਚ ਚੱਲਣ ਵਾਲੀ ਬੱਸ ਦਾ ਪਤਾ ਹੀ ਨਹੀਂ ਉਹ ਕਿੱਥੇ ਪਈ ਹੋਈ ਹੈ,
ਉਹ ਵੀ ਸਕ੍ਰੈਪ ਹੈ, ਕਿਤੇ ਪਤਾ ਨਹੀਂ ਕਿੱਥੇ ਪਈ ਹੋਗੀ, ਕਰੋੜਾਂ ਦਾ ਪ੍ਰੋਜੈਕਟ ਇਹਨਾਂ ਉਹ ਨੂੰ ਵੀ ਮੈਲਟ ਕਰਕੇ ਕੁਛ ਨਾ ਕੁਛ ਚੈਸੀ ਅੱਗੇ ਬਣਾਉਣ ਇਹਨਾਂ ਦਾ, ਦੇਖੋ ਜਿਹੜੀ ਮੈਲਟ ਕਰਕੇ ਇੰਜਣਾਂ ਦੇ ਕਲ ਪੁਰਜੇ ਕੱਢ ਕੇ ਨਵਿਆਂ 'ਚ ਪਾਉਣ, ਉਹਨਾਂ ਦੇ ਜਿੱਥੇ ਕੰਮ ਆਉਂਦੇ ਆ। ਪਰ ਪੋਲਿਊਸ਼ਨ ਤੋਂ ਬਚਾਉਣ ਲੋਕਾਂ ਨੂੰ, ਫੇਫੜੇ ਜਿਹੜੇ ਆ ਉਹ ਲੋਕਾਂ ਦੇ ਖਰਾਬ ਹੋ ਰਹੇ ਆ, ਜਿਹੜੀ ਵੀ 에ਅਰ ਕੁਆਲਿਟੀ ਔਰ ਨਾਲ ਸਰਕਾਰਾਂ ਇਹ ਵੀ ਧਿਆਨ ਦੇਣ ਕਿ ਜਿਹੜੇ ਕਰੋੜਾਂ ਦੇ ਪ੍ਰੋਜੈਕਟ ਨੇ ਨਾ, ਉਹ ਸਕ੍ਰੈਪ ਨਾ ਕਰੋ ਬਈ, ਕਿਉਂਕਿ ਲੋਕਾਂ ਦਾ ਪੈਸਾ ਹੈ ਜਿਹੜਾ ਟੈਕਸ ਦੇ ਰੂਪ ਦੇ ਵਿੱਚ ਆਉਂਦਾ, ਉਹਦਾ ਸਹੀ ਇਸਤੇਮਾਲ ਕਰੋ। ਸਹੀ ਸੋ ਟਾਈਮ ਦਾ ਸਹੀ ਇਸਤੇਮਾਲ ਕਰਦੇ ਹੋਏ ਆਪਾਂ ਚੱਲੀਏ। ਜ਼ਰੂਰ, ਬਿਲਕੁਲ। ਅਲਵਿਦਾ ਕਹੀਏ ਸਾਰੇ ਦਰਸ਼ਕਾਂ ਨੂੰ। ਬਿਲਕੁਲ ਜੀ, ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮਿਲ USA TV ਸਬਸਕ੍ਰਾਈਬ ਕਰੋ। ਜੀ ਜੀ, ਸਤਿ ਸ਼੍ਰੀ ਅਕਾਲ।